ਅੱਗ ਲੱਗਣ ਵਰਗੀਆਂ ਘਟਨਾਵਾਂ ਨੇ ਉੱਥੇ ਕਈ ਵਾਰੀ ਲੋਕਾਂ ਨੂੰ ਵਿਚਲਿਤ ਕੀਤਾ ਆ। ਮੈਂ ਲੱਖਾਂ ਰੁਪਈਆਂ ਦਾ ਸਮਾਨ ਜਿਹਦਾ ਚੁਟਕੀ ਦੇ ਵਿੱਚ ਸੜ ਕੇ ਸਵਾਹ ਹੋ ਗਿਆ। ਜਾਨੀ ਨੁਕਸਾਨ ਨਹੀਂ ਹੋਇਆ, ਮਾਲੀ ਨੁਕਸਾਨ ਬਹੁਤ ਹੋਇਆ। ਜਿਹੜਾ ਆਪਣਾ ਏਡਾ ਵੱਡਾ ਆਪਣਾ ਕੈਰੀਅਰ ਛੱਡ ਕੇ ਅੱਜ ਉਸ ਅੰਦੋਲਨ ਨਾਲ ਜੁੜੇ ਬੈਠੇ ਆ, ਇਸੇ ਕਰਕੇ ਅੰਦੋਲਨ ਜਿਹੜਾ ਆ ਇਸ ਵੇਲੇ ਚੰਗੇ ਹਾਲਾਤਾਂ 'ਚ ਲੱਗਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੰਦੋਲਨ ਜਿਹੜਾ ਆ ਇਸੇ ਤਰ੍ਹਾਂ ਆਪਣੀ ਜਿਹੜੀ ਸੇਧ ਨੂੰ ਲੈ ਕੇ ਚੱਲ ਰਿਹਾ ਹੈ ਉਹ ਸੇਧ ਰਾਹੀਂ ਨਿਸ਼ਾਨੇ ਤੇ ਜ਼ਰੂਰ ਪਹੁੰਚੂਗਾ। ਹਰ ਵਾਰ ਜਦੋਂ ਅਸੀਂ ਕਿਸੇ ਪੋਲੀਟੀਕਲ ਪਾਰਟੀ ਤੇ ਦਾ ਲਾਉਨੇ ਆ, ਚਾਹੇ ਅਸੀਂ ਅਕਾਲੀਆਂ ਨੂੰ ਵੋਟਾਂ ਪਾਉਨੇ ਆ, ਚਾਹੇ ਅਸੀਂ ਕਾਂਗਰਸੀਆਂ ਨੂੰ ਪਾਉਨੇ ਆ, ਚਾਹੇ ਅਸੀਂ ਜਨਤਾ ਦਲ ਨੂੰ ਪਾਉਨੇ ਆ, ਤੇ 4 ਜਾਂ 5 ਸਾਲ ਬਾਅਦ ਅਸੀਂ ਠੱਗੇ ਹੋਏ ਮਹਿਸੂਸ ਕਰਦੇ ਹਾਂ। ਤੇ ਆਮ ਲੋਕਾਂ ਦੀ ਭਲਾਈ ਲਈ ਇਹਨਾਂ ਦੇ ਜਿਹੜੇ ਕੰਮ ਆ ਉਹ ਘੱਟ ਨਜ਼ਰ ਆਉਂਦੇ ਆ। ਮੁੱਦਾ ਇਸ ਵੇਲੇ ਪੰਜਾਬੀਅਤ ਦਾ ਆ, ਮੁੱਦਾ ਇਸ ਵੇਲੇ ਕਿਸਾਨੀ ਦਾ ਆ। ਬੀਜੇਪੀ ਦੇ ਜਿਹੜੇ ਲੀਡਰ ਆ ਲੋਕਲ ਲੈਵਲ ਦੇ ਵੀ ਉਹਨਾਂ ਚਿਰ ਇੰਤਜ਼ਾਰ ਕਰਦੇ ਰਹਿੰਦੇ ਜਿੰਨੇ ਚਿਰ ਕਿਸਾਨ ਆਣ ਕੇ ਰੌਲਾ ਰੱਪਾ ਸ਼ੁਰੂ ਨਾ ਕਰਦੇ। ਇਲੈਕਸ਼ਨਾਂ ਨੂੰ ਕਿਹੜੀ ਗੱਲ ਆ, 22 ਦੀਆਂ 27 ਚ ਲੜ ਲਾਂਗੇ। ਕਿਸੇ ਨਾ ਕਿਸ ਤਰ੍ਹਾਂ ਬੀਜੇਪੀ ਕਿਸਾਨਾਂ ਨੂੰ ਉਕਸਾ ਰਹੀ ਆ, ਉਹਨਾਂ ਨੂੰ ਮੌਕਾ ਦੇ ਰਹੀ ਆ ਲੋਕਾਂ ਦੇ ਵਿੱਚ ਕਿਸਾਨਾਂ ਦਾ ਜਿਹੜਾ ਅਕਸ਼ ਖਰਾਬ ਹੋਵੇ। ਤੇ ਮੁੱਦੇ ਅਸਲ ਹੁੰਦੇ ਨੇ ਉਹ ਚੋਣਾਂ ਦੇ ਪ੍ਰਚਾਰ ਦੇ ਵਿੱਚ ਕਿਤੇ ਗਵਾਚ ਕੇ ਰਹਿ ਜਾਂਦੇ ਨੇ। ਲੋੜ ਤੋਂ ਹਲਕੀਆਂ ਗੱਲਾਂ ਕੀਤੀਆਂ ਜਾਂਦੀਆਂ ਤੇ ਫਿਰ ਜਿਹੜੇ ਲੋਕ ਨੇ ਉਹ ਮੁੜ ਕੇ ਅਗਲੇ 5 ਸਾਲ ਫਿਰ ਹੋਰ ਸਰਕਾਰ ਉਡੀਕਦੇ ਰਹਿੰਦੇ ਨੇ। ਇਸ ਵੇਲੇ ਅਫਗਾਨਿਸਤਾਨ ਦੇ ਵਿੱਚੋਂ ਅਮਰੀਕਾ ਮੂੰਹ ਦੀ ਖਾ ਕੇ ਨਿਕਲ ਰਿਹਾ। ਆਸ ਕਰਦੇ ਹਾਂ ਕਿ ਦੁਨੀਆ 'ਚ ਜੰਗ ਜਿਹੜੀ ਨਾ ਹੋਵੇ ਤੇ ਲੋਕਾਂ ਨੂੰ ਉਹਨਾਂ ਦੇ ਹੱਕ ਮਿਲਦੇ ਰਹਿਣ। ਸਰਕਾਰ ਚਾਹੇ ਡੈਮੋਕ੍ਰੈਟਿਕ ਹੋਵੇ ਤੇ ਚਾਹੇ ਰਾਜਾਸ਼ਾਹੀ, ਆਮ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਸੁਚੱਜੀ ਰਵੇ, ਸੌਖੀ ਰਵੇ, ਸੁਖਾਲੀ ਰਵੇ। ਸਵਾਗਤ ਹੈ ਜੀ ਤੁਹਾਡਾ ਸਭ ਦਾ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਵਿਚਾਰਾਂ ਤੇ ਆਪਣੀ ਬੇਬਾਕ ਰਾਏ ਰੱਖਣਗੇ ਸਾਡੇ ਨਾਲ ਇਸ ਕੰਮ ਲਈ ਹਾਜ਼ਰ ਨੇ ਸਾਡੇ ਕੋਲ ਅੱਜ ਸਰਦਾਰ ਗੁਰਨਾਮ ਸਿੰਘ ਜੀ ਬਿਲਗਾ। ਬਿਲਗਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਿਲਗਾ ਸਾਹਿਬ ਤੁਸੀਂ ਦਿੱਲੀ ਤੋਂ ਹੋ ਕੇ ਆਏ ਆ। ਇਸ ਤੋਂ ਪਹਿਲਾਂ ਕਿ ਅਸੀਂ ਬਾਕੀ ਮੁੱਦਿਆਂ ਦੀ ਗੱਲ ਕਰੀਏ ਜਾਂ ਹੋਰ ਡਿਟੇਲ ਦਰਸ਼ਕਾਂ ਨੂੰ ਦੱਸੀਏ, ਸਭ ਤੋਂ ਪਹਿਲਾਂ ਤੇ ਕਿਸਾਨ ਅੰਦੋਲਨ ਦਾ ਹਾਲ ਸਾਨੂੰ ਇੱਕ ਵਾਰ ਜੋ ਤੁਸੀਂ ਦੇਖਿਆ ਉੱਥੇ ਮੌਜੂਦਾ 7 ਮਹੀਨੇ ਬਾਅਦ ਉਹਦੇ ਬਾਰੇ ਜਾਣਕਾਰੀ ਦਿਓ, ਕਿਉਂਕਿ ਪੰਜਾਬੀ ਜਿੱਥੇ ਵੀ ਨੇ ਚਾਹੇ ਹੁਣ ਉੱਥੇ ਜਾ ਪਾਉਂਦੇ ਨੇ ਜਾਂ ਨਹੀਂ ਜਾ ਪਾਉਂਦੇ ਨੇ, ਪਰ ਇਸ ਗੱਲ ਲਈ ਸਾਰਿਆਂ ਦਾ ਧਿਆਨ ਜ਼ਰੂਰ ਰਹਿੰਦਾ ਕਿ ਉੱਥੇ ਹੁਣ ਕਿਵੇਂ ਹਾਲਾਤ ਨੇ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਅੰਦੋਲਨ ਜਿਹੜਾ ਆ, ਮੋਰਚਾ ਜਿਹੜਾ ਆ ਉਹ ਕਿਹੋ ਜਿਹੇ ਹਾਲਾਤਾਂ 'ਚ ਅੱਜ ਆ। ਸ਼ਰਮਾ ਜੀ, ਜਿਹੜੀ ਗੱਲ ਕਰਦੇ ਆ ਆਪਾਂ ਦਿੱਲੀ ਅੰਦੋਲਨ ਦੀ, ਉਹ ਵੱਖ-ਵੱਖ ਬਾਰਡਰਾਂ ਤੇ ਜਿੱਥੇ ਵੀ ਕਿਸਾਨ ਵੀਰ ਬੈਠੇ ਆ ਜੀ, ਇਹ ਗੱਲ ਜਿਹੜੀ ਤੁਸੀਂ ਦੱਸੀ ਵੀ ਉੱਥੇ ਦਾ ਹਾਲ ਕੀ ਆ ਜੀ। ਹਾਲ ਜਿਹੜਾ ਗਰਮੀ ਨੇ ਬੇਹਾਲ ਕੀਤਾ ਹੋਇਆ ਜੀ, ਪਰ ਜਿਹੜੇ ਹੌਸਲੇ ਆ ਉਹ ਬੁਲੰਦ ਆ ਤੇ ਚੜ੍ਹਦੀ ਕਲਾ ਵਿੱਚ ਆ ਜੀ। ਜਿਹੜੇ ਚੜ੍ਹਦੀ ਕਲਾ ਵਾਲੇ ਹੌਸਲੇ ਆ ਉਹ ਨੇ ਹਜੇ ਤੱਕ 7.5 ਮਹੀਨੇ ਦੇ ਵਿੱਚ ਕਿਸਾਨਾਂ ਦੇ ਵਿੱਚ ਜਿੰਨਾ ਇਸ ਵੇਲੇ ਜਜ਼ਬਾ ਬਣਾ ਦਿੱਤਾ ਆ, ਕਿਉਂਕਿ ਹੁਣ ਉੱਥੇ ਜਿਹੜੇ ਲੋਕ ਬੈਠੇ ਆ ਉਹ ਇੱਕ ਸੋਚ ਵਾਲੇ ਬੈਠੇ ਆ, ਇੱਕ ਸਿਰੜ ਵਾਲੇ ਬੈਠੇ ਆ। ਹਲਾ ਕਰਨ ਵਾਲੀ ਜਿਹੜੀ ਉਹ ਮੜੀਰ ਸੀਗੀ ਉਹ ਸਾਰੀ ਵਾਪਸ ਆ ਗਈ ਆ। ਹੁਣ ਉੱਥੇ ਜਿਹੜੇ ਬੈਠੇ ਲੋਕ ਆ ਉਹ ਆਪਣੀਆਂ ਡਿਊਟੀਆਂ ਦੇ ਅਨੁਸਾਰ ਕੋਈ 7 ਦਿਨ ਲਈ, ਕੋਈ 10 ਦਿਨ ਲਈ, ਕੋਈ 15 ਦਿਨ ਲਈ, ਕੋਈ 5 ਦਿਨ ਲਈ ਆਪਣਾ ਇੱਕ ਸਰਕਲ ਬਣਾਇਆ ਹੋਇਆ ਉਹਨਾਂ ਨੇ। ਭਾਵੇਂ ਕਿ ਗਰਮੀ ਬਹੁਤ ਵੱਡੇ ਪੱਧਰ ਤੇ ਉੱਥੇ ਇਸ ਵੇਲੇ ਪਰੇਸ਼ਾਨ ਕਰ ਰਹੀ ਆ ਕਿ ਜਿਉਂ 9-10 ਵੱਜਦੇ ਉਸ ਤੋਂ ਬਾਅਦ ਲੈ ਕੇ ਸ਼ਾਮ ਦੇ 4 ਵਜੇ ਤੱਕ ਪੂਰੇ ਗਰਮੀ ਨਾਲ ਪਟਾਕੇ ਪੈਂਦੇ, ਕਿਉਂਕਿ ਉੱਥੇ ਜਿੰਨਾ ਵੀ ਹੈਗਾ ਸਾਰਾ ਜਿੰਨਾ ਵੀ ਸ਼ੈੱਡਾਂ ਆ ਜਾਂ ਤੰਬੂ ਤਰਪਾਲਾਂ ਆ ਉਹ ਪਲਾਸਟਿਕ ਦੀਆਂ ਆ ਜਾਂ ਲੱਕੜ ਦੀਆਂ ਆ, ਤੇ ਕੋਈ ਦਰਖਤ ਉੱਥੇ ਕੋਈ ਬਾਹਲਾ ਵੱਡਾ ਹੈ ਨਹੀਂ। ਭਾਵੇਂ ਕਿ ਸਾਡੇ ਹੁਣ ਕਿਸਾਨ ਵੀਰਾਂ ਨੇ ਉੱਥੇ ਦਰਖਤ ਲਾਉਣੇ ਤਾਂ ਸ਼ੁਰੂ ਕਰ ਦਿੱਤੇ ਆ, ਪਰ ਫਿਰ ਵੀ ਸਮਾਂ ਲੱਗੂਗਾ। ਇਸ ਕਰਕੇ ਜਿਹੜਾ ਅੰਦੋਲਨ ਇਸ ਵੇਲੇ ਚੱਲ ਰਿਹਾ ਆ ਉਹ ਗਾਜੀਪੁਰ ਬਾਰਡਰ ਤੇ ਵੀ ਆਪਣੀ ਹਾਜ਼ਰੀ ਪੂਰੀ ਭਰ ਰਿਹਾ ਆ। ਝੋਨੇ ਦਾ ਜਿਹੜਾ ਸੀਜ਼ਨ ਸੀਗਾ ਲਾਉਣ ਦਾ, ਉਹ ਜਿੱਦਾਂ ਨੇਪਰੇ ਕੰਮ ਚੜ੍ਹ ਰਿਹਾ ਕਿਸਾਨਾਂ ਦਾ, ਉਸੇ ਤਰ੍ਹਾਂ ਕਿਸਾਨ ਬਖੀਰਾਂ ਘੱਟ ਕੇ ਅੰਦੋਲਨ ਵੱਲ ਨੂੰ ਜਾ ਰਹੇ ਆ ਜੀ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਇਹ ਵੀ ਕਹਿਣਾ ਆ ਕਿ ਅਸੀਂ ਜ਼ਿਆਦਾ ਜ਼ੋਰ ਦੇ ਕੇ ਕਿਸਾਨਾਂ ਨੂੰ ਇਸ ਕਰਕੇ ਕੋਈ ਕਾਲ ਨਹੀਂ ਦਿੰਦੇ, ਸਾਦੇ ਨਹੀਂ ਕਿ ਜਦੋਂ ਕਿ ਮੋਰੇ ਕੋਈ ਪ੍ਰੋਗਰਾਮ ਨਹੀਂ ਰੱਖਿਆ ਜਾਂਦਾ। ਉਹਨਾਂ ਨੂੰ ਵੀ ਹੁਣ ਇਸ ਜਥੇਬੰਦੀਆਂ ਨੂੰ ਪਤਾ ਵੀ ਜਿੱਦਣ ਅਸੀਂ ਕੋਈ ਕਾਲ ਦਿੰਦੇ ਆ ਵੀ ਸਾਡੀ ਇੱਕ ਕਾਲ ਤੇ ਹਰ ਕਿਸਾਨ ਆਪਣੀ ਜਿੰਨੀ ਸਮਰੱਥਾ ਹੈਗੀ ਆ ਉਹਦੇ ਮੁਤਾਬਕ ਪਹੁੰਚਣ ਦੀ ਕੋਸ਼ਿਸ਼ ਕਰਦਾ ਆ। ਵੀ ਫੇਰ ਕਾਹਨੂੰ ਅਸੀਂ ਇੱਥੇ ਵਿਹਲੇ ਬਿਠਾਲ ਕੇ ਇਹਨਾਂ ਦੇ ਪਿੱਛੇ ਜਿਹੜੇ ਕੰਮ ਆ ਇਸ ਵੇਲੇ ਖੇਤੀ ਦੇ ਜਾਂ ਹੋਰ ਕੰਮ ਆ ਉਹਨਾਂ ਨੂੰ ਅਸੀਂ ਨੁਕਸਾਨ ਪਹੁੰਚਾਈਏ। ਜਿੱਦਣ ਸਾਨੂੰ ਜ਼ਰੂਰਤ ਹੋਊਗੀ ਅਸੀਂ ਸੱਦ ਲਾਂਗੇ। ਮੋਰਚੇ ਪੱਕੇ ਲੱਗ ਚੁੱਕੇ ਆ, ਉੱਥੇ ਚਾਹੇ 50,000 ਬੰਦਾ ਬੈਠਾ ਤੇ ਚਾਹੇ 10,000 ਬੈਠਾ ਆ। ਮੋਰਚੇ ਦਾ ਮਤਲਬ ਤਾਂ ਉਹ ਸਟੇਬਲ ਹੈ, ਉਹ ਖੜਾ ਆ ਉੱਥੇ ਤੇ ਜੇ ਉੱਥੇ ਵੱਧ ਬੰਦੇ ਵੀ ਹੋਣਗੇ ਪਿੱਛੇ ਨੁਕਸਾਨ ਹੋਊਗਾ ਖੇਤੀ ਦਾ ਜਾਂ ਕੰਮਾਂ ਦਾ
ਤੇ ਉਹਦੇ ਨਾਲ ਕੀ ਹੋਊਗਾ ਵੀ ਉਹ ਜਿਹੜਾ ਕਿਸਾਨ ਜਿਹੜਾ ਉੱਥੇ ਬੈਠਾ ਆ ਉਹ ਪਿੱਛੇ ਆਪਣੇ ਨੁਕਸਾਨ ਦੀ ਭਰਪਾਈ ਨਹੀਂ ਕਰ ਪਾਊਗਾ ਜੇ ਉੱਥੇ ਹੀ ਜ਼ਿਆਦਾ ਟਾਈਮ ਦੇ ਦੂਗਾ। ਉਹਨੇ ਆਪਣੀ ਫਸਲ ਵੀ ਸਾਂਭਣੀ ਆ, ਆਪਣੇ ਹੋਰ ਘਰੇਲੂ ਰੋਜ਼ਮਰਾ ਦੇ ਕੰਮ ਵੀ ਦੇਖਣੇ ਆ, ਡੰਗਰ ਵੱਛਾ ਵੀ ਦੇਖਣਾ ਆ। ਇਸ ਕਰਕੇ ਯਾਨੀ ਕਿ ਟਿਕਰੀ ਬਾਰਡਰ ਤੋਂ ਲੈ ਕੇ ਸਿੰਘੂ ਬਾਰਡਰ ਤੇ ਗਾਜੀਪੁਰ ਬਾਰਡਰ ਦੇ ਜੋ ਹਾਲਾਤ ਦੇਖੇ ਆ, ਉਹ ਹਾਲਾਤਾਂ ਦੇ ਵਿੱਚ ਇਹ ਦੇਖਿਆ ਕਿ ਜਿਹੜੇ ਉੱਥੇ ਲੋਕ ਬੈਠੇ ਆ ਉਹ ਸੁਹਿਰਦ ਆ ਹੁਣ ਮੋਰਚੇ ਲਈ। ਉਹਨਾਂ ਦੇ ਦਿਮਾਗ 'ਚ ਇਹ ਗੱਲ ਮੰਨ ਗਈ ਵੀ ਲੜਾਈ ਇਹ ਸਾਡੀ ਹੁਣ 6 ਮਹੀਨੇ ਦੀ ਨਹੀਂ ਰਹਿ ਗਈ, ਲੜਾਈ ਹੁਣ ਅਗਲਾ 6 ਮਹੀਨੇ ਦਾ ਜਿਹੜਾ ਦੌਰ ਆ ਉਹ ਸ਼ੁਰੂ ਹੋ ਗਿਆ ਹੈ। ਉਹਦੇ ਹਿਸਾਬ ਦੇ ਨਾਲ ਹੀ ਉਹਨਾਂ ਨੇ ਆਪਣੀਆਂ ਤਿਆਰੀਆਂ ਕਰ ਲਈਆਂ, ਉਸ ਹਿਸਾਬ ਦੇ ਨਾਲ ਹੀ ਦਵਾਈਆਂ ਦੇ ਪ੍ਰਬੰਧ ਚੱਲ ਰਿਹਾ, ਉਸ ਹਿਸਾਬ ਨਾਲ ਲੰਗਰਾਂ ਦੇ ਪ੍ਰਬੰਧ ਚੱਲ ਰਿਹਾ, ਉਸ ਹਿਸਾਬ ਨੇ ਉਹਨਾਂ ਦੇ ਆਪਣੇ ਰਹਿਸ਼ਾਂ ਦੇ ਪ੍ਰਬੰਧ ਉੱਥੇ ਕਰ ਲਿਆ ਜੀ। ਭਾਵੇਂ ਕਿ ਜਿਵੇਂ ਕਿ ਅੱਗ ਲੱਗਣ ਵਰਗੀਆਂ ਘਟਨਾਵਾਂ ਨੇ ਉੱਥੇ ਕਈ ਵਾਰੀ ਲੋਕਾਂ ਨੂੰ ਵਿਚਲਿਤ ਕੀਤਾ ਆ। ਜਦੋਂ ਸ਼ਰਮਾ ਜੀ ਅੱਗ ਲੱਗਦੀ ਉਹਦੇ ਕਾਰਨ ਇੱਕ ਵੱਡੇ ਤਾਂ ਇਹ ਹੈਗਾ, ਪਹਿਲਾਂ ਤਾਂ ਸ਼ੰਕਾ ਹੁੰਦਾ ਸੀ ਵੀ ਕੋਈ ਬੀਜੇਪੀ ਦਾ ਬੰਦਾ ਜਾਂ ਸਰਕਾਰ ਦਾ ਕੋਈ ਬੰਦਾ ਇਸ ਤਰ੍ਹਾਂ ਦਾ ਜਿਹੜਾ ਸ਼ਰਾਰਤ ਕਰਦਾ ਆ। ਇਸ ਗੱਲ ਨੂੰ ਵੀ ਝੂਠਾ ਹੁਣ ਵੀ ਨਹੀਂ ਕੀਤਾ ਜਾ ਰਿਹਾ, ਪਰ ਜ਼ਿਆਦਾ ਕਾਰਨ ਉੱਥੇ ਇਹ ਬਣਦੇ ਆ ਕਿ ਜਿਵੇਂ ਤੁਸੀਂ ਦੇਖਦੇ ਕਿ ਉੱਥੇ ਜਿੰਨੀਆਂ ਓਪਨ ਵਾਇਰ ਨੇ, ਜਿੰਨੀਆਂ ਇਲੈਕਟ੍ਰੀਸਿਟੀ ਦੀਆਂ ਵਾਇਰ ਨੇ, ਉਹਦੇ ਲਈ ਜਿਵੇਂ ਕਿਸਾਨਾਂ ਨੇ ਕੋਈ ਆਪਣਾ ਕੂਲਰ ਲਾਇਆ ਆ, ਆਪਣਾ ਕੋਈ ਲਾਈਟ ਦਾ ਪ੍ਰਬੰਧ ਲਾਇਆ, ਕਿਸੇ ਵੀਰ ਨੇ ਕੋਈ ਏਸੀ ਲਾਇਆ ਆ, ਉਹਦੇ ਵਿੱਚ ਜ਼ਿਆਦਾ ਕਾਰਨ ਇਹ ਵੀ ਬਣ ਜਾਂਦੇ ਵੀ ਸ਼ਾਰਟ ਸਰਕਟ ਜਿਹੜਾ ਹੁੰਦਾ ਆ ਉਹਦੇ ਨਾਲ ਅੱਗ ਲੱਗਣ ਦੇ ਚਾਂਸ ਜ਼ਿਆਦਾ ਬਣ ਜਾਂਦੇ। ਕੁਛ ਜਿਵੇਂ ਆਪਾਂ ਦੇਖਦੇ ਹਾਂ ਕਿ ਹਰਿਆਣੇ ਵਾਲਾ ਜਿਹੜਾ ਭਾਈਚਾਰਾ ਆ ਉਹ ਬੀੜੀ ਸਿਗਰਟ ਤੇ ਹੁੱਕੇ ਦੀ ਜਿਹੜੀ ਉਹਨਾਂ ਦੀ ਇੱਕ ਪ੍ਰਥਾ ਆ ਜਾਂ ਉਹਨਾਂ ਦਾ ਜਾਂ ਸੁਭਾਅ ਆ ਉਹ ਜਾਂ ਉਹਨਾਂ ਦਾ ਕਲਚਰ ਹੈ ਇਸ ਚੀਜ਼ ਦਾ, ਉਹ ਕੀ ਉਹ ਇੱਕ ਪਾਥੀ ਨੂੰ ਅੱਗ ਲਾ ਕੇ ਰੱਖ ਲੈਂਦੇ ਆ ਵੀ ਤਾਂ ਕਿ ਅੱਗ ਜਿਹੜੀ ਆ ਮੰਗਦੀ ਰਹੇ। ਜਦੋਂ ਹਵਾ ਚੱਲਦੀ, ਹਨੇਰੀ ਚੱਲਦੀ, ਕਿਤੇ ਨਾ ਕਿਤੇ ਉਹ ਵੀ ਕੋਈ ਨਾ ਕੋਈ ਕਾਰਨ ਇਸ ਚੀਜ਼ ਵਿੱਚ ਬਣ ਜਾਂਦਾ ਹੈ। ਪਰ ਫਿਰ ਵੀ ਸਤਰਕ ਬੜਾ ਰੱਖਿਆ ਜਾਂਦਾ। ਜਿਵੇਂ ਟਿਕਰੀ ਬਾਰਡਰ ਤੇ ਇੱਕ ਬਹੁਤ ਵੱਡੀ ਮਤਲਬ ਝੌਂਪੜੀ ਸੀਗੀ ਜਿਹਦੇ ਵਿੱਚ ਰਾਸ਼ਨ ਬੜੇ ਵੱਡੇ ਪੱਧਰ ਤੇ ਸੀਗਾ, ਜਿਹਦੇ ਵਿੱਚ ਹੋਰ ਸਮਾਨ ਜਿਹੜਾ ਰੋਜ਼ਮਰਾ ਦਾ ਸਿਆਲਾਂ ਵਾਲਾ ਬਿਸਤਰਾ ਸਾਰਾ ਉਹਦੇ ਵਿੱਚ ਪਿਆ ਸੀਗਾ। ਮਤਲਬ ਲੱਖਾਂ ਰੁਪਈਆਂ ਦਾ ਸਮਾਨ ਜਿਹਦਾ ਚੁਟਕੀ ਦੇ ਵਿੱਚ ਸੜ ਕੇ ਸਵਾਹ ਹੋ ਗਿਆ। ਇੱਕ ਵੱਡਾ ਮੋਟਰਸਾਈਕਲ ਸੀਗਾ, ਪਰ ਖੁਦਾ ਨਾ ਖਾਸਤਾ ਕੋ ਉੱਥੇ ਉਸ ਵੇਲੇ ਮੌਕੇ ਤੇ ਜਿਹੜਾ ਅੰਦਰ ਬੰਦਾ ਨਹੀਂ ਸੀਗਾ। ਜਾਨੀ ਨੁਕਸਾਨ ਨਹੀਂ ਹੋਇਆ, ਮਾਲੀ ਨੁਕਸਾਨ ਬਹੁਤ ਹੋਇਆ। ਤੇ ਇਸੇ ਤਰ੍ਹਾਂ ਸਿੰਘੂ ਬਾਰਡਰ ਤੇ ਵੀ ਜਿਹੜੀ 5 ਤਰੀਕ ਰਾਤ ਨੂੰ ਘਟਨਾ 10 ਤਰੀਕ ਰਾਤ ਨੂੰ ਘਟਨਾ ਵਾਪਰਦੀ ਆ, ਉਹਦੇ ਵਿੱਚ ਵੀ ਰਾਸ਼ਨ ਦਾ ਤੇ ਹੋਰ ਸਮਾਨ ਦਾ, ਸਾਜੋ ਸਮਾਨ ਦਾ, ਆਰਓ ਸਿਸਟਮ, ਮਤਲਬ ਲੱਖਾਂ ਰੁਪਈਆਂ ਦਾ ਸਮਾਨ ਜਿਹੜਾ ਸੀ ਸੜ ਕੇ 10-15 ਮਿੰਟ ਦੇ ਵਿੱਚ ਸਵਾਹ ਹੋ ਗਿਆ। ਇੱਕ ਜਿਹੜੀ ਗਾਜੀਪੁਰ ਬਾਰਡਰ ਤੋਂ ਬਾਅਦ ਅਸੀਂ ਟਿਕਰੀ ਬਾਰਡਰ ਦਾ ਇਸ ਵਾਰੀ ਲੰਬੇ ਸਮੇਂ ਬਾਅਦ ਦੌਰਾ ਕੀਤਾ। ਉੱਥੇ ਇੱਕ ਦ੍ਰਿਸ਼ ਇੱਦਾਂ ਦੇ ਮਿਲੇ ਸਾਨੂੰ ਦੇਖੇ ਵੀ ਇੱਕ ਤਾਂ ਜਥੇਦਾਰ ਜੋਗਿੰਦਰ ਸਿੰਘ ਅਗਰਾਹਾਂ ਦੀ ਜਿਹੜੀ ਪਕੌੜਾ ਚੌਂਕ ਦੇ ਵਿੱਚ ਸਟੇਜ ਆਪਣੀ ਜਥੇਬੰਦੀ ਦੀ ਲੱਗੀ ਹੋਈ ਆ, ਉਹ ਸਟੇਜ ਦਾ ਜਿਹੜਾ ਭਰਾਓ ਆ, ਭਰਮੀ ਸਟੇਜ ਲੱਗਦੀ ਆ, ਉਹ ਦੇਖਣ ਵਾਲੀ ਹਜੇ ਵੀ ਬਣਦੀ ਆ। ਜਿਹੜਾ ਟਾਈਮ ਉਹਨਾਂ ਦਾ ਹੁੰਦਾ ਹੈ, ਜਿੰਨਾ ਚਿਰ ਸਟੇਜ ਖਤਮ ਨਹੀਂ ਹੁੰਦੀ, ਉਹ ਸਟੇਜ ਦਾ ਡਿਸਪਲਿਨ ਇੰਨਾ ਆ, ਉਹਨਾਂ ਚਿਰ ਪੰਡਾਲ ਜਿਹੜਾ ਭਰਿਆ ਰਹਿੰਦਾ। ਉੱਠ ਕੇ ਲੋਕ ਉਦੋਂ ਹੀ ਜਾਂਦੇ ਜਦੋਂ ਸਟੇਜ ਦੀ ਸਮਾਪਤੀ ਹੁੰਦੀ ਆ। ਜਿੱਦਾਂ ਭਾਈ ਮਨੀ ਸਿੰਘ ਦਾ ਵੀ ਉਸ ਦਿਨ ਮਨਾਇਆ ਗਿਆ। ਉਸ ਤੋਂ ਬਾਅਦ ਇੱਕ ਡਾਕਟਰ ਸੁਭੈਮਾਨ ਸਿੰਘ ਜੇ ਕਿ USA ਕੈਲੀਫੋਰਨੀਆ ਤੋਂ ਅੰਦੋਲਨ ਦੀ ਸ਼ੁਰੂਆਤੀ ਵਿੱਚ ਹੀ ਆਣ ਕੇ ਇੱਥੇ ਜੁੜ ਜਾਂਦੇ ਆ, ਕਿਉਂਕਿ ਉਹਨਾਂ ਦਾ ਪੱਖੋ ਕੇ ਜਿਹੜਾ ਮਾਝੇ ਦੇ ਨਾਲ ਜੁੜਦਾ ਉਹਨਾਂ ਦਾ ਪਿੰਡ ਆ, ਤੇ 10 ਸਾਲ ਦੀ ਉਮਰ ਵਿੱਚ ਜਿਹੜਾ ਉਹ ਚਲੇ ਗਏ ਅਮਰੀਕਾ, ਤੇ ਸਾਰੀ ਫੈਮਿਲੀ ਉੱਥੇ ਵੈਲ ਸੈਟਡ ਆ। ਉਹਨਾਂ ਦੇ ਨਾਨਾ ਜੀ ਤੋਂ ਲੈ ਕੇ ਦਾਦਾ ਜੀ ਤੋਂ ਲੈ ਕੇ ਪੰਜਾਬੇ ਸੂਬੇ ਦੀਆਂ ਮੋਰਚੇ ਦੀਆਂ ਗੱਲਾਂ ਤੇ ਪੰਜਾਬ ਦੇ ਪਾਣੀਆਂ ਦੀਆਂ ਮੰਗਾਂ, ਉੱਥੋਂ ਲੈ ਕੇ ਉਹਨਾਂ ਦੇ ਦਾਦੇ ਬਾਬੇ ਜੇਲ੍ਹਾਂ ਕੱਟਦੇ ਆਏ ਆ। ਤੇ ਉਹੀ ਗੱਲਾਂ ਸੁਣ ਕੇ ਤਾਂ ਮਤਲਬ ਉਹ ਅੱਜ ਅਮਰੀਕਾ ਵਿੱਚ ਉਹਨਾਂ ਨੇ ਦੱਸਿਆ ਕਿ ਲਗਭਗ 6 ਕਰੋੜ ਸਾਲ ਦਾ ਮੈਂ ਆਪਣਾ ਜਿਹੜਾ ਪੈਕੇਜ ਉਹ ਛੱਡ ਕੇ ਇੱਥੇ ਮਤਲਬ ਕਿਸਾਨਾਂ ਦੇ ਆਣ ਕੇ ਬੈਠਾ ਹੈਲਪ ਕਰਨ ਲਈ। ਮਤਲਬ ਉਹਨਾਂ ਨੇ ਦਵਾਈ ਦਾਰੂ ਦਾ ਪ੍ਰਬੰਧ, ਸਭ ਨੂੰ ਵੱਡੀ ਗੱਲ ਹੈ ਇਸ ਵੇਲੇ ਕਿ ਜਿਹੜੀ ਉਹਨਾਂ ਨੇ ਟੈਂਟਾਂ ਤੋਂ ਲੈ ਕੇ ਟਾਇਲਟ ਪ੍ਰਬੰਧ ਤੋਂ ਲੈ ਕੇ ਲੰਗਰ ਤੋਂ ਲੈ ਕੇ ਰਹਿਣ ਸਹਿਣ ਲਈ ਹੋਰ ਰੋਜ਼ਮਰਾ ਦਾ ਜੋ ਸਾਜੋ ਸਮਾਨ ਚਾਹੀਦਾ ਉਹਦੇ ਲਈ ਇੱਕ ਜਿਹਦਾ ਵੱਡਾ ਮੋਦੀਖਾਨਾ ਬਣਾਇਆ ਹੋਇਆ। ਵੱਡੇ ਗੱਦੇ ਪਏ ਆ, ਬੈੱਡ ਪਏ ਆ, ਕੂਲਰ ਪਏ ਆ, ਸਾਰਾ ਕੁਛ, ਪੱਖੇ ਤੱਕ ਦੀ ਕੋਈ ਸਹੂਲਤ ਨਹੀਂ ਹੈਗੀ ਜਿਹੜੀ ਉੱਥੋਂ ਮਤਲਬ ਉਹ ਪ੍ਰੋਵਾਈਡ ਨਹੀਂ ਕਰਾਉਂਦੇ। ਤੇ ਦੂਸਰਾ ਸਭ ਨੂੰ ਵੱਡਾ ਇੱਕ ਹੁਣ ਉਦਮ ਉਹਨੇ ਸ਼ੁਰੂ ਕੀਤਾ ਆ ਜਿਹੜਾ ਕੋਵਿਡ ਦੇ ਇੰਜੈਕਸ਼ਨ ਦਾ। ਉਹਨਾਂ ਨੇ ਵੱਡੀ ਬਿਲਡਿੰਗ ਉੱਥੇ ਇੱਕ ਲਈ ਹੋਈ ਆ, ਉਹਦੇ ਵਿੱਚ ਉਹਨਾਂ ਨੇ ਟੀਮ ਸੱਦ ਕੇ ਮੋਹਾਲੀ ਤੋਂ, ਤੇ ਉਹ ਕੋਵਿਡ ਇੰਜੈਕਸ਼ਨ ਜਿਹੜੇ ਆ ਉਹ ਹੁਣ ਇਸ ਵੇਲੇ ਲਵਾਉਣੇ ਸ਼ੁਰੂ ਕਰ ਦਿੱਤੇ ਆ, ਜਿਹਦੇ ਵਿੱਚ ਸ਼ਰਮਾ ਜੀ ਲਾਈਨ ਨਹੀਂ ਟੁੱਟਦੀ ਸਾਰਾ ਦਿਨ। ਕਿਸਾਨਾਂ ਨੂੰ ਜਿਹੜਾ ਵੱਡੇ ਪੱਧਰ ਤੇ ਉਸ ਵੇਲੇ ਮਤਲਬ ਪ੍ਰਬੰਧ ਨਹੀਂ ਕਰ ਸਕੀ ਸਰਕਾਰ, ਪਰ ਉਹਨਾਂ ਦੇ ਉਦਮ ਉਪਰਾਲੇ ਦੇ ਨਾਲ ਇਹ ਟੀਕੇ ਲਾਉਣ ਦਾ ਜਿਹੜਾ ਕੰਮ ਆ ਉੱਥੇ ਹੁਣ ਸ਼ੁਰੂ ਹੋ ਚੁੱਕਾ ਆ। ਤੇ ਨਾਲ ਉਹਨਾਂ ਨੇ ਕਿਹਾ ਇਸ ਤੋਂ ਬਾਅਦ ਅਸੀਂ ਸਿੰਘੂ ਬਾਰਡਰ ਤੇ ਵੀ ਆਪਣਾ ਪ੍ਰਬੰਧ ਕਰ ਰਹੇ ਹਾਂ। ਇੱਦਾਂ ਦੀਆਂ ਜਿਹੜੀਆਂ ਰੂਹਾਂ ਆ, ਜਿਹੜਾ ਆਪਣਾ ਏਡਾ ਵੱਡਾ ਆਪਣਾ ਕੈਰੀਅਰ ਛੱਡ ਕੇ ਅੱਜ ਉਸ ਅੰਦੋਲਨ ਨਾਲ ਜੁੜੇ ਬੈਠੇ ਆ, ਇਸੇ ਕਰਕੇ ਅੰਦੋਲਨ ਜਿਹੜਾ ਆ ਇਸ ਵੇਲੇ ਚੰਗੇ ਹਾਲਾਤਾਂ 'ਚ ਆ, ਚੜ੍ਹਦੀ ਕਲਾ 'ਚ ਆ, ਤੇ ਲੱਗਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੰਦੋਲਨ ਜਿਹੜਾ ਆ ਇਸੇ ਤਰ੍ਹਾਂ ਆਪਣੀ ਜਿਹੜੀ ਸੇਧ ਨੂੰ ਲੈ ਕੇ ਚੱਲ ਰਿਹਾ ਹੈ ਉਹ ਸੇਧ ਰਾਹੀਂ ਨਿਸ਼ਾਨੇ ਤੇ ਜ਼ਰੂਰ ਪਹੁੰਚੂਗਾ। ਪੰਜਾਬੀਅਤ ਜਿਹੜੀ ਉੱਥੇ ਬਿਲਕੁਲ ਠਾਠਾ ਮਾਰਦੀ ਆ। ਪੰਜਾਬੀਅਤ ਤੋਂ ਕਹਿਣ ਦਾ ਮੇਰਾ ਮਤਲਬ ਸਿਰਫ ਪੰਜਾਬ ਦੇ ਲੋਕਾਂ ਦਾ ਨਹੀਂ ਹੈ, ਜੋ ਇਸ ਖਿੱਤੇ ਦੇ ਨਾਰਥ ਦੇ ਲੋਕ ਨੇ, ਚਾਹੇ ਉਹ ਪੰਜਾਬ ਦੇ ਨੇ, ਚਾਹੇ ਉਹ ਹਰਿਆਣਾ ਦੇ ਨੇ, ਸਾਰੇ ਉੱਥੇ ਇਕਜੁੱਟ ਹੋ ਕੇ ਆਪਣੇ ਉਸ ਮਿਸ਼ਨ ਦੀ ਪ੍ਰਾਪਤੀ ਲਈ ਹਾਲੇ ਵੀ ਉਸੇ ਤਰੀਕੇ ਨਾਲ, ਉਸੇ ਜੋਸ਼ ਨਾਲ ਇਕਜੁੱਟ ਨੇ।
ਤੇ ਬੀਤੇ ਦਿਨਾਂ 'ਚ ਗੁਰਨਾਮ ਸਿੰਘ ਚੜੂਨੀ ਜਿਹੜੇ ਹਰਿਆਣੇ ਤੋਂ ਵੱਡੇ ਕਿਸਾਨ ਲੀਡਰ ਨੇ, ਉਹਨਾਂ ਦਾ ਇੱਕ ਬਿਆਨ ਸੀਗਾ ਚੋਣਾਂ ਲੜਨ ਨੂੰ ਲੈ ਕੇ, ਉਹਨਾਂ ਨੇ ਇੱਕ ਸਲਾਹ ਦਿੱਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦਾ ਦੌਰਾ ਵੀ ਕੀਤਾ। ਕੀ ਕਹਿ ਰਹੇ ਨੇ ਚੜੂਨੀ ਸਾਹਿਬ ਅੱਜਕੱਲ? ਚੜੂਨੀ ਸਾਹਿਬ ਦੀ ਮੈਂ ਜਾਂਦੇ ਹੀ 5-6 ਤਰੀਕ ਨੂੰ ਇਹਨਾਂ ਦੀ ਇੰਟਰਵਿਊ ਕੀਤੀ ਸੀਗੀ ਤੇ ਉਸ ਇੰਟਰਵਿਊ ਤੋਂ ਬਾਅਦ ਮੇਰੇ ਖਿਆਲ ਦੇ ਘੰਟੇ ਬਾਅਦ ਹੀ ਉਹਨਾਂ ਦਾ ਕਿਸੇ ਹੋਰ ਚੈਨਲ ਤੇ ਇਹ ਬਿਆਨ ਆ ਗਿਆ, ਪਰ ਸਾਡੀ ਇੰਟਰਵਿਊ 'ਚ ਉਹਨਾਂ ਨੇ ਇਹ ਬਿਆਨ ਨਹੀਂ ਸੀ ਦਿੱਤਾ। ਤੇ ਫਿਰ ਜਦੋਂ ਉਸ ਸਾਰੀ ਗੱਲਬਾਤ ਹੋਈ ਤਾਂ ਉਹਨੇ ਫਿਰ ਮੈਂ ਕਹਿਤਾ ਜੀ ਮੇਰਾ ਨਿੱਜੀ ਬਿਆਨ ਆ, ਪਰ ਕਿਸਾਨ ਜਥੇਬੰਦੀਆਂ ਤਕਰੀਬਨ ਜਿਹੜੀਆਂ 31-32 ਪੰਜਾਬ ਦੀਆਂ ਹੈਗੀਆਂ, ਉਹਨਾਂ ਨੇ ਸਾਰਿਆਂ ਨੇ ਇਸ ਬਿਆਨ ਦਾ ਜਿਹੜਾ ਸੀਗਾ ਉਹ ਮਤਲਬ ਖੰਡਨ ਕੀਤਾ ਕਿ ਪੰਜਾਬ ਦੀ ਸਿਆਸਤ ਵਿੱਚ ਜੇ ਅਸੀਂ ਉਲਝਾਂਗੇ ਤੇ ਸਾਡਾ ਅੰਦੋਲਨ ਜਿਹੜਾ ਉਹ ਫਿੱਕਾ ਪੈ ਸਕਦਾ। ਇਸ ਨਜ਼ਰੀਏ ਤੋਂ ਉਹ 'ਚ ਬਲਵੀਰ ਸਿੰਘ ਰਾਜੇਵਾਲ ਦਾ ਵੀ ਆਇਆ, ਰਜਿੰਦਰ ਸਿੰਘ ਦੀਪ ਸਿੰਘ ਵਾਲੇ ਦਾ ਬਿਆਨ ਵੀ ਆਇਆ। ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਜਿਹੜਾ ਅੰਦੋਲਨ ਕਰ ਰਹੇ ਹਾਂ ਉਹ ਸਾਨੂੰ ਪਹਿਲਾਂ ਸਮਝਣਾ ਪਊਗਾ ਵੀ ਅਸੀਂ ਇਲੈਕਸ਼ਨਾਂ ਲੜਨ ਲਈ ਕਰ ਰਹੇ ਹਾਂ ਕਿ ਜਾਂ ਖੇਤੀ ਕਾਨੂੰਨਾਂ ਦਾ ਜੋ ਤਿੰਨਾਂ ਦਾ ਅਸੀਂ ਵਿਰੋਧ ਕਰਨ ਲਈ ਇੱਥੇ ਆਏ ਹਾਂ, ਅਸੀਂ ਉਹ ਜਿੱਤਣਾ ਆ, MSP ਤੇ ਕਾਨੂੰਨ ਬਣਾਉਣਾ ਆ, ਤੇ ਇਹ ਸਾਡਾ ਇੱਕ ਜਿਹੜਾ ਟਾਰਗੇਟ ਆ ਪਹਿਲਾਂ ਸਾਨੂੰ ਉਹ ਪਹਿਲਾਂ ਮਿੱਥਣਾ ਪਊਗਾ ਵੀ ਅਸੀਂ ਇਲੈਕਸ਼ਨਾਂ ਲਈ ਅੰਦੋਲਨ ਕਰ ਰਹੇ ਹਾਂ ਕਿ ਜਾਂ ਅਸੀਂ ਆਪਣੀਆਂ ਮੰਗਾਂ ਹੱਕਾਂ ਲਈ ਕਰ ਰਹੇ ਹਾਂ। ਡਾਕਟਰ ਦਰਸ਼ਨਪਾਲ ਨੇ ਬਹੁਤ ਸੋਹਣੇ ਤਰੀਕੇ ਨਾਲ ਕਿਹਾ ਸੀ ਕਿ ਅਸੀਂ ਇਲੈਕਸ਼ਨ ਨਹੀਂ ਲੜ ਰਹੇ, ਹਾਲੇ ਸਾਡਾ ਕੋਈ ਪਲਾਨ ਨਹੀਂ ਹੈਗਾ। ਜੇ ਫਿਊਚਰ 'ਚ ਸਾਡਾ ਕੋਈ ਪਲਾਨ ਬਣਿਆ ਤਾਂ ਅਸੀਂ ਇਹਦੇ ਲਈ ਵੀ ਚਿੰਤਨ ਮੰਥਨ ਕਰਾਂਗੇ ਤੇ ਸਾਰੇ ਜਾਣੇ ਬੈਠ ਕੇ ਸਲਾਹ ਕਰਾਂਗੇ, ਪਰ ਹਾਲੇ ਉਹ ਸਮਾਂ ਨਹੀਂ ਆਇਆ। ਜੀ, ਉਹਦੇ ਵਿੱਚ ਫਿਰ ਮੈਂ ਗਾਜੀਪੁਰ ਬਾਰਡਰ ਤੇ ਜਿਵੇਂ ਦੇਖਿਆ ਕਿ ਰਕੇਸ਼ ਟਕੈਤ ਜੀ ਆ, ਉਹਨਾਂ ਦੀ ਵੀ ਇੰਟਰਵਿਊ ਕੀਤੀ। ਉਹਨਾਂ ਨੇ ਵੀ ਇਹ ਸਵਾਲ, ਉਹ ਕਹਿੰਦਾ ਵੈਸੇ ਤੇ ਪੰਜਾਬ ਦੀਆਂ ਜਥੇਬੰਦੀਆਂ ਦੇਖਣ ਵੀ ਪੰਜਾਬ 'ਚੋਂ ਨਹੀਂ ਕੀ ਕਰਨਾ ਹੈ, ਤੇ ਜੇ ਹਰਿਆਣੇ ਵਾਲੇ ਹਰਿਆਣੇ 'ਚ ਦੇਖਣਗੇ, ਯੂਪੀ ਵਾਲੇ ਅਸੀਂ ਦੇਖਾਂਗੇ ਵੀ ਕੀ ਆ। ਹਾਂ, ਅਸੀਂ ਸੰਯੁਕਤ ਮੋਰਚੇ ਦੇ ਵਿੱਚ ਕੋਈ ਫੈਸਲਾ ਰੱਖ ਸਕਦੇ ਹਾਂ, ਜੇ ਉੱਥੋਂ ਕੋਈ ਪਾਸ ਹੁੰਦਾ ਆ ਫਿਰ ਹੀ ਸਾਨੂੰ ਲੋਕਾਂ ਦੇ ਵਿੱਚ ਉਹ ਗੱਲ ਡਿਲੀਵਰ ਕਰਨੀ ਚਾਹੀਦੀ ਹੈ ਵੀ ਇਹ ਚੜੂਨੀ ਸਾਹਿਬ ਦਾ ਨਿੱਜੀ ਬਿਆਨ ਆ। ਚੜੂਨੀ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਵੀ ਇਹ ਮੇਰਾ ਇੱਕ ਖਿਆਲ ਆ, ਮੇਰਾ ਮਤ ਆ, ਇਹ ਕੋਈ ਫੈਸਲਾ ਨਹੀਂ ਹੈਗਾ। ਤੇ ਇਹ ਗੱਲ ਜੋ ਚੱਲੀ ਆ ਤਾਂ ਅਕਸਰ ਨੂੰ ਕਿਤੇ ਨਾ ਕਿਤੇ ਚੰਗਾੜੀ ਤਾਂ ਕਿਤੇ ਨਾ ਕਿਤੇ ਕੋਈ ਸੁਲਗੀ ਆ ਜ਼ਰੂਰ। ਤੇ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀਗੇ ਵੀ ਗਾਜੀਪੁਰ ਬਾਰਡਰ ਤੇ ਵੀ ਰਕੇਸ਼ ਟਕੈਤ ਨੇ ਜਿਸ ਤਰ੍ਹਾਂ ਉੱਥੇ ਇਸ ਵੇਲੇ ਆਪਣੀ ਹਾਜ਼ਰੀ ਵਧਾਤੀ ਆ, ਡੇਲੀ ਉਹ ਮੋਰਚੇ ਦੇ ਵਿੱਚ ਘੁੰਮਦੇ ਫਿਰਦੇ ਆ, ਹਰ ਇੱਕ ਟੈਂਟ ਦੇ ਵਿੱਚ ਜਾ ਕੇ ਮਿਲਦੇ ਆ। ਇੱਕ ਉੱਥੇ ਮਹਾਰਾਸ਼ਟਰ ਤੋਂ 110 ਸਾਲ ਦਾ ਬਜ਼ੁਰਗ ਆਇਆ ਸੀਗਾ, 110 ਸਾਲ ਦਾ ਬਜ਼ੁਰਗ ਜਿਹੜਾ ਉੱਥੇ ਬੈਠਾ ਸੀ, ਉਹਨਾਂ ਨੇ ਮੁਲਾਕਾਤਾਂ ਵੀ ਕੀਤੀਆਂ। ਇਸ ਕਰਕੇ ਜਿਹੜਾ ਟੱਚ ਹੈ ਇਸ ਵੇਲੇ ਲੀਡਰਾਂ ਦਾ, ਉਹ ਕਿਸਾਨਾਂ ਦੇ ਨਾਲ, ਵਰਕਰਾਂ ਦੇ ਨਾਲ, ਵਲੰਟੀਅਰ ਦੇ ਨਾਲ, ਉਹ ਤਿੰਨਾਂ ਹੀ ਬਾਰਡਰਾਂ ਦੇ ਉੱਤੇ ਬਿਲਕੁਲ ਬਰੀਕੀ ਦੇ ਨਾਲ ਇਸ ਵੇਲੇ ਵੱਧ ਚੁੱਕਾ ਆ, ਕਿਉਂਕਿ ਹੁਣ ਇੱਕ ਸੋਚ ਬਣ ਗਈ ਆ। ਤੇ ਜਿਹੜੀ ਗੱਲ ਆਪਾਂ ਕਰਾਂਗੇ ਵੀ 22 ਤਰੀਕ ਤੋਂ ਸੰਸਦ ਦਾ ਚੱਲ ਰਿਹਾ, ਉਸ ਤੋਂ ਬਾਅਦ 2 ਦਿਨ ਬਾਅਦ ਤਾਂ ਸਰਾਈਆਂ ਦੇ ਕੇ ਉਹਨੂੰ ਮੁਲਤਵੀ ਕਰ ਦੇਣਾ ਹੁੰਦਾ। 22 ਤਰੀਕ ਤੋਂ ਰੈਗੂਲਰ, 22 ਜੁਲਾਈ ਤੋਂ ਰੈਗੂਲਰ ਮੌਨਸੂਨ ਸੈਸ਼ਨ ਜਿਹੜਾ ਚੱਲ ਰਿਹਾ, ਉਹਦੇ ਤੇ ਜਿਹੜਾ ਉਹਨੇ ਫੈਸਲਾ ਵੱਡੇ ਪੱਧਰ ਤੇ ਕੀਤਾ ਕਿ ਅਸੀਂ 200 ਕਿਸਾਨ ਡੇਲੀ ਸੰਸਦ ਮਾਰਚ ਕਰਾਂਗੇ ਤੇ ਮਾਰਚ ਕਰਨ ਤੋਂ ਬਾਅਦ ਅਸੀਂ ਉੱਥੇ ਵਿਰੋਧ ਕਰਾਂਗੇ। ਬਿਲਕੁਲ ਸਾਹਿਬ, ਅਸੀਂ ਗੱਲ ਕਰਨੀ ਸੀ ਹਾਲੇ ਕਿ ਚੜੂਨੀ ਸਾਹਿਬ ਨੇ ਜਿਹੜਾ ਪੰਜਾਬ ਦੌਰਾ ਕੀਤਾ, ਉਹਨਾਂ ਨੇ ਕੀ ਗੱਲਾਂ ਕੀਤੀਆਂ, ਤੇ ਲੈਨੇ ਆ ਇੱਕ ਬ੍ਰੇਕ। ਮਿਲਦੇ ਹਾਂ ਜੀ ਇਸੇ ਪ੍ਰੋਗਰਾਮ ਵਿੱਚ ਵਕਫੇ ਤੋਂ ਬਾਅਦ, ਫਿਰ ਕਰਦੇ ਹਾਂ ਹੋਰ ਗੱਲਬਾਤ ਬਿਲਗਾ ਸਾਹਿਬ ਨਾਲ। ਬ੍ਰੇਕ ਤੋਂ ਬਾਅਦ ਵਾਪਸੀ ਕਰਦੇ ਹਾਂ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਤੇ ਬਿਲਗਾ ਸਾਹਿਬ, ਚੜੂਨੀ ਸਾਹਿਬ ਨੇ ਉਹ ਗੱਲ ਜਿਹੜੀ ਕਹੀ, ਉਹਨਾਂ ਦੀ ਨਿੱਜੀ ਰਾਏ ਸੀ ਜਾਂ ਨਹੀਂ, ਇਹ ਗੱਲ ਇੱਕ ਵੱਖਰੀ ਆ, ਪਰ ਬਹੁਤ ਸਾਰੇ ਪੰਜਾਬੀ ਵੀ ਇਹ ਗੱਲ ਸੋਚਦੇ ਨੇ ਕਿ ਕਿਸਾਨਾਂ ਨੂੰ ਇੱਕ ਧੜੇ ਦੇ ਰੂਪ ਦੇ ਵਿੱਚ, ਇੱਕ ਪੋਲੀਟੀਕਲ ਧਿਰ ਦੇ ਰੂਪ ਵਿੱਚ ਸਾਹਮਣੇ ਆ ਜਾਣਾ ਚਾਹੀਦਾ ਜੀ। ਉਹਦੀ ਵਜ੍ਹਾ ਇਹ ਵੀ ਆ ਕਿ ਹਰ ਵਾਰ ਜਦੋਂ ਅਸੀਂ ਕਿਸੇ ਪੋਲੀਟੀਕਲ ਪਾਰਟੀ ਤੇ ਦਾਅ ਲਾਉਂਦੇ ਆ, ਚਾਹੇ ਅਸੀਂ ਅਕਾਲੀਆਂ ਨੂੰ ਵੋਟਾਂ ਪਾਉਂਦੇ ਆ, ਚਾਹੇ ਅਸੀਂ ਕਾਂਗਰਸੀਆਂ ਨੂੰ ਪਾਉਂਦੇ ਆ, ਚਾਹੇ ਅਸੀਂ ਜਨਤਾ ਦਲ ਨੂੰ ਪਾਉਂਦੇ ਆ, ਤੇ 4 ਜਾਂ 5 ਸਾਲ ਬਾਅਦ ਅਸੀਂ ਠੱਗੇ ਹੋਏ ਮਹਿਸੂਸ ਕਰਦੇ ਹਾਂ ਜੀ। ਇਸੇ ਕਰਕੇ ਇੱਕ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਦਿੱਲੀ ਦੀ ਸਰਕਾਰ 2 ਵਾਰ ਬਣਾ ਬੈਠੀ ਆ, ਪਰ ਲੋਕ ਬਹੁਤੇ ਉਹਨਾਂ ਤੋਂ ਵੀ ਖੁਸ਼ ਜਿਹੜੇ ਆ ਨਹੀਂ ਜਾਪਦੇ। ਬੇਸ਼ੱਕ ਸਰਕਾਰ ਉਹਨਾਂ ਨੇ ਦੂਜੀ ਵਾਰ ਵੀ ਬਣਾ ਲਈ ਜੀ। ਤੇ ਰਾਜਨੀਤੀ ਦੇ ਵਿੱਚ ਦੂਜੀ, ਤੀਜੀ, ਚੌਥੀ ਧਿਰ ਦੀ ਜਿਹੜੀ ਜਗ੍ਹਾ ਆ, ਉਹ ਬਹੁਤ ਸਾਰੇ ਵਿਦਵਾਨ ਮੰਨਦੇ ਨੇ ਕਿ ਹੈਗੀ ਆ, ਬਹੁਤ ਸਾਰੇ ਕਹਿੰਦੇ ਨੇ ਕਿ ਨਹੀਂ ਹੈਗੀ ਜੀ। ਜਿਹੜੇ ਕਹਿੰਦੇ ਆ ਨਹੀਂ ਹੈਗੀ, ਉਹਨਾਂ ਦੀ ਸੋਚ ਜਿਹੜੀ ਆ ਉਹ ਪੱਛਮ ਵਾਲੀ ਆ ਕਿ 2 ਪਾਰਟੀਆਂ ਹੁੰਦੀਆਂ ਨੇ, ਲਿਬਰਲ ਨੇ ਤੇ ਡੈਮੋਕ੍ਰੈਟਸ ਨੇ, ਜਾਂ ਲਿਬਰਲ ਨੇ ਤੇ ਦੂਸਰੇ ਨੇ, ਤੇ ਉਹਨਾਂ ਦਾ ਜਿਹੜਾ ਆਪਸ ਦੇ ਵਿੱਚ ਚੱਲਦਾ ਰਹਿੰਦਾ। ਪਰ ਸਾਡੇ ਜਿੱਦਾਂ ਦਾ ਡਾਈਵਰਸੀਫਿਕੇਸ਼ਨ, ਜਿੱਦਾਂ ਦੀਆਂ ਵਿਭਿੰਨਤਾਵਾਂ ਸਾਡੇ ਸਮਾਜ 'ਚ ਨੇ, ਸਾਡੀ ਸੁਸਾਇਟੀ 'ਚ ਨੇ, ਉਹਨੂੰ ਦੇਖਦੇ ਹੋਏ ਲੱਗਦਾ ਕਿ ਦੂਸਰੀ ਧਿਰ ਜਾਂ ਤੀਸਰੀ ਧਿਰ ਜਾਂ ਚੌਥੀ ਧਿਰ ਵੀ ਜੀ ਹੋ ਸਕਦੀ ਆ। ਕਿਉਂਕਿ ਜਿੱਦਾਂ ਅਸੀਂ ਦੇਖਦੇ ਹਾਂ ਕਿ ਰਾਜਨੀਤੀ ਦੇ ਵਿੱਚ ਗੁੰਝਲਾਂ ਜਿਹੜੀਆਂ ਆ, ਉਹ ਜਦੋਂ ਸਮਝ 'ਚ ਆਉਂਦੀਆਂ ਆ, ਫਿਰ ਸਾਨੂੰ ਕਈ ਵਾਰ ਇਹ ਲੱਗਦਾ ਜਦੋਂ ਇਹਨਾਂ ਫੈਸਲਿਆਂ ਨੂੰ ਅਸੀਂ ਪੜਚੋਲ ਕਰਦੇ ਹਾਂ, ਫਿਰ ਉੱਪਰ ਜਾ ਕੇ ਦੋਨੋਂ ਧਿਰਾਂ ਜਿਹੜੀਆਂ ਉਹ ਰਲੀਆਂ ਵੀ ਲੱਗਦੀਆਂ ਜੀ। ਕਹਿਣ ਨੂੰ ਇਹਨਾਂ ਦੇ ਸੰਵਿਧਾਨ ਵੱਖਰੇ ਲਿਖੇ ਹੋਏ ਨੇ, ਪਰ ਉਹਦੇ ਵਿੱਚੋਂ ਨਿਕਲਦਾ ਕੁਝ ਜਾਪਦਾ ਨਹੀਂ, ਤੇ ਆਮ ਲੋਕਾਂ ਦੀ ਭਲਾਈ ਲਈ ਇਹਨਾਂ ਦੇ ਜਿਹੜੇ ਕੰਮ ਆ ਉਹ ਘੱਟ ਨਜ਼ਰ ਆਉਂਦੇ ਆ। ਅਸੀਂ ਵਾਪਸ ਮੁੜਦੇ ਹਾਂ ਆਪਣੇ ਹੀ ਮੁੱਦੇ ਤੇ ਅਸੀਂ ਗੱਲ ਕਰ ਰਹੇ ਸੀ ਚੜੂਨੀ ਸਾਹਿਬ ਦੇ ਪੰਜਾਬ ਦੌਰੇ ਦੀ ਜੀ। ਉਹਨਾਂ ਨੇ ਕੋਈ ਵੱਖਰੀ ਗੱਲ ਕੀਤੀ ਇੱਥੇ ਆ ਕੇ, ਜਾਂ ਸਿਰਫ ਲੋਕਾਂ ਨੂੰ ਲਾਮਬੰਦ ਕਰਨ ਦੀ ਹੀ ਗੱਲ ਹੋਈ? ਬਿਲਕੁਲ ਸ਼ਰਮਾ ਜੀ, ਇਹ ਜਦੋਂ ਚੜੂਨੀ ਸਾਹਿਬ ਦੀ ਮੈਂ ਇੰਟਰਵਿਊ ਕੀਤੀ ਆ ਤੇ ਉੱਥੇ ਵੀ ਉਹਨਾਂ ਨਾਲ ਮੈਂ ਸਵਾਲ ਕੀਤਾ ਸੀਗਾ ਜੀ ਵੀ ਜਿਹੜਾ ਤੁਸੀਂ ਹੁਣ ਪੰਜਾਬ ਦੇ ਵਿੱਚ ਆਪਣਾ ਵੱਖਰਾ ਡੇਰਾ ਬਾਬਾ ਨਾਨਕ ਤੋਂ ਨਹੀਂ ਜਥਾ ਤੋਰਿਆ ਜੀ, ਵੀ ਉੱਥੋਂ ਲੈ ਕੇ ਤੋਂ ਬਾਇਆ ਗੁਰਦਾਸਪੁਰ ਬਟਾਲਾ ਹੁੰਦਾ ਹੋਇਆ ਜਲੰਧਰ, ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਜਾ ਕੇ ਰਾਤ ਰਹੇ ਆ, ਤੇ ਉੱਥੋਂ ਮਤਲਬ ਅੱਜ ਉਹਨੀ ਸਿੰਘੂ ਬਾਰਡਰ ਪਹੁੰਚਣਾ ਹੈ ਜੀ। ਵੀ
ਇਸ ਜਿਹੜੀ ਨਵੀਂ ਫੇਰੀ ਇਹਦਾ ਮਤਲਬ ਕੀ ਆ, ਵੀ ਇਹਦੇ ਵਿੱਚੋਂ ਉਸ ਤੋਂ ਬਾਅਦ ਬਿਆਨ ਦਿੰਦੇ ਹੋ ਪੰਜਾਬ ਦੀ ਰਾਜਨੀਤੀ ਵਾਲਾ ਜਾਂ ਇਲੈਕਸ਼ਨ ਵਾਲਾ, ਤੇ ਵੀ ਇਹਦੇ ਵਿੱਚੋਂ ਕੁਝ ਰਾਜਨੀਤਿਕ ਤੌਰ ਤੇ ਕੋਈ ਵਿੱਚ ਕੱਢਣ ਦੀ ਗੱਲ ਹੈ ਕਿ ਜਾਂ ਫਿਰ ਉਹਨੂੰ ਮੈਂ ਇੱਕ ਸਵਾਲ ਕੀਤਾ ਸੀਗਾ ਵੀ ਤੁਸੀਂ ਹਰਿਆਣੇ ਦੇ ਭਾਰਤੀ ਕਿਸਾਨ ਯੂਨੀਅਨ ਦੀ ਨੀਟ ਵੀ ਤੁਸੀਂ ਆਪਣਾ ਯੂਨਿਟ ਜਾਂ ਆਪਣੀ ਇਕਾਈ ਪੰਜਾਬ ਵਿੱਚ ਵੀ ਸਥਾਪਿਤ ਕਰਨੀ ਚਾਹੁੰਦੇ ਆ ਜੀ, ਤੇ ਉਹਨਾਂ ਨੇ ਫਿਰ ਇਸ ਗੱਲ ਨੂੰ ਗੋਲ-ਮੋਲ ਕਰ ਦਿੱਤਾ ਬਈ ਅਸੀਂ ਉੱਥੇ ਆਪਣੀ ਇਕਾਈ ਨਹੀਂ, ਵੀ ਇਹ ਸਾਰੀਆਂ ਜਥੇਬੰਦੀਆਂ ਰਲ ਕੇ ਅਸੀਂ ਜਥਾ ਲਿਆ ਰਹੇ ਹਾਂ। ਸੰਯੁਕਤ ਮੋਰਚੇ ਵਾਲੀ ਗੱਲ ਤੋਂ ਵੀ ਉਹਨੀ ਮਤਲਬ ਇਹ ਗੱਲ ਤੋਂ ਕੰਨੀ ਕਤਰਾ ਲਈ ਵੀ ਸੰਯੁਕਤ ਮੋਰਚੇ ਦੀ ਕਾਲ ਨਹੀਂ। ਵੈਸੇ ਯਾਨੀ ਕਿ ਹੁਣ ਆਪਾਂ ਕੱਲ੍ਹ ਦੇ ਦੌਰੇ ਤੋਂ ਬਾਅਦ ਦੇਖਿਆ ਵੀ ਇਹ ਉਹਨਾਂ ਦਾ ਇੱਕ ਨਿੱਜੀ ਦੌਰਾ ਸੀਗਾ ਜੀ। ਕੁਛ ਲੋਕ ਉਹ ਜਿਹੜੇ ਗੁਰਦਾਸਪੁਰ ਜ਼ਿਲ੍ਹੇ ਦੇ ਜਾਂ ਮਾਝੇ ਦੇ ਆਪਾਂ ਲੋਕ ਕਹਿ ਲਈਏ, ਉਹ ਲੋਕ ਜਿਹੜੇ ਆਪਣੀਆਂ ਪੰਜਾਬ ਦੀਆਂ ਜਥੇਬੰਦੀਆਂ ਦੇ ਨਾਲ ਕਿਸੇ ਤਰ੍ਹਾਂ ਵੀ ਕੋਈ ਆਪਣਾ ਟਕਰਾਓ ਰੱਖਦੀਆਂ ਜਾਂ ਉਹਨਾਂ ਦੇ ਨਾਲ ਕੋਈ ਸਹਿਮਤੀ ਨਹੀਂ ਰੱਖਦੀਆਂ ਜਾਂ ਮਤਲਬ ਕਹਿੰਦੇ ਵੀ ਆਪਣੀ ਕੋਈ ਨਵੀਂ ਸਪੇਸ ਭਾਲਦੀਆਂ ਆ, ਉਹ ਲੋਕ ਜਾਂ ਉਹ ਸਮੂਹ ਨੇ ਇਕੱਠੇ ਹੋ ਕੇ ਇਹ ਕੱਲ੍ਹ ਦਾ ਦੌਰਾ ਜਿਹੜਾ ਸੀਗਾ ਉਹਨਾਂ ਦਾ ਪੰਜਾਬ ਦਾ ਜਿਹੜਾ ਸੀਗਾ ਉਹ ਲੀਕਿਆ ਸੀਗਾ ਜੀ। ਤੇ ਜਿਹੜੀ ਗੱਲ ਆਪਾਂ ਕਰਦੇ ਹਾਂ ਵੀ ਉਹ ਹੁਣ ਜਥੇਬੰਦੀਆਂ ਦੇ ਵਿੱਚ ਜਿਹੜੀਆਂ ਸੰਯੁਕਤ ਮੋਰਚੇ ਦੀਆਂ ਉਹਦੇ ਵਿੱਚੋਂ ਕੋਈ ਬਾਹਲਾ ਵੱਡਾ ਰਾਜੇਵਾਲ ਸਾਹਿਬ ਦਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੱਡਾ ਜਥੇਬੰਦੀ ਦਾ ਘੱਟ ਇੱਕ ਉਹ ਵੀ ਇਨਵੋਲਵ ਨਹੀਂ ਹੋਈ। ਹੋਰ ਵੀ ਜਥੇਬੰਦੀਆਂ ਜਿਹੜੀਆਂ ਸੀਗੀਆਂ ਹਰਮੀਤ ਕਾਦੀਆਂ ਵਾਲੀ ਹੋ ਗਈ ਜਾਂ ਹੋਰ ਜਥੇਬੰਦੀਆਂ ਕਿਸੇ ਨੇ ਵਿੱਚ ਕੋਈ ਜ਼ਿਆਦਾ ਇਨਵੋਲਵੈਂਸ ਨਹੀਂ ਦਿਖਾਲੀ। ਇੱਕ ਉਹਨਾਂ ਦਾ ਨਿੱਜੀ ਜਿਹਾ ਸੀਗਾ ਦੌਰਾ, ਤੇ ਪਰ ਆਪਾਂ ਦੇਖਦੇ ਹਾਂ ਕਿ ਕਿਸਾਨਾਂ ਦੇ ਵਿੱਚ ਉਤਸ਼ਾਹ ਸੀਗਾ ਤੇ ਇਹਦੇ ਵਿੱਚ ਵੀ ਦੇਖਿਆ ਜਾਂਦਾ ਵੀ ਪੰਜਾਬ ਦੀ ਰਾਜਨੀਤੀ ਵਿੱਚ ਜਿਹੜਾ ਪਿਛਲਾ ਬਿਆਨ ਆਇਆ ਸੀਗਾ ਉਹਨੇ ਕਿਤੇ ਨਾ ਕਿਤੇ ਤਾਰ ਤਾਂ ਹਿਲਾਈ ਆ। ਜਿਹੜੀ ਗੱਲ ਤੁਸੀਂ ਕੀਤੀ ਆ ਕਿ ਤੀਜੇ ਚੌਥੇ ਬਦਲ ਦੀ ਲੋਕ ਦੇਖ ਰਹੇ ਆ, ਇਹ ਸ਼ਰਮਾ ਜੀ ਅੱਜ ਦੀ ਗੱਲ ਨਹੀਂ ਹੈਗੀ, ਇਹ ਪਿਛਲੇ ਜੋ ਆਪਾਂ ਬਲਵੰਤ ਸਿੰਘ ਰਾਮੂਵਾਲੀਆ ਤੋਂ ਲੈ ਲਈਏ, ਟੌੜਾ ਸਾਹਿਬ ਤੋਂ ਦੇਖ ਲਈਏ, ਇਹ ਉਦੋਂ ਤੋਂ ਹੀ ਇੱਕ ਪੰਜਾਬੀਆਂ ਦੀ ਬਹੁਤ ਵੱਡੀ ਮੰਗ, ਭੁੱਖ, ਤਲਾਸ਼ ਇਹ ਹੈਗੀ ਆ ਵੀ ਪੰਜਾਬ ਦੇ ਵਿੱਚ ਇਹ ਰਵਾਇਤੀ ਜਾਂ ਸਥਾਪਤੀ ਜਿਹੜੀਆਂ ਦੋ ਧਿਰਾਂ ਆ ਇਹਨਾਂ ਤੋਂ ਬਿਨਾਂ ਕੁਛ ਤੀਜਾ ਹੋਣਾ ਚਾਹੀਦਾ। ਭਾਵੇਂ ਕਿ ਹਜੇ ਤੱਕ ਕੋਈ ਵੱਡੀ ਕਾਮਯਾਬੀ ਇਸ ਗੱਲ ਨੂੰ ਨਹੀਂ ਮਿਲੀ, ਨਾ ਬਲਵੰਤ ਸਿੰਘ ਰਾਮੂਵਾਲੀਆ ਵੇਲੇ, ਨਾ ਮਨਪ੍ਰੀਤ ਬਾਦਲ ਜੀ ਵੇਲੇ, ਤੇ ਚਾਹੇ ਟੌੜਾ ਗਰੁੱਪ ਨੇ ਵੱਖਰੇ ਹੋ ਕੇ ਇਲੈਕਸ਼ਨ ਉਸ ਵੇਲੇ ਲੜੀ ਨਾ ਉਹਨਾਂ ਨੂੰ। ਦੋ ਵਾਰ ਮੈਨੂੰ ਇਦਾਂ ਲੱਗਦਾ ਕਿ ਥੋੜੀ ਜਿਹੀ ਚੇਂਜ ਨਜ਼ਰ ਆਈ ਸੀ। ਇੱਕ ਵਾਰ ਤੇ ਜਦੋਂ ਬੀਐਸਪੀ ਨੂੰ ਕੁਝ ਸੀਟਾਂ ਮਿਲੀਆਂ ਸੀ ਵਿਧਾਨ ਸਭਾ ਦੇ ਵਿੱਚ ਜੀ, ਤੇ ਦੂਸਰੀ ਵਾਰ ਜਦੋਂ ਆਮ ਆਦਮੀ ਪਾਰਟੀ ਨੂੰ ਪਿਛਲੀਆਂ ਇਲੈਕਸ਼ਨਸ ਦੇ ਵਿੱਚ 4 ਐਮਪੀ ਦੀਆਂ ਸੀਟਾਂ ਮਿਲਦੀਆਂ, ਉਦੋਂ ਲੱਗਦਾ ਸੀਗਾ ਕਿ ਇਹ ਵੱਡੇ ਬਦਲ ਦੇ ਤੌਰ ਤੇ ਸਾਹਮਣੇ ਆਉਣਗੇ ਜੀ। ਜਿਵੇਂ ਪੀਡੀਏ ਵੀ ਬਣਿਆ ਸੀਗਾ, ਪੀਡੀਏ ਵੀ ਐਮਪੀ ਇਲੈਕਸ਼ਨ ਦੇ ਵਿੱਚ ਜੇ ਵਿਧਾਨ ਸਭਾ ਨੂੰ ਸਾਰੀਆਂ ਨੂੰ ਜੋੜਿਆ ਜਾਵੇ ਲੋਕ ਸਭਾ ਦੇ ਹਲਕੇ ਦੇ ਵਿੱਚ ਵਧੀਆ ਵੋਟ ਉਹ ਲੈ ਗਏ ਸੀ, ਪਰ ਕਹਿੰਦੇ ਹੁੰਦੇ ਵੀ ਉਹ ਬਦਕਿਸਮਤੀ ਇਹਨਾਂ ਸਾਰੇ ਲੀਡਰਾਂ ਦੀ, ਚਾਹੇ ਉਹ ਸੁਖਪਾਲ ਸਿੰਘ ਖਹਿਰਾ ਨੇ ਜਿਹਨੇ ਬਣਾਇਆ ਸੀ, ਅੱਜ ਉਹ ਵੀ ਮਤਲਬ ਕਾਂਗਰਸ ਵਾਲੇ ਜਹਾਜ਼ 'ਚ ਚੜ੍ਹ ਗਏ ਆ, ਭਾਵੇਂ ਕਿ ਐਮਐਲਏ ਹਜੇ ਉਹ ਵੀ ਆਮ ਆਦਮੀ ਪਾਰਟੀ ਦੇ ਆ। ਤੇ ਇਹ ਆਪਾਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਵੀ ਜਿੱਦਾਂ ਪਿਛਲੀ ਵਾਰੀ ਹੰਬਲਾ ਹੁਲਾਰਾ ਮਾਰਿਆ ਸੀਗਾ, ਉਹ ਵੀ ਕੋਈ ਨਵਾਂ ਬਦਲ ਦੇ ਨਹੀਂ ਸਕੀ ਜੀ, ਕਿਉਂਕਿ ਉਹ ਆਪਾਂ ਦੇਖਦੇ ਹਾਂ ਕਿ ਫੈਸਲੇ ਉਹ ਆਏ ਸੀ ਪੰਜਾਬ ਨੂੰ ਬਦਲਣ, ਰਾਜਨੀਤੀ ਨੂੰ ਬਦਲਣ, ਤੇ ਆਪਾਂ ਦੇਖੀਏ ਵੀ ਉਹ ਪੰਜਾਬ ਨੂੰ ਜਾਂ ਰਾਜਨੀਤੀ ਨੂੰ ਬਦਲਦੇ ਆਪ ਵੀ ਬਦਲ ਕੇ ਉੱਦਾਂ ਦੀ ਰਾਜਨੀਤੀ 'ਚ ਹੀ ਚਲੇ ਗਏ ਆ ਜਿਹੜੀ ਰਾਜਨੀਤੀ ਪਹਿਲਾਂ ਸਥਾਪਤੀ ਪਾਰਟੀਆਂ ਦੀ ਹੈਗੀ ਆ। ਜੇ ਇੱਕ ਪਾਰਟੀ 200 ਯੂਨਿਟ ਦਿੰਦੀ ਸੀ, ਉਹ ਕਹਿੰਦੇ 300 ਦੇਵਾਂਗੇ ਜੀ, ਠੀਕ ਹੈ ਨਾ। ਮਤਲਬ ਕਹਿਣ ਦਾ ਵੀ ਉਹ ਉਸੇ ਸਾਂਚੇ 'ਚ ਉਹ ਵੀ ਢਲ ਗਏ ਆ ਜਿਹੜੇ ਪੰਜਾਬ ਨੂੰ ਬਦਲਣ ਲਾਏ ਸੀ, ਨਵੀਂ ਰਾਜਨੀਤੀ ਨੂੰ ਬਦਲਣ ਲਾਏ ਸੀਗੇ। ਇਸ ਕਰਕੇ ਜਿਹੜਾ ਤੀਜਾ ਚੌਥਾ ਦਾ ਫਰੰਟ ਦੀ ਕੋਈ ਗੱਲ ਚੱਲ ਰਹੀ ਆ, ਹਜੇ ਜਿੰਨਾ ਚਿਰ ਨਵਜੋਤ ਸਿੰਘ ਸਿੱਧੂ ਦਾ ਕੋਈ ਕਿਸੇ ਤਰ੍ਹਾਂ ਦਾ ਹੁੰਦਾ ਨਹੀਂ ਕੋਈ ਫੈਸਲਾ ਪਾਰਟੀ ਨਾਲ ਵੀ ਉਹਨੇ ਕੀ ਕਰਨਾ ਆ, ਹਜੇ ਇਹ ਸਾਰੀਆਂ ਧਿਰਾਂ ਹਜੇ ਉਸੇ ਕਰਕੇ ਚੁੱਪ ਬੈਠੀਆਂ। ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਬਿਲਕੁਲ ਨਹੀਂ, ਮੈਂ ਉਸ ਗੱਲ ਨੂੰ ਸਿਰਫ ਗੁਰਨਾਮ ਸਿੰਘ ਚੜੂਨੀ ਦੇ ਬਿਆਨ ਨਾਲ ਜੋੜਿਆ ਸੀਗਾ ਕਿ ਜੇ ਉਹ ਇਹ ਗੱਲ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਧੜਾ ਬਣਨਾ ਚਾਹੀਦਾ, ਤੇ ਲੋਕ ਵੀ ਇਦਾਂ ਸੋਚਦੇ ਨੇ। ਇਹਦੇ ਵਿੱਚ ਸ਼ਰਮਾ ਜੀ ਮੇਰੀ ਗੱਲ ਰਜਿੰਦਰ ਸਿੰਘ, ਦੀਪ ਸਿੰਘ ਬਾਲਾ ਨਾਲ ਵੀ ਹੋਈ ਆ, ਵੱਖ-ਵੱਖ ਬਾਕੀ ਲੀਡਰਾਂ ਨਾਲ ਵੀ ਹੋਈ ਆ। ਉਹਨਾਂ ਦਾ ਇਹ ਮੰਨਣਾ ਆ ਕਿ ਜੇ ਅਸੀਂ 2022 ਦੇ ਵਿੱਚ ਇਦਾਂ ਦਾ ਕੋਈ ਸਟੈਪ ਲੈਂਦੇ ਆ ਤੇ ਸਾਡਾ ਜਿਹੜਾ ਅੰਦੋਲਨ ਆ 9-10 ਮਹੀਨੇ ਦਾ, ਉਸ ਵੇਲੇ ਤੱਕ 1.5 ਸਾਲ ਦਾ ਹੋ ਜਾਣਾ ਇਲੈਕਸ਼ਨ ਤੱਕ ਜੀ, ਕਿਉਂਕਿ ਨਵੰਬਰ ਦੇ ਵਿੱਚ ਗਏ ਹੋਏ ਨੇ, ਫਰਵਰੀ 'ਚ ਇਲੈਕਸ਼ਨ ਆ, 1.25 ਸਾਲ ਦਾ ਸਮਝ ਲਓ ਹੋ ਜਾਣਾ, 1.25 ਸਾਲ ਦਾ। ਬਈ ਸਾਡੀ ਜਿਹੜੀ ਇੱਥੋਂ ਜਿਹੜੀ ਟਿਕਟਿਕੀ ਆ ਜਾਂ ਸਾਡਾ ਇੱਕ ਟਾਰਗੇਟ ਆ, ਅਸੀਂ ਸਮਝ ਲਓ ਉਹਨੂੰ ਛੱਡ ਕੇ ਤੇ ਅਸੀਂ ਜੇ ਪੰਜਾਬ ਵਿੱਚ ਜਾ ਕੇ ਇਲੈਕਸ਼ਨਾਂ ਦੇ ਵਿੱਚ ਆਪਣੇ ਹਿੱਸੇ ਲੈ ਲਏ ਜਾਂ ਆਪਣੇ ਉਮੀਦਵਾਰ ਖੜੇ ਕਰਤੇ, ਸਾਡੀ ਕਨਸਟੀਟਿਊਸ਼ਨ ਟੁੱਟ ਜਾਣੀ ਆ ਤੇ ਸਰਕਾਰ ਨੂੰ ਮੌਕਾ ਮਿਲ ਜਾਣਾ ਇਹ ਗੱਲ ਕਹਿਣ ਦਾ ਵੀ ਦੇਖਿਆ ਇਹ ਤਾਂ ਰਾਜਨੀਤੀ ਕਰਨ ਆਏ ਸੀਗੇ, ਇਹ ਨਹੀਂ ਬਿੱਲਾਂ ਦੇ ਹੱਕ ਜਾਂ ਵਿਰੋਧ 'ਚ ਨਹੀਂ ਹੈਗੇ, ਇਹ ਸਿਰਫ ਆਪਣਾ ਰਾਜਨੀਤਿਕ ਜਿਹੜਾ ਪੈੜ ਸੀਗਾ ਉਹਨੂੰ ਬਣਾਉਣ ਲਈ ਇੱਥੇ ਅੰਦੋਲਨ ਕੀਤਾ ਤੇ ਹੁਣ ਦੇਖੋ ਇਲੈਕਸ਼ਨਾਂ ਲੜ ਰਹੇ ਆ। ਦੂਸਰਾ ਉਹਨਾਂ ਦਾ ਸਭ ਤੋਂ ਵੱਡਾ ਮੰਨਣਾ ਇਹ ਵੀ ਹੈਗਾ ਆ ਵੀ ਜਦੋਂ ਅਸੀਂ ਇੱਕ ਪ੍ਰੈਸ਼ਰ ਗਰੁੱਪ ਦੇ ਵਿੱਚ ਰਹਿ ਕੇ, ਸਰਕਾਰ ਕਿਸੇ ਦੀ ਵੀ ਹੋਵੇ, ਅਸੀਂ ਉਹਨੂੰ ਆਪਣੇ ਮੁਤਾਬਕ ਅਸੀਂ ਉਹਨੂੰ ਢਾਲ ਸਕਦੇ ਹਾਂ। ਜਦੋਂ ਅਸੀਂ ਇਲੈਕਸ਼ਨ ਲੜਾਂਗੇ ਤਾਂ ਹੋ ਸਕਦਾ ਜਿਹੜਾ ਅਸੀਂ ਕਿਸਾਨਾਂ ਦੇ ਨਾਂ 'ਤੇ ਅੱਜ ਮਤਲਬ ਵਿਰੋਧ ਆਪਣਾ ਕਰ ਰਹੇ ਹਾਂ ਸਰਕਾਰ ਦੇ ਮੂਹਰੇ, ਵੀ ਅਸੀਂ ਫਿਰ ਹਰ ਇੱਕ ਵਰਗ ਦਾ ਸੋਚਾਂਗੇ ਨਾ, ਅਸੀਂ ਫਿਰ ਲੇਬਰ ਵਰਗ ਵੀ ਦੇਖਾਂਗੇ, ਅਸੀਂ ਟ੍ਰੇਡ ਵਰਗ ਵੀ ਦੇਖਾਂਗੇ, ਅਸੀਂ ਸਾਰਾ ਦੇਖਾਂਗੇ, ਅਸੀਂ ਵਪਾਰੀ ਵਰਗ ਵੀ ਦੇਖਾਂਗੇ। ਤੇ ਇਹਦੇ ਨੂੰ ਬਿਹਤਰ ਆ ਵੀ ਸਾਡਾ ਟਾਰਗੇਟ ਹੱਲ ਹੋ ਜਾਵੇ। ਇਲੈਕਸ਼ਨਾਂ ਨੂੰ ਕਿਹੜੀ ਗੱਲ ਆ, 22 ਦੀਆਂ 27 'ਚ ਲੜ ਲਾਂਗੇ ਜੇ ਅਸੀਂ ਆਪਣੇ ਮਕਸਦ 'ਚ ਕਾਮਯਾਬ ਹੋ ਜਾਂਦੇ ਹਾਂ। ਮੁੱਦਾ ਇਸ ਵੇਲੇ ਪੰਜਾਬੀਅਤ ਦਾ ਆ, ਮੁੱਦਾ ਇਸ ਵੇਲੇ ਕਿਸਾਨੀ ਦਾ ਆ, ਮੁੱਦਾ ਇਸ ਵੇਲੇ ਖੇਤੀ ਦਾ ਆ, ਮੁੱਦਾ ਇਸ ਵੇਲੇ ਪਹਿਚਾਣ ਦਾ ਆ। ਤੇ ਇਸ ਕਰਕੇ ਜੇ ਪਹਿਚਾਣ ਮਿਟ ਗਈ, ਅੰਦੋਲਨ ਫੇਲ ਹੋ ਗਿਆ, ਇਲੈਕਸ਼ਨਾਂ ਵਿੱਚ 2 4 5 10 20 ਐਮਐਲਏ ਜਿੱਤ ਵੀ ਜਾਣਗੇ, ਉਹ ਕੀ ਮਾਇਨੇ ਰੱਖਣਗੇ? ਜਿੱਤ ਕੇ ਤਾਂ ਆਮ ਆਦਮੀ ਪਾਰਟੀ ਦੇ 20 ਆਏ ਸੀ, ਖਿੱਲਰ ਲੱਗਿਆ ਮਿੰਟ ਨਹੀਂ ਲੱਗਾ ਜੀ, ਆਪਾਂ ਦੇਖਿਆ ਹੀ ਹੈ ਨਾ।
ਹੁਣ ਆਪਾਂ ਦੇਖਦੇ ਕਿ ਕਮਰ ਸੰਧੂ ਹੁਣੀ ਵੀ ਆ ਬੜੇ ਚਿਰ ਦੇ ਚੁੱਪ ਬੈਠੇ ਆ, ਉਹ ਨਾ ਤਾਂ ਖਹਿਰਾ ਨਾਲ ਹੀ ਸੈੱਟ ਬੈਠੇ ਆ। ਐਡੇ ਵੱਡੇ ਪੱਤਰਕਾਰ ਆਪਣੇ ਪੱਤਰਕਾਰੀ ਦੇ ਖੇਤਰ 'ਚ ਹੋਣ, ਵੱਡੀਆਂ ਇੰਡੀਅਨ ਐਕਸਪ੍ਰੈਸ ਵਿੱਚ ਜਾਂ ਹੋਰ ਅਖਬਾਰਾਂ ਦੇ ਵਿੱਚ ਉਹ ਕੰਮ ਕੀਤਾ ਹੋਵੇ, ਤੇ ਆਮ ਆਦਮੀ ਪਾਰਟੀ ਮਿੰਨਤਾਂ ਕਰਕੇ ਉਹਨਾਂ ਨੂੰ ਲੈ ਕੇ ਆਂਦੀ ਆ ਵੀ ਤੁਸੀਂ ਆਓ, ਤੁਹਾਡੇ ਵਾਲੇ ਇੰਟੈਲੈਕਚੁਅਲ ਚਾਹੀਦੇ ਆ ਸਾਨੂੰ। ਪਰ ਅੱਜ ਹਾਲਾਤ ਦੇਖਦੇ ਆ ਕਿ ਉਹਨਾਂ ਦੇ ਹਲਕੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਇੱਕ ਵੱਖਰਾ ਉੱਥੇ ਇੰਚਾਰਜ ਲਾ ਦਿੱਤਾ, ਤੇ ਇਹਦਾ ਮਤਲਬ ਸਾਫ਼ ਹੋ ਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੰਵਰ ਸੰਧੂ ਨੂੰ ਮਨਾਇਆ ਨਹੀਂ ਜਾਊਗਾ, ਉਹਨੂੰ ਧੱਕ ਕੇ ਬਾਹਰ ਹੀ ਕੱਢਿਆ ਜਾਊਗਾ। ਇੱਦਾਂ ਦੇ ਹਾਲਾਤਾਂ ਵਿੱਚ ਕਿਸਾਨ ਲੀਡਰ ਜਿਹੜੇ ਆ ਉਹ ਸੋਚਦੇ ਆ ਵੀ ਸਾਡੇ ਲਈ ਇਸ ਵੇਲੇ ਇਲੈਕਸ਼ਨ ਜਿਹੜਾ ਆ ਉਹ ਮੁੱਖ ਮੁੱਦਾ ਨਹੀਂ, ਸਾਡੇ ਲਈ ਜਿਹੜਾ ਕਿਸਾਨੀ ਬਿੱਲ ਜਿਹੜੇ ਉਹ ਮੁੱਖ ਮੁੱਦਾ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਕਿਸਾਨਾਂ ਲਈ, ਕਿਸਾਨ ਆਗੂਆਂ ਲਈ, ਕਿਸਾਨ ਜਥੇਬੰਦੀਆਂ ਲਈ ਇਲੈਕਸ਼ਨ ਵੱਡਾ ਮੁੱਦਾ ਨਹੀਂ ਹੈਗਾ। ਪ੍ਰੈਸ਼ਰ ਗਰੁੱਪ ਬਣ ਕੇ ਆਪਣੀ ਮਸਲੇ ਨੂੰ ਹੱਲ ਕਰਾਉਣਾ ਹੀ ਵੱਡਾ ਮੁੱਦਾ ਹੈ। ਪਰ ਜਿੰਨਾ ਕੋ ਪ੍ਰੈਸ਼ਰ ਪਾਉਣਾ ਚਾਹ ਰਹੇ ਸੀ ਉਹ ਪ੍ਰੈਸ਼ਰ ਬਣ ਰਿਹਾ ਨਹੀਂ ਬਣ ਰਿਹਾ, ਹਾਲੇ ਤੱਕ ਉਸ ਵਾਲੀ ਗੱਲ ਜਿਹੜੀ ਨਜ਼ਰ ਨਹੀਂ ਆਈ। ਪਰ ਇਸੇ ਅੰਦੋਲਨ ਦਾ ਸੇਕ ਬੀਜੇਪੀ ਦੀ ਪੰਜਾਬ ਇਕਾਈ ਨੂੰ ਵੀ ਲੱਗ ਰਿਹਾ, ਤੇ ਅਨਿਲ ਜੋਸ਼ੀ ਜੀ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਸ਼ਰਮਾ ਜੀ ਬੜੇ ਦਿਨਾਂ ਤੋਂ ਲੱਗ ਰਿਹਾ ਸੀ, ਜਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਸੀਗਾ, ਖਾਸ ਕਰਕੇ ਇਹ ਪੰਜਾਬ ਭਾਜਪਾ ਵਿੱਚ ਵੀ ਗਰੁੱਪ ਨੇ, ਇਹ ਜਿਹੜਾ ਅਸ਼ਵਨੀ ਸ਼ਰਮਾ ਵਾਲਾ ਗਰੁੱਪ ਆ, ਇਹ ਚਾਹੁੰਦਾ ਨਹੀਂ ਸੀਗਾ ਵੀ ਜਿਹੜਾ ਅਨਿਲ ਜੋਸ਼ੀ ਵਾਲਾ ਧੜਾ ਹੈਗਾ 2 ਆ 4 ਆ ਜਾਂ 6 ਆ, ਉਹ ਇੱਕ ਅਲੱਗ ਗੱਲ ਆ ਬਈ ਇਹਨਾਂ ਨੂੰ ਕੋਈ ਸਪੇਸ ਮਿਲੇ। ਬੜੀ ਚਿਰ ਤੋਂ ਇਹ ਮਾਸਟਰ ਮੋਹਨ ਲਾਲ ਜੀ ਉਹ ਹੋ ਗਏ, ਤੇ ਮਿੱਤਲ ਜੀ ਹੋ ਗਏ, KD ਭੰਡਾਰੀ ਜੀ ਹੋ ਗਏ, ਅਨਿਲ ਜੋਸ਼ੀ ਜੀ ਹੋ ਗਏ, ਇਹਨਾਂ ਨੂੰ ਖੁੱਡੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੀ, ਕਿਉਂਕਿ ਇਹਨਾਂ ਵਿੱਚ ਵੀ ਬਹੁਤ ਵੱਡੀ ਆਪਸ ਵਿੱਚ ਦੀ ਧੜੇਬੰਦੀ ਆ। ਇਸ ਵੇਲੇ ਤੁਹਾਨੂੰ ਸ਼ਾਸੀਏ ਛਕਾਉਣ ਦਾ ਅਸ਼ਵਨੀ ਸ਼ਰਮਾ ਜੀ, ਗਰੇਵਾਲ ਸਾਹਿਬ, ਜਿਆਣੀ ਸਾਹਿਬ, ਇਹਨਾਂ 2 ਤੋਂ ਬਿਨਾਂ ਤੁਹਾਨੂੰ ਲੱਗਦਾ ਕਿ ਪਿਛਲੇ 2 ਸਾਲਾਂ ਦੀ ਜਿਹੜੀ ਰਾਜਨੀਤੀ ਭਾਰਤੀ ਜਨਤਾ ਪਾਰਟੀ ਦੀ, ਜਾਂ ਆਪਾਂ ਖਾਸ ਕਰਕੇ ਕਹਿ ਲਈਏ ਅਕਾਲੀ ਦਲ ਨੇ ਜ਼ਿਆਦਾ ਸਾਥ ਛੱਡਿਆ ਆ, ਉਸ ਤੋਂ ਬਾਅਦ ਕੋਈ ਹਾਸ਼ੀਏ 'ਚ ਕੋਈ ਨਕਸ਼ੇ 'ਚ ਆਉਂਦਾ ਕੋਈ ਨਹੀਂ ਆਉਂਦਾ। ਇਹ 3-4 ਲੀਡਰ ਹੀ ਆ। ਬਾਕੀ ਲੀਡਰ ਜਿਹੜੇ ਬੀਜੇਪੀ ਦੇ ਉਹ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਦੇ ਆ, ਕਿਉਂਕਿ ਉਹਨਾਂ ਦਾ ਇਹ ਮੰਨਣਾ ਆ ਕਿ ਅਸੀਂ ਪੰਜਾਬ 'ਚ ਰਹਿਣਾ ਆ, ਪੰਜਾਬ ਦੇ ਲੋਕਾਂ 'ਚ ਅਸੀਂ ਰਾਜਨੀਤੀ ਕਰਨੀ ਆ। ਵੱਡੇ ਪੱਧਰ ਤੇ ਬੀਜੇਪੀ ਦੇ ਲੋਕ ਆੜਤੀ ਵਰਗੇ ਨਾਲ ਜੁੜੇ ਹੋਏ ਆ, ਵਪਾਰ ਨਾਲ ਜੁੜੇ ਹੋਏ ਆ, ਸੈਲਰਾਂ ਨਾਲ ਜੁੜੇ ਹੋਏ ਆ। ਕਿਸਾਨੀ ਦੇ ਨਾਲ ਸਿੱਧਾ ਸੰਪਰਕ ਇਸ ਵੇਲੇ ਉਹਨਾਂ ਲੋਕਾਂ ਦਾ ਆ ਜਿਹੜੇ ਲੋਕ ਬੀਜੇਪੀ ਨੂੰ ਭਾਵੇਂ ਵੋਟ ਪਾਉਂਦੇ ਆ। ਇਹ ਜਿੱਥੋਂ ਸ਼ੁਰੂਆਤ ਹੋਈ ਸੀਗੀ ਵੀ ਸਾਡੇ ਲੋਕ ਇਸ ਵੇਲੇ ਜਿਹੜੇ ਬੀਜੇਪੀ ਦੇ ਆਮ ਵਰਕਰ ਆ ਉਹਨਾਂ ਦਾ ਘਰੋਂ ਨਿਕਲਣਾ ਔਖਾ ਹੋਇਆ। ਕਿਸਾਨ ਜਿੱਥੇ ਦੇਖਦੇ ਉਹਦੇ ਝੰਡਾ ਲੈ ਕੇ ਮੂਹਰੇ ਖੜ ਜਾਂਦੇ ਆ, ਤੇ ਬੀਜੇਪੀ ਦਾ ਜਿਹੜਾ ਆਮ ਵਰਕਰ ਆ, ਛੋਟਾ ਦੁਕਾਨਦਾਰ ਆ, ਉਹਨੂੰ ਤਾਂ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਗੱਲ ਕਰਨ ਦਾ ਵੀ ਹੁਕਮ ਨਹੀਂ ਹੈਗਾ ਕਿ ਵਿਰੋਧ ਜ਼ਿਆਦਾ ਆ। ਬਈ ਇਹ ਜਿਹੜੀ ਪੰਜਾਬ ਦੀ ਤਸਵੀਰ ਆ, ਇਹ ਜਿਹੜਾ ਇਸ ਵੇਲੇ ਪੰਜਾਬ ਦੀ ਨੁਮਾਇੰਦਗੀ ਕਰਦਾ ਗਰੁੱਪ ਆ, ਉਹ ਮੋਦੀ ਸਾਹਮਣੇ ਜਾਂ ਸੈਂਟਰ ਦੀ ਭਾਜਪਾ ਸਾਹਮਣੇ ਉਹ ਸਹੀ ਤਰੀਕੇ ਨਾਲ ਪੇਸ਼ ਨਹੀਂ ਕਰ ਸਕਿਆ। ਇਸ ਵੇਲੇ ਬੀਜੇਪੀ ਨੇ ਉਹਨੂੰ ਬਾਹਰ ਕੱਢ ਕੇ ਇੱਕ ਇੱਦਾਂ ਦਾ ਸਖਤ ਫੈਸਲਾ ਲੈ ਕੇ ਅੰਕੁਸ਼ ਲਗਾਉਣ ਦੀ ਗੱਲ ਤਾਂ ਕੀਤੀ ਆ, ਪਰ ਮੈਨੂੰ ਜੋ ਲੱਗ ਰਿਹਾ, ਜਿਵੇਂ KD ਭੰਡਾਰੀ ਨੇ ਵੀ ਇਹ ਗੱਲ ਕਹਿ ਦਿੱਤੀ ਆ ਵੀ ਇਸ ਫੈਸਲੇ ਤੇ ਮੁੜ ਵਿਚਾਰ ਹੋਣਾ ਚਾਹੀਦਾ, ਤੇ ਇੱਥੇ ਮਦਨ ਮੋਹਨ ਮਿੱਤਲ ਜੀ ਆ, ਡਾਕਟਰ ਮੋਹਨ ਲਾਲ ਜੀ ਆ, ਆਪਣੇ ਮੋਹਨ ਲਾਲ ਜੀ ਜਿਹੜੇ ਭਲਵਾਨ ਮੋਹਨ ਲਾਲ ਜੀ, ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਸੰਯੁਕਤ ਮੋਰਚੇ ਤੋਂ ਲੀਡਰਾਂ ਦਾ ਕੋਈ ਸੰਪਰਕ ਕਰਾਂਗੇ, ਵੀ ਜੇ ਉੱਥੋਂ ਸਾਡਾ ਸੰਪਰਕ ਹੋ ਗਿਆ ਤੇ ਅਸੀਂ ਉਹਨਾਂ ਦੀ ਇਜਾਜ਼ਤ ਲੈ ਕੇ ਜੇ ਸਿੰਘੂ ਬਾਰਡਰ ਤੇ ਵੀ ਜਾ ਕੇ ਕਿਸਾਨਾਂ ਨਾਲ ਬੈਠਣਾ ਪਿਆ ਤੇ ਅਸੀਂ ਬੈਠਾਂਗੇ। ਇਸ ਵੇਲੇ ਇਸ ਜਿਹੜੀ ਨਿਸ਼ਕਾਸ਼ਤ ਹੋਈ ਆ ਅਨਿਲ ਦੀ, ਉਹਨੇ ਇੱਕ ਨਵੀਂ ਭਾਜਪਾ ਦੇ ਵਿੱਚ ਇੱਕ ਨਵੀਂ ਤਸਵੀਰ ਬਣਾਤੀ ਆ। ਪਰ ਜੇ ਸਹੀ ਦੇਖਿਆ ਜਾਵੇ ਤਾਂ ਇਸ ਵੇਲੇ ਅਨਿਲ ਜੋਸ਼ੀ ਜਿਹੜਾ ਆ ਉਹ ਭਾਜਪਾ ਤੋਂ ਕੱਢੇ ਜਾਣ ਤੋਂ ਬਾਅਦ ਇੱਕ ਹਿੰਦੂ ਵਰਗ ਦੇ ਵਿੱਚ ਵੱਡਾ ਲੀਡਰ ਬਣ ਕੇ ਉੱਭਰਿਆ। ਉਹ ਫਾਇਦੇ 'ਚ ਗਿਆ, ਉਹ ਨੁਕਸਾਨ 'ਚ ਨਹੀਂ ਗਿਆ। ਇੱਦਾਂ ਨਹੀਂ ਲੱਗਦਾ ਕਿ ਥੋੜਾ ਜਿਹਾ ਲੇਟ ਹੋ ਗਏ ਆ ਉਹ ਨਿਕਲਣ ਲਈ? ਤੇ ਗੱਲਾਂ ਹੋਰ ਵੀ ਨੇ, ਤੇ ਗੱਲ ਇਹ ਵੀ ਕਰਨੀ ਆ ਕਿ ਕੱਲ ਜਿਹੜਾ ਇੱਕ ਟਕਰਾਵ ਕਿਸਾਨਾਂ ਦਾ ਤੇ ਭਾਜਪਾ ਆਗੂਆਂ ਦਾ ਹੋਇਆ ਉਹ ਕਿੱਥੇ ਪਹੁੰਚਿਆ, ਪਰ ਸਮਾਂ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪੰਜਾਬੀ ਨੈਸ਼ਨਲ TV ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਬਿਲਗਾ ਸਾਹਿਬ, ਕਿਸਾਨ ਅੰਦੋਲਨ ਦੀ ਜਿਹੜੀ ਗੱਲ ਆ ਉਹ ਸ਼ੁਰੂ ਹੁੰਦੀ ਹੈ ਤੇ ਖਤਮ ਨਹੀਂ ਹੁੰਦੀ, ਜਿੱਦਾਂ ਅੰਦੋਲਨ ਵੀ ਖਤਮ ਨਹੀਂ ਹੋ ਰਿਹਾ ਜੀ। ਸਰਕਾਰ ਇਹਦੇ ਬਾਰੇ ਕੀ ਸੋਚਦੀ ਆ ਤੇ ਕੀ ਨਹੀਂ ਸੋਚਦੀ, ਅਸੀਂ ਬਹੁਤ ਵਾਰ ਡਿਸਕਸ ਕਰ ਚੁੱਕੇ ਹਾਂ, ਪਰ ਹਾਲੇ ਤੱਕ ਇਹ ਡਿਸਕਸ਼ਨ ਚੱਲਦੀ ਵੀ ਰਹੂਗੀ। ਅੰਦੋਲਨ ਖਤਮ ਵੀ ਹੋ ਜਾਊਗਾ, ਕਿਸਾਨ ਮੁੜ ਵੀ ਆਉਣਗੇ, ਉਸ ਤੋਂ ਬਾਅਦ ਵੀ ਬਹੁਤ ਇਹਦੀਆਂ ਜਿਹੜੀਆਂ ਪਰਤਾਂ ਖੁੱਲ੍ਹਦੀਆਂ ਰਹਿਣਗੀਆਂ ਜੀ। ਬਹੁਤ ਸਾਰੇ ਲੋਕ ਇਹਦੇ ਤੇ ਬੈਠ ਕੇ ਕਿਤਾਬਾਂ ਵੀ ਲਿਖਣਗੇ ਤੇ ਰਿਸਰਚ ਦਾ ਵਿਸ਼ਾ ਵੀ ਬਣੇਗਾ ਕਿ ਅੰਦੋਲਨ ਇੰਜ ਵੀ ਹੁੰਦੇ ਨੇ ਜੀ। ਤੇ ਰਾਜਪੁਰੇ ਦੇ ਵਿੱਚ ਹੁਣ ਕੀ ਘਟਨਾ ਕੀ ਹੋਇਆ ਜੀ, ਜਿਹੜਾ ਇਸੇ ਅੰਦੋਲਨ ਨਾਲ ਜੁੜੀ ਹੋਈ ਗੱਲਬਾਤ ਹੈ? ਸ਼ਰਮਾ ਜੀ, ਰਾਜਪੁਰਾ ਦੀ ਜਿਹੜੀ ਤਾਜ਼ੀ ਘਟਨਾ ਆ ਉਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਲੈਕਸ਼ਨ ਨੂੰ ਲੈ ਕੇ ਉੱਥੇ ਚਰਨਜੀਤ ਬਰਾੜ ਨੂੰ ਆਪਣਾ ਇੰਚਾਰਜ ਜਿਹੜਾ ਆ ਲਾਤਾ, ਭਾਵੇਂ ਕਿ ਲੋਕਲ ਲੋਕਾਂ ਵੱਲੋਂ ਹਜੇ ਵੀ ਉਹਦੀ ਜਿਹੜੀ ਆ ਵਿਰੋਧਤਾ ਕੀਤੀ ਜਾ ਰਹੀ ਆ, ਕਿਉਂਕਿ ਬੜੇ ਲੰਬੇ ਸਮੇਂ ਤੋਂ ਜਿਹੜੇ ਰਾਜਪੁਰੇ ਦੇ ਵਿੱਚ ਬੀਜੇਪੀ ਨੂੰ ਸੀਟ ਛੱਡੀ ਹੋਈ ਸੀ ਤੇ ਉਹ ਲੋਕ ਜਿਹੜੇ ਆਸ ਰੱਖ ਕੇ ਬੈਠੇ ਵੀ ਹੁਣ ਅਕਾਲੀ ਦਲ ਦੀ ਸੀਟ ਖਾਲੀ ਹੋ ਗਈ ਤੇ ਸਾਡਾ ਨੰਬਰ ਆਊਗਾ। ਤੇ ਆਪਾਂ ਦੇਖਦੇ ਚਰਨਜੀਤ ਬਰਾੜ ਇਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਕਾਫੀ ਨੇੜੇ ਆ, ਉਹ ਵੀ ਲਾਤੇ ਆ। ਉਸ ਤੋਂ ਬਾਅਦ ਜਿਹੜੀ ਕੱਲ੍ਹ ਦੀ ਘਟਨਾ ਦੀ ਗੱਲ ਤੁਸੀਂ ਕਰਦੇ ਆ, ਉਹ ਭਵੇਸ਼ ਅਗਰਵਾਲ ਜੀ ਜਿਹੜੇ ਸਵਾਈ ਲੀਡਰ ਆ ਭਾਜਪਾ ਦੇ,
ਉਹਨਾਂ ਨੇ ਕੱਲ ਉੱਥੇ ਇੱਕ ਮੀਟਿੰਗ ਕੀਤੀ। ਆਪਾਂ ਦੇਖਦੇ ਹਾਂ ਕਿ ਹਰਜੀਤ ਗਰੇਵਾਲ ਵੀ ਉੱਥੇ ਦੇ ਇੱਕ ਲੀਡਰ ਆ। ਉੱਥੇ ਬੀਜੇਪੀ 'ਚ ਵੀ ਇਹੀ ਹਾਲ ਹੈ ਵੀ ਜਿਹੜੇ ਬੀਜੇਪੀ ਦੇ ਲੋਕਲ ਬੰਦੇ ਆ ਉਹ ਗਰੇਵਾਲ ਤੋਂ ਵੀ ਔਖੇ ਸਾਹ ਲੈਂਦੇ ਆ। ਅੱਛਾ ਜੀ। ਉਹਨਾਂ ਨੇ ਫਿਰ ਕੱਲ ਇੱਕ ਉੱਥੇ ਮੀਟਿੰਗ ਕੀਤੀ, ਮੀਟਿੰਗ ਵੀ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਨੂੰ ਜਦੋਂ ਭਿਣਕ ਲੱਗੀ ਵੀ ਇੱਥੇ ਕੋਈ ਮੀਟਿੰਗ ਚੱਲ ਰਹੀ ਆ ਤੇ ਉਸ ਤੋਂ ਬਾਅਦ ਪਟਿਆਲਾ ਦੇ ਆਈਜੀ ਸਾਹਿਬ ਵੀ ਉੱਥੇ ਮੌਕੇ ਤੇ ਆਉਂਦੇ ਆ ਤੇ ਉੱਥੇ ਸਥਿਤੀ ਜਿਹੜੀ ਆ ਉਹ ਕੰਟਰੋਲ ਤੋਂ ਬਾਹਰ ਹੋ ਗਈ ਜੀ। ਲੱਗ ਰਿਹਾ ਆ ਕਿ ਜਿਵੇਂ ਕਿ ਬੀਜੇਪੀ ਨੂੰ ਕਿਤੇ ਨਾ ਕਿਤੇ ਉੱਪਰੋਂ ਵੀ ਇਹਨਾਂ ਦੇ ਲੀਡਰਾਂ ਨੂੰ ਕੋਈ ਨਾ ਕੋਈ ਚੁੰਡੀ ਭਰੀ ਜਾਂਦੀ ਆ ਵੀ ਤੁਸੀਂ ਉੱਥੇ ਜਾ ਕੇ ਕੋਈ ਨਾ ਕੋਈ ਇਦਾਂ ਦੀ ਖੇਡ-ਖੱਪ ਕਰੋ, ਜਦ ਕਿ ਪਤਾ ਇਸ ਵੇਲੇ ਵੀ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਸਾਡਾ। ਤੇ ਜੇ ਤੁਸੀਂ ਕੋਈ ਮੀਟਿੰਗ ਕੀਤੀ, ਮੀਟਿੰਗ ਖਤਮ ਕੀਤੀ ਤਾਂ ਆਪਣੇ ਘਰਾਂ ਨੂੰ ਜਾਓ। ਇਹ ਬੀਜੇਪੀ ਦੇ ਜਿਹੜੇ ਲੀਡਰ ਆ ਲੋਕਲ ਲੈਵਲ ਦੇ ਵੀ ਉਹਨਾਂ ਚਿਰ ਇੰਤਜ਼ਾਰ ਕਰਦੇ ਰਹਿੰਦੇ ਜਿੰਨਾ ਚਿਰ ਕਿਸਾਨ ਆਣ ਕੇ ਰੌਲਾ ਰੱਪਾ ਸ਼ੁਰੂ ਨਾ ਕਰ ਦੇਣ। ਉੱਥੋਂ ਲੱਗ ਰਿਹਾ ਆ ਕਿ ਕਿਸੇ ਨਾ ਕਿਸ ਤਰ੍ਹਾਂ ਬੀਜੇਪੀ ਕਿਸਾਨਾਂ ਨੂੰ ਉਕਸਾ ਰਹੀ ਆ, ਉਹਨਾਂ ਨੂੰ ਮੌਕਾ ਦੇ ਰਹੀ ਆ ਲੋਕਾਂ ਦੇ ਵਿੱਚ ਕਿਸਾਨਾਂ ਦਾ ਜਿਹੜਾ ਅਕਸ਼ ਖਰਾਬ ਹੋਵੇ। ਕਿਉਂਕਿ ਅਸੀਂ ਤਾਂ ਆਪਣੇ ਚੈਨਲ ਤੋਂ ਕਦੀ ਵੀ ਇਸ ਗੱਲ ਦੀ ਜਿਹੜੀ ਹਿੰਸਾ, ਚਾਹੇ ਉਹ ਮਲੋਟ ਵਾਲੀ ਹੋਈ ਸੀ, ਵੋਰ ਵਾਲੀ ਹੋਈ ਸੀ MLA ਦੀ, ਅਸੀਂ ਤਾਂ ਉਹਦੀ ਵੀ ਨਿੰਦਾ ਕੀਤੀ ਆ। ਵਿਰੋਧ ਕਰਨਾ ਕਿਸਾਨਾਂ ਦਾ ਹੱਕ ਆ, ਉਹ ਕਰਨਾ ਚਾਹੀਦਾ, ਪਰ ਕਿਸੇ ਦੀ ਖਿੱਚ-ਤੂ ਕਰਨੀ, ਕਿਸੇ ਦੀ ਕੁੱਟਮਾਰ ਕਰਨੀ ਉਹ ਲੋਕਤੰਤਰ ਦੇ ਵਿੱਚ ਉਹ ਵਾਜਬ ਜਾਇਜ਼ ਨਹੀਂ ਹੈਗੀ। ਪਰ ਇਹ ਜਿਹੜੇ ਬੀਜੇਪੀ ਦੇ ਲੀਡਰ ਆ ਇਹਨਾਂ ਨੇ ਹੁਣ ਇੱਕ ਮਨ ਬਣਾ ਲਿਆ ਵੀ ਅਸੀਂ ਲੋਕਾਂ ਦੇ ਵਿੱਚ ਜਾਣਾ ਆ, ਮੀਟਿੰਗਾਂ ਕਰਨੀਆਂ ਤੇ ਅਸੀਂ ਇੱਕ ਇੱਦਾਂ ਦਾ ਖਿਲਾਓ, ਇੱਦਾਂ ਦਾ ਹਾਲਾਤ ਪੈਦਾ ਕਰਨੇ ਜਿੱਥੇ ਕਿਸਾਨ ਆਣ ਕੇ ਸਾਡੇ ਨਾਲ ਝੜਪ ਕਰਨ। ਅਸੀਂ ਸੁਰਖੀਆਂ ਚਾਹੀਏ ਜਾਂ ਇਹ ਚਾਹੁੰਦੇ ਵੀ ਬੀਜੇਪੀ ਦੀ ਜਿਹੜੀ ਉੱਪਰਲੀ ਲੌਬੀ ਆ ਉਹਨੂੰ ਅਸੀਂ ਖੁਸ਼ ਕਰਨ ਵਾਲੀਆਂ ਤਸਵੀਰਾਂ ਬਣਾ ਲਈਏ, ਖੁਸ਼ ਕਰਨ ਵਾਲੀਆਂ ਖਬਰਾਂ ਬਣਾ ਲਈਏ। ਇੱਦਾਂ ਦੇ ਹਾਲਾਤਾਂ ਵਿੱਚ ਜਿਹੜਾ ਭਵੇਸ਼ ਅਗਰਵਾਲ ਦਾ ਉੱਥੇ ਬਹੁਤ ਵੱਡੇ ਪੱਧਰ 'ਤੇ ਵਿਰੋਧ ਹੋਇਆ। ਫਿਰ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਉੱਥੇ ਜਦੋਂ ਆਉਂਦੀ ਆ ਤੇ ਉਹਨਾਂ ਨੂੰ ਬੜੇ ਔਖੇ ਹੋ ਕੇ ਉਸ ਕਿਸਾਨਾਂ ਦਾ ਜਿਹੜਾ ਇਕੱਠ ਸੀਗਾ ਉਹਦੇ ਵਿੱਚੋਂ ਕੱਢ ਕੇ ਲਿਜਾਇਆ ਜਾਂਦਾ ਆ। ਤੇ ਪੁਲਿਸ ਨੇ ਵੀ ਬਾਰ-ਬਾਰ ਉਹਨਾਂ ਨੂੰ ਕਿਹਾ ਆ ਵੀ ਸਥਿਤੀ ਇੱਥੇ ਜਿਹੜੀ ਤਣਾਅਪੂਰਨ ਹੋ ਸਕਦੀ ਆ, ਤੁਸੀਂ ਜੇ ਆਪਣੀ ਗੱਲਬਾਤ ਕਰ ਲਈਏ ਤੁਸੀਂ ਆਪਣੇ ਘਰਾਂ ਨੂੰ ਜਾਓ। ਉਹ ਉਹਨਾਂ ਚਿਰ ਗਏ ਨਹੀਂ ਜਿੰਨਾ ਚਿਰ ਪੂਰਾ ਉੱਥੇ ਇਹ ਗੱਲ ਦਾ ਪੇਚਾ ਨਹੀਂ ਕਿਸਾਨਾਂ ਨਾਲ ਪਿਆ। ਇਹ ਚੀਜ਼ਾਂ ਦੇਖਦੇ ਆਪਾਂ ਦੇਖਦੇ ਸ਼ਰਮਾ ਜੀ ਕਿ ਕਿਸਾਨਾਂ ਦਾ ਜਿਹੜਾ ਵਿਰੋਧ ਆ ਉਹ ਵਾਜਬ ਆ, ਪਰ ਕਿਸਾਨਾਂ ਨੂੰ ਜਥੇਬੰਦੀਆਂ ਦੇ ਕਹੇ ਮੁਤਾਬਕ ਰੋਸ ਪ੍ਰਦਰਸ਼ਨ ਤੱਕ ਰਹਿਣਾ ਚਾਹੀਦਾ। ਜਿਹੜੀ ਕੁੱਟ ਮਾਰਨ ਵਾਲੀਆਂ ਘਟਨਾਵਾਂ ਆ ਉਹ ਕਿਸਾਨੀ ਅੰਦੋਲਨ ਨੂੰ ਢਾਹ ਲਾ ਰਹੀਆਂ ਤੇ ਕਿਸਾਨੀ ਅੰਦੋਲਨ ਦਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਕਰਨਗੀਆਂ ਤੇ ਬੀਜੇਪੀ ਨੂੰ ਇਹਨਾਂ ਚੀਜ਼ਾਂ ਦਾ ਪੋਲੀਟੀਕਲ ਫਾਇਦਾ ਹੋ ਰਿਹਾ, ਇਸੇ ਕਰਕੇ ਉਹ ਕਰਦੇ ਆ। ਇਹੋ ਜਿਹੀਆਂ ਘਟਨਾਵਾਂ ਹਰਿਆਣੇ 'ਚ ਵੀ ਵਾਪਰੀਆਂ ਜੀ? ਬਿਲਕੁਲ। ਸਿਰਸਾ ਦੇ ਵਿੱਚ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਵਿੱਚ ਜਿਹੜੇ ਉੱਥੇ ਦੇ ਭਾਜਪਾ ਆਗੂ ਆ ਰਣਵੀਰ ਗੰਗਵਾ ਜੀ, ਇਸ ਵੇਲੇ ਡਿਪਟੀ ਸਪੀਕਰ ਨੇ ਵਿਧਾਨ ਸਭਾ ਪੰਜਾਬ ਦੀ ਵਿੱਚ, ਤੇ ਉੱਥੇ ਦੀ MP ਸੁਨੀਤਾ ਦੁੱਗਲ ਜਿਹੜੇ ਆ ਉਹਨਾਂ ਨੇ ਵੀ ਉੱਥੇ ਯੂਨੀਵਰਸਿਟੀ ਵਿੱਚ ਕੋਈ ਆਪਣਾ ਪ੍ਰੋਗਰਾਮ ਰੱਖਿਆ ਸੀਗਾ, ਮੀਟਿੰਗ ਰੱਖੀ ਸੀਗੀ। ਫਿਰ ਉੱਥੇ ਰੱਖਦੇ ਵੀ ਇਹ ਸਰਕਾਰੀ ਅਦਾਰਿਆਂ ਦੇ ਵਿੱਚ ਆ ਵੀ ਜਿੱਥੇ ਕਿਸਾਨ ਜਾਣਗੇ ਤੇ ਜਿਹੜੀ ਕਿਸਾਨਾਂ ਦਾ ਤਸਵੀਰ ਲੋਕਾਂ ਦੇ ਵਿੱਚ ਗਲਤ ਜਾਵੇ। ਜਦੋਂ ਉੱਥੇ ਵੀ ਕਿਸਾਨਾਂ ਨੂੰ ਭਿਣਕ ਲੱਗੀ ਵੀ ਉਹਨਾਂ ਨੇ ਵੱਡੇ ਪੱਧਰ ਤੇ ਉੱਥੇ ਵਿਰੋਧ ਕੀਤਾ, ਕਿਉਂਕਿ ਉੱਥੇ ਤਾਂ ਪੰਜਾਬ ਨਾਲੋਂ ਵੀ ਜ਼ਿਆਦਾ ਵਿਰੋਧ ਆ। ਉੱਥੇ ਵੱਡੇ ਪੱਧਰ ਤੇ ਵਿਰੋਧ ਕਰਨ ਤੋਂ ਬਾਅਦ ਉੱਥੇ ਫਿਰ ਲਾਠੀ ਚਾਰਜ ਵੀ ਹੋਇਆ, ਕਿਸਾਨਾਂ ਦੀ ਪੱਗੋ ਲੱਥੀ ਵੀ ਹੋਈ ਆ ਤੇ ਬਹੁਤ ਵੱਡੇ ਪੱਧਰ ਤੇ ਪੁਲਿਸ ਨੂੰ ਮੁਸ਼ੱਕਤ ਕਰਨੀ ਪਈ ਤੇ ਤਾਂ ਜਾ ਕੇ ਉਹ ਲੀਡਰਾਂ ਨੂੰ ਉੱਥੋਂ ਮਤਲਬ ਬਾਹਰ ਕੱਢਿਆ ਗਿਆ। ਇਹ ਸਾਰੀਆਂ ਜਿਹੜੇ ਘਟਨਾਕ੍ਰਮ ਆ, ਇਹ ਘਟਨਾਕ੍ਰਮ ਦੱਸਦੇ ਆ ਕਿ ਬੀਜੇਪੀ ਆਪ ਕਿਸਾਨਾਂ ਨੂੰ ਉਕਸਾ ਰਹੀ ਆ, ਉਕਸਾ ਕੇ ਜਿਹੜਾ ਆਪਣਾ ਪੋਲੀਟੀਕਲ ਏਜੰਡਾ ਆ ਜਾਂ ਪੋਲੀਟੀਕਲ ਮੋਟਿਵ ਆ ਉਹ ਸਿੱਧ ਕਰਨਾ ਚਾਹੁੰਦੇ ਆ, ਜਾਂ ਲੋਕਲ ਲੀਡਰ ਆਪਣੀ ਰਾਜਨੀਤੀ ਜਿਹੜੀ ਚਮਕਾਉਣੀ ਚਾਹੁੰਦੇ ਆ। ਪਰ ਹਰਿਆਣੇ 'ਚ ਤੇ ਉਹਨਾਂ ਦੀ ਆਪਣੀ ਸਰਕਾਰ ਆ, ਉੱਥੇ ਤਾਂ ਉਹ ਇਹੋ ਜਿਹਾ ਪ੍ਰੋਗਰਾਮ ਕਰ ਸਕਦੇ ਆ, ਪਰ ਉੱਥੇ ਵੀ ਉਹ ਨਹੀਂ ਕਰ ਪਾ ਰਹੇ। ਤੁਸੀਂ ਸ਼ਰਮਾ ਜੀ ਛੱਡੋ ਆਪਣੀ ਸਰਕਾਰ ਨੂੰ, ਮੁੱਖ ਮੰਤਰੀ ਆਪਣੇ ਕਰਨਾਲ ਦੇ ਵਿੱਚ ਮੁੱਖ ਮੰਤਰੀ ਹੋ ਕੇ ਆਪਾਂ ਦੇਖਿਆ ਕਿ ਪਿਛਲੇ 2.5-3 ਮਹੀਨੇ ਹੋ ਗਏ ਆਪਣਾ ਹੈਲੀਕਾਪਟਰ ਨਹੀਂ ਉਤਾਰ ਸਕਦਾ। ਭਾਵੇਂ ਕਿ ਕਿਸਾਨਾਂ ਤੇ ਹਜ਼ਾਰਾਂ ਨਹੀਂ ਲੱਖਾਂ ਕਿਸਾਨਾਂ ਤੇ ਇਸ ਵੇਲੇ ਹਰਿਆਣੇ ਦੇ ਵਿੱਚ ਪਰਚੇ ਹੋ ਗਏ ਆ, ਅਣਛਾਤਿਆਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਨਾਂ ਪੁਲਿਸ ਨੇ ਨਾਮਜ਼ਦ ਕਰਨੇ ਆ। ਤੇ ਇਸ ਕਰਕੇ ਉੱਥੇ ਹੁਣ ਵੀ ਹਰਿਆਣਾ ਦਾ ਪ੍ਰੋਗਰਾਮ CM ਦਾ ਰੱਖਿਆ ਆ, ਉਹ ਵੀ ਪ੍ਰੋਗਰਾਮ ਜਿਹੜਾ ਇਸ ਵੇਲੇ ਉਹਨਾਂ ਨੂੰ ਮੁਲਤਵੀ ਕਰਨਾ ਪਿਆ ਕਿਉਂਕਿ ਕਿਸਾਨਾਂ ਦਾ ਵਿਰੋਧ ਜਿਹੜਾ ਇਸ ਵੇਲੇ BJP ਹਰਿਆਣੇ 'ਚ ਚੱਲ ਰਹੀ ਆ। ਉਸ ਤੋਂ ਬਾਅਦ ਦੀ ਤਸਵੀਰ ਪੰਜਾਬ ਦੀ ਹਰਿਆਣੇ ਵਿੱਚ ਤਾਂ ਬਹੁਤ ਵੱਡੇ ਪੱਧਰ ਤੇ ਵਿਰੋਧ ਆ। ਬਿਲਕੁਲ, ਤੁਸੀਂ ਦੱਸਿਆ ਕਿ ਖੱਟੜ ਤੇ ਅਨਿਲ ਵਿਜ ਦਾ ਉੱਥੇ ਕੋਈ ਪ੍ਰੋਗਰਾਮ ਸੀ, ਉਹ ਫਿਰ ਮੁਲਤਵੀ ਹੋ ਗਿਆ ਕਿਸਾਨਾਂ ਦੇ ਵਿਰੋਧ ਕਰਕੇ। ਜੀ, ਪੰਜਾਬ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤੁਸੀਂ ਗੱਲ ਕਰ ਰਹੇ ਆ ਸਰਬਜੀਤ ਕੌਰ ਮਾਣੂਕੇ ਦੀ। ਉਹ ਵੀ ਜਦੋਂ ਆਪਣੇ ਹਲਕੇ ਦੇ ਵਿੱਚ ਜਾਂਦੇ ਆ ਤੇ ਉਹਨਾਂ ਦਾ ਵਿਰੋਧ ਇਸ ਕਰਕੇ ਹੋਇਆ ਕਿ ਉੱਥੇ ਦੇ ਲੋਕਲ ਲੋਕਾਂ ਨੇ ਉਹਨਾਂ ਨੂੰ ਰਿਪੋਰਟ ਕਾਰਡ ਪੁੱਛਿਆ। ਜਿਹੜੀ ਆਪਾਂ ਦੇਖਦੇ ਵੀ ਜਿਹੜੀ ਚੇਤਨਤਾ, ਜਿਹੜਾ ਇੱਕ ਕ੍ਰਾਂਤੀਕਾਰੀ ਵਿਚਾਰ ਜਿਹੜੀ ਯੂਨੀਵਰਸਿਟੀ ਸਿੰਘੂ ਬਾਰਡਰ ਤੇ ਚੱਲ ਰਹੀ ਆ, ਜਿਹੜੀ ਯੂਨੀਵਰਸਿਟੀ ਗਾਜੀਪੁਰ ਬਾਰਡਰ ਤੇ ਚੱਲ ਰਹੀ, ਜਿਹੜੀ ਟਿਕਰੀ ਬਾਰਡਰ ਤੇ ਚੱਲ ਰਹੀ ਆ, ਉਹ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ 9 ਮਹੀਨੇ ਤੋਂ ਨੌਜਵਾਨਾਂ ਨੇ ਜਾਂ ਲੋਕਾਂ ਨੇ ਚੇਤਨਤਾ ਪ੍ਰਾਪਤ ਕੀਤੀ ਆ ਤੇ ਉੱਥੇ ਉਹ ਚੇਤਨਤਾ ਦੇ ਨਾਲ ਇਸ ਵੇਲੇ ਸਵਾਲ ਖੜੇ ਕਰਨਾ ਹੈ ਲੋਕਾਂ ਨੇ ਸ਼ੁਰੂ ਕਰ ਦਿੱਤੇ ਆ। ਚਾਹੇ ਉਹ ਤੁਸੀਂ ਕੈਬਨਿਟ ਮੰਤਰੀ ਧਰਮ ਸਿੰਘ ਸੌਦ ਦੀ ਗੱਲ ਕਰ ਲਓ, ਚਾਹੇ ਤੁਸੀਂ ਧੂਰੀ ਤੋਂ ਵਿਧਾਇਕ ਜਿਹੜੇ ਉਹਨਾਂ ਦੀ ਪਤਨੀ ਇੱਕ ਦਿਨ ਪਬਲਿਕ ਵਿੱਚ ਜਾਂਦੀ ਆ, ਉਹਨੂੰ ਵੀ ਲੋਕਾਂ ਨੇ ਸਵਾਲ ਕੀਤੇ ਆ। ਚਾਹੇ ਇਹ ਸਰਬਜੀਤ ਕੌਰ ਮਾਣੂਕੇ ਜਿਹੜੇ ਜਗਰਾਉਂ ਤੋਂ ਵਿਧਾਇਕ ਨੇ, ਉਹਨਾਂ ਦੀ ਗੱਲ ਕਰਦੇ ਆ ਤੇ ਉੱਥੇ ਉਹਨਾਂ ਨੇ ਰਿਪੋਰਟ ਕਾਰਡ ਮੰਗਿਆ। ਤੁਸੀਂ 5 ਸਾਲਾਂ 'ਚ ਸਾਡੇ ਟੈਕਸ ਦੇ ਵਿੱਚੋਂ, ਸਾਡੇ ਦਿੱਤੇ ਹੋਏ ਪੈਸੇ ਦੇ ਵਿੱਚੋਂ ਤਨਖਾਹਾਂ ਲਈਆਂ, ਸਾਡੀਆਂ ਟੈਕਸਾਂ ਦੇ ਵਿੱਚੋਂ ਤੁਸੀਂ ਗੱਡੀਆਂ ਝੂਟੀਆਂ, ਤੁਸੀਂ ਉੱਥੇ ਆਪਣੀਆਂ ਸੁੱਖ ਸਹੂਲਤਾਂ ਲਈਆਂ, ਤੁਸੀਂ ਦੱਸੋ 5 ਸਾਲਾਂ 'ਚ ਕੀਤਾ ਕੀ ਆ ਸਾਡੇ ਲਈ?
ਉਹ ਰਿਪੋਰਟ ਕਾਰਡ ਮੰਗਿਆ ਗਿਆ ਉੱਥੇ। ਤੇ ਉਸ ਕਰਕੇ ਚਾਹੇ ਕਿ ਉਹ ਸਰਬਜੀਤ ਕੌਰ ਮਾਨੂ ਨੇ ਕਿਹਾ ਆ ਵੀ ਮੈਂ ਬਹੁਤ ਸਮਝਾਉਣ ਦੇ ਯਤਨ ਕੀਤੇ, ਪਰ ਸ਼ਰਮਾ ਜੀ ਜਿਹੜੇ ਸਵਾਲ ਅੱਜ ਤੋਂ 30 ਸਾਲ 40 ਸਾਲ ਪਹਿਲਾਂ ਲੋਕਾਂ ਨੂੰ ਕਰਨੇ ਚਾਹੀਦੇ ਸੀ, ਜਦੋਂ ਅਸੀਂ ਧਰਮ ਦੇ ਨਾਂ 'ਤੇ ਪਾਰਟੀਆਂ ਨੂੰ ਵੋਟਾਂ ਪਾ ਰਹੇ ਸੀਗੇ, ਜਦੋਂ ਅਸੀਂ ਵਿਰਾਸਤੀ ਸਮਝ ਕੇ ਪਾ ਰਹੇ ਸੀ ਵੀ ਸਾਡੇ ਦਾਦੇ ਪੜਦਾਦੇ ਇਸ ਪਾਰਟੀ ਨੂੰ ਵੋਟ ਪਾਉਂਦੇ, ਅਸੀਂ ਤਾਂ ਇਦੋਂ ਪਾਉਣੇ, ਇਦੋਂ ਗਾਂ ਸੋਚਦੇ ਕੁਝ ਨਹੀਂ ਸੀਗੇ। ਅੱਜ ਦੇ ਜਿਹੜੇ ਸਵਾਲ ਆ ਇਹ ਮੰਨਣਾ ਪਊਗਾ ਕਿਸਾਨੀ ਅੰਦੋਲਨ ਦਾ ਇਹ ਅਸਰ ਆ, ਪਰ ਜ਼ਾਬਤੇ ਵਿੱਚ ਰਹਿ ਕੇ ਜਿਹੜਾ ਕੋਈ ਸਵਾਲ ਕਰਨਾ ਉਹ ਲੋਕਤੰਤਰ ਦੇ ਹਿੱਤ ਵਿੱਚ ਆ, ਉਹ ਸਾਡੇ ਆਉਣ ਵਾਲੇ ਭਵਿੱਖ ਦੇ ਹਿੱਤ 'ਚ ਆ, ਉਹ ਕਿਸਾਨੀ ਦੇ ਹਿੱਤ 'ਚ ਆ। ਜਦੋਂ ਤੁਸੀਂ ਆਪਣੇ ਜ਼ਾਬਤੇ ਤੋਂ ਬਾਹਰ ਜਾਓਗੇ ਤਾਂ ਇਹ ਚੀਜ਼ ਜਿਹੜੀ ਆ ਫਿਰ ਨੁਕਸਾਨ ਅੰਦੋਲਨ ਨੂੰ ਵੀ ਦਊਗੀ ਤੇ ਤੁਹਾਡਾ ਜਿਹੜਾ ਭਾਈਚਾਰਕ ਸਾਂਝ ਆ ਉਹਨੂੰ ਵੀ ਜਿਹੜੀ ਨੁਕਸਾਨ ਦਊਗੀ। ਬਿਲਕੁਲ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਹੜੀ ਲੋਕਾਂ ਦੇ ਵਿੱਚ ਚੇਤਨਤਾ ਆ ਆਪਣੇ ਹੱਕਾਂ ਪ੍ਰਤੀ ਆਉਣੀ ਚਾਹੀਦੀ ਹੈ ਤੇ ਆਪਣੇ ਫਰਜ਼ਾਂ ਪ੍ਰਤੀ ਵੀ ਆਉਣੀ ਚਾਹੀਦੀ ਹੈ। ਜਿੱਦਾਂ ਪਾਣੀ ਨੂੰ ਬਚਾਉਣ ਦੀ ਗੱਲ ਆ ਜਾਂ ਬਿਜਲੀ ਦੀ ਵੇਸਟੇਜ ਦੀ ਗੱਲ ਆ, ਬਹੁਤ ਸਾਰੀਆਂ ਚੀਜ਼ਾਂ 'ਚ ਅਸੀਂ ਹਾਲੇ ਬਹੁਤ ਕੱਚੇ ਹਾਂ। ਜੇ ਅਸੀਂ ਅਗਲੇ ਮੁੱਦੇ ਦੀ ਗੱਲ ਕਰੀਏ ਤੇ ਉਮਰਾ ਨੰਗਲ ਸਾਹਿਬ ਜਿਹੜੇ ਪੰਜਾਬ ਦੇ ਵੱਡੇ ਪੁਲਿਸ ਅਧਿਕਾਰੀ ਨੇ, ਉਹਨਾਂ ਨੇ ਆਪਣੀ ਜਿਹੜੀ ਨਾਰਕੋ ਟੈਸਟ ਦੀ ਗੱਲ ਕੀਤੀ ਸੀ ਤੇ ਉਹ ਟੈਸਟ ਦੀ ਜਿਹੜੀ ਮਨਜ਼ੂਰੀ ਆ ਉਹ ਸਰਕਾਰ ਨੇ ਜਾਂ ਅਦਾਲਤ ਨੇ ਉਹਨਾਂ ਨੂੰ ਦੇ ਦਿੱਤੀ ਹੈ ਜੀ। ਕਿੱਥੇ ਤੱਕ ਪਹੁੰਚੀ ਹੈ ਗੱਲ ਜੀ? ਆਪਾਂ ਦੇਖਦੇ ਹਾਂ ਕਿ 2015 ਤੋਂ ਜਦੋਂ ਤੋਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਜਿੰਨੀਆਂ ਘਟਨਾਵਾਂ ਵਾਪਰੀਆਂ ਆ, ਚਾਹੇ ਉਹ ਬੇਅਦਬੀ ਦਾ ਮਸਲਾ ਸੀਗਾ, ਉਸ ਤੋਂ ਬਾਅਦ ਲੋਕਾਂ ਨੇ ਪ੍ਰਦਰਸ਼ਨ ਕੀਤਾ ਤੇ ਉੱਥੇ ਜਿਹੜੀ ਨੌਜਵਾਨਾਂ ਦੀ ਗੋਲੀ ਦੇ ਦੌਰਾਨ ਜਾਨ ਚਲੀ ਜਾਂਦੀ ਆ, ਤੇ ਵੱਖ-ਵੱਖ ਮੁੱਦਿਆਂ ਤੇ ਕੋਟਕਪੁਰਾ ਵਾਲੀ ਗੱਲ, ਬਰਗਾੜੀ ਵਾਲੀ ਗੱਲ, ਇਹ ਸਾਰੀਆਂ ਮੁੱਦਿਆਂ ਨੂੰ ਲੈ ਕੇ ਇਹ ਜੇ 2-3 ਨਾਂ ਜਿਹੜੇ ਸੀਗੇ ਉਹ ਪੂਰੀ ਤਰ੍ਹਾਂ ਉੱਭਰ ਕੇ ਸਾਹਮਣੇ ਆਉਂਦੇ ਰਹੇ ਆ। ਸੁਮੇਧ ਸੈਣੀ DGP ਪੰਜਾਬ, ਉਮਰਾ ਨੰਗਲ ਪੁਲਿਸ ਅਧਿਕਾਰੀ ਤੇ ਚਰਨਜੀਤ ਸ਼ਰਮਾ, ਇਹ ਨਾਂ ਮੇਰਾ ਖਿਆਲ ਹੈ ਜਦੋਂ ਵੀ ਕੋਈ ਗੱਲ ਛਿੜਦੀ ਆ ਤੇ ਇਹ ਨਾਂ ਜਿਹੜੇ ਆ ਅਕਸਰ ਇਹ ਲੋਕਾਂ ਦੇ ਸਾਹਮਣੇ ਆਉਂਦੇ ਆ। ਬਿਲਕੁਲ। ਪਰ ਇਹ ਜਿਹੜਾ ਹੁਣ ਜਦੋਂ ਸੁਮੇਧ ਸੈਣੀ ਤੋਂ ਇਹ ਨਾਰਕੋ ਟੈਸਟ ਕਰਨ ਦੀ ਜਿਹੜੀ ਆ ਸੈੱਟ ਨੇ ਇਜਾਜ਼ਤ ਮੰਗੀ ਸੀਗੀ ਤੇ ਉਹਨੇ ਆਪਣਾ ਜਿਹੜਾ ਬਿਆਨ ਸੀਗਾ ਜਾਂ ਆਪਣਾ ਪੱਖ ਸੀਗਾ ਉਹ ਨਾਂ ਵਿੱਚ ਦਿੱਤਾ ਸੀਗਾ, ਚਰਨਜੀਤ ਸ਼ਰਮਾ ਨੇ ਵੀ, ਸੁਮੇਧ ਸੈਣੀ ਨੇ ਵੀ। ਪਰ ਪਰਮਰਾਜ ਉਮਰਾ ਨੰਗਲ ਜਿਹੜੇ ਨੇ ਉਹਨਾਂ ਨੇ ਇਸ ਲਈ ਸਹਿਮਤੀ ਦਿੱਤੀ ਆਪ ਵੀ ਪੁੱਛੋ ਮੈਨੂੰ ਕੀ ਪੁੱਛਣਾ ਹੈ। ਬਿਲਕੁਲ ਠੀਕ ਹੈ। ਉਸ ਅਧਿਕਾਰੀ ਨੇ ਉਸ ਵੇਲੇ ਕੀ ਕੀਤਾ ਆ ਜਾਂ ਉਸ ਵੇਲੇ ਉਹ ਲੁਧਿਆਣੇ ਤੋਂ ਉੱਥੇ ਮੌਕੇ ਤੇ ਪਹੁੰਚਿਆ, ਕਿਹਦੇ ਦੇਸ਼ਾਂ ਤੇ ਗਿਆ, ਕਿਵੇਂ ਗੋਲੀ ਉੱਥੇ ਚੱਲੀ, ਕਿਹਨੇ ਦੇਸ਼ ਦਿੱਤਾ, ਉਹ ਤਾਂ ਹਜੇ ਜਾਂਚ ਦਾ ਵਿਸ਼ਾ ਆ। ਪਰ ਜਿਹੜੀ ਪਰਮਰਾਜ ਉਮਰਾ ਨੰਗਲ ਨੇ ਇੱਕ ਕਿਹਾ ਵੀ ਮੈਂ ਗੁਰੂ ਨੂੰ ਮੰਨਣ ਵਾਲਾ ਤਾਂ ਮੈਂ ਚਾਹੁੰਦਾ ਆ ਵੀ ਇਸ ਗੱਲ ਦਾ ਇਨਸਾਫ ਹੋਣਾ ਚਾਹੀਦਾ, ਪੁੱਛੋ ਮੈਨੂੰ ਕੀ ਪੁੱਛਣਾ, ਉਹਨੇ ਸਹਿਮਤੀ ਦਿੱਤੀ ਆ ਤੇ ਇਹ ਗੱਲ ਪਰਮਰਾਜ ਉਮਰਾ ਨੰਗਲ ਨੇ ਚੰਗੀ ਕੀਤੀ ਆ। ਠੀਕ ਹੈ। ਹੁਣ ਜੋ ਵੀ ਉਸ ਘਟਨਾਕ੍ਰਮ ਬਾਰੇ, ਕਿਉਂਕਿ ਇਸ ਵੇਲੇ ਇਸ ਪੂਰੀ ਸਿੱਖ ਖਿੱਤੇ ਦਾ, ਪੂਰੇ ਪੰਜਾਬੀ ਖਿੱਤੇ ਦਾ ਉਸ ਜਾਂਚ ਤੇ ਉਸ ਘਟਨਾ ਦੇ ਉੱਤੇ ਟਿਕਟਿਕੀ ਲੱਗੀ ਹੋਈ ਆ ਵੀ ਇਹਦਾ ਕਿਤੇ ਨਾ ਕਿਤੇ ਕੋਈ ਨਿਬੇੜਾ ਹੋਣਾ ਚਾਹੀਦਾ। ਬਹੁਤ ਵੱਡੇ ਪੱਧਰ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਆ ਇਸ ਮਸਲੇ ਦੇ ਨਾਲ। ਜੇ ਇਸੇ ਤਰ੍ਹਾਂ ਸੁਮੇਧ ਸੈਣੀ ਵੀ, ਚਰਨਜੀਤ ਸ਼ਰਮਾ ਵੀ, ਸੁਖਬੀਰ ਬਾਦਲ ਵੀ, ਜਿਹੜੇ ਉੱਥੇ ਦੇ ਲੋਕਲ ਹੋਰ ਲੀਡਰ ਸੀਗੇ, ਉਹ ਵੀ ਆਣ ਕੇ ਆਪਣਾ ਜਿਹੜਾ ਸਹੀ ਬਿਆਨ ਆ ਲੋਕਾਂ ਦੇ ਸਾਹਮਣੇ ਦੇਣ, ਅਸੀਂ ਉਸ ਵੇਲੇ ਆਹ ਕਿਰਦਾਰ ਜਿਹੜਾ ਅਦਾ ਕੀਤਾ ਜਾਂ ਅਸੀਂ ਉਸ ਵੇਲੇ ਸਾਡੀ ਆਹ ਡਿਊਟੀ ਬਣਦੀ, ਅਸੀਂ ਆਹ ਕੀਤੀ ਆ, ਚਾਹੇ ਉਹਨੇ ਸਹੀ ਕੀਤੀ ਗਲਤ ਕੀਤੀ ਉਹ ਅਦਾਲਤ ਜਾਣੂਗੀ, ਉਹ ਸਿੱਟ ਜਾਣੂਗੀ, ਆਪਣਾ ਬਿਆਨ ਤਾਂ ਸਹੀ ਦੇਣ ਇਹ। ਤੇ ਜੇ ਇਸੇ ਤਰ੍ਹਾਂ ਹੀ ਇਸ ਚੀਜ਼ਾਂ ਨੂੰ ਭੰਬਲ ਭੂਸੇ ਵਿੱਚ ਪਾ ਕੇ ਰੱਖਿਆ ਜਾਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਲੋਕ ਜਿਹੜੇ ਆ ਉਹ ਮਾਫ ਨਹੀਂ ਕਰਨਗੇ। ਬਾਦਲ ਸਾਹਿਬ ਨੇ ਤਾਂ ਕਿਹਾ ਕਿ ਗੱਲ ਪੁਰਾਣੀ ਹੋ ਗਈ ਆ, ਮੈਨੂੰ ਬਹੁਤੀਆਂ ਗੱਲਾਂ ਯਾਦ ਨਹੀਂ, ਕਹਿ ਸਕਦੇ ਆ। ਇਹ ਜਿਹੜਾ ਵਾਜਬ ਉਹਨਾਂ ਦਾ ਬਿਆਨ ਆ ਉਹ ਇਸ ਕਰਕੇ ਉਮਰ ਦੇ ਤਗਾਜੇ ਨਾਲ ਇਹ ਕੋਰਟ ਦੇ ਵਿੱਚ ਇਹ ਗੱਲਾਂ ਵੈਲਿਡ ਹੋਣੀਆਂ। ਵੈਸੇ ਵੀ ਜਿੱਡੇ ਉਹ ਕਹਿ ਸਕਦੇ ਕਿ ਪੰਜਾਬ ਦੀ ਰਾਜਨੀਤੀ ਨੂੰ ਜਿੰਨਾ ਉਹ ਬੰਦਾ ਜਾਣਦਾ ਆ, ਉਹਨਾਂ ਦਾ ਇਸ ਵੇਲੇ ਉਹਦੇ ਮੁਕਾਬਲੇ ਦਾ ਕੋਈ ਲੀਡਰ ਹੈ ਨਹੀਂਗਾ। ਇਹ ਗੱਲ ਮੰਨੀ ਜਾਣੀ ਅਦਾਲਤ ਦੇ ਵਿੱਚ ਵੀ ਮੈਨੂੰ ਯਾਦ ਨਹੀਂ ਜੀ, ਮੈਨੂੰ ਪਤਾ ਨਹੀਂ, ਮੇਰੀ ਇਸ ਵੇਲੇ ਕੋਈ ਯਾਦਾਸ਼ਤ ਕੰਮ ਨਹੀਂ ਕਰਦੀ। ਇਸ ਕਰਕੇ ਉਹਨਾਂ ਦੀ ਯਾਦਾਸ਼ਤ ਕੰਮ ਕਰੇ ਨਾ ਕਰੇ, ਪਰ 2022 ਦੇ ਵਿੱਚ ਲੋਕਾਂ ਦੀ ਜਿਹੜੀ ਯਾਦਾਸ਼ਤ ਆ ਉਹ ਕੰਮ ਜ਼ਰੂਰ ਕਰੂਗੀ ਤੇ ਉਹ ਦੱਸੂਗੀ ਜ਼ਰੂਰ ਇਹਦੇ ਵਿੱਚ ਕੌਣ ਦੋਸ਼ੀ ਆ, ਕੌਣ ਇਹਨੂੰ ਕਰਾਉਣ ਵਾਲਾ ਸੀ ਤੇ ਕੌਣ ਜਿਨ੍ਹਾਂ ਨੇ ਕੀਤਾ ਆ ਉਹਨਾਂ ਨੂੰ ਜੇ ਸਜ਼ਾ ਨਹੀਂ ਦਿੱਤੀ ਤੇ ਉਹਦੇ ਵਿੱਚ ਕੌਣ ਹਾਜ਼ਰ ਆ। ਬਿਲਕੁਲ ਸਾਹਿਬ, ਇੱਦਾਂ ਹੋਵੇ ਤੇ ਚੰਗਾ ਹੈ। ਜਿੱਦਾਂ ਤੁਸੀਂ ਕਿਹਾ ਕਿ ਲੋਕਾਂ ਦੀ ਯਾਦਾਸ਼ਤ ਜਿਹੜੀ ਆ 22 ਤੱਕ ਉਸ ਗੱਲਾਂ ਨੂੰ ਯਾਦ ਰੱਖੇ ਤੇ ਵੋਟ ਪਾਉਣ ਵੇਲੇ ਵੀ ਉਹਨਾਂ ਨੂੰ ਇਹ ਗੱਲ ਧਿਆਨ 'ਚ ਰੱਖੇ ਹਰ ਵੋਟਰ, ਇਕੱਲੇ ਪੰਜਾਬ ਦਾ ਹੀ ਨਹੀਂ, ਜਦੋਂ ਵੀ ਕਿਤੇ ਵੋਟਾਂ ਹੁੰਦੀਆਂ, ਕਿ ਅਸਲ ਮੁੱਦੇ ਕੀ ਨੇ, ਸਾਡੀ ਜ਼ਿੰਦਗੀ ਨਾਲ ਜੁੜੇ ਹੋਏ ਸਰੋਕਾਰ ਕੀ ਨੇ ਤੇ ਰਾਜਨੀਤੀ ਦੇ ਲੋਕ ਕਰਦੇ ਕੀ ਨੇ। ਤੁਸੀਂ ਕਿਹਾ ਕਿ ਲੋਕ ਯਾਦ ਰੱਖਣਗੇ, ਪਰ ਹੁਣ ਤੱਕ ਦਾ ਇਤਿਹਾਸ ਇਹੀ ਦੱਸਦਾ 50 ਤੋਂ ਲੈ ਕੇ 1950 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੋਟਾਂ ਹੋਈਆਂ ਲੋਕੀ ਤੱਤੀਆਂ ਗੱਲਾਂ 'ਚ ਸਮੇਂ ਦੀਆਂ ਗੱਲਾਂ ਯਾਦ ਰੱਖਦੇ ਆ। ਸਿੱਧੂ ਨੇ ਕੈਪਟਨ ਨੂੰ ਕੀ ਕਿਹਾ, ਕੈਪਟਨ ਨੇ ਖਹਿਰੇ ਨੂੰ ਕੀ ਕਿਹਾ, ਖਹਿਰੇ ਨੇ ਬਾਦਲ ਨੂੰ ਕੀ ਕਿਹਾ, ਇਹ ਗੱਲਾਂ ਯਾਦ ਰਹਿੰਦੀਆਂ ਤੇ ਉਹ ਖੂੰਡੇ ਖੜਕਾਏ ਚੇਤੇ ਰਹਿ ਜਾਂਦੇ ਆ ਤੇ ਜਿਹੜੀਆਂ ਮੁੱਦੇ ਹੁੰਦੇ ਨੇ ਉਹ ਭਟਕ ਜਾਂਦੇ ਨੇ। ਤਾਂ ਹੀ ਕਰਕੇ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜੇ ਮੁੱਦੇ ਅਸਲ ਹੁੰਦੇ ਨੇ ਉਹ ਚੋਣਾਂ ਦੇ ਪ੍ਰਚਾਰ ਦੇ ਵਿੱਚ ਕਿਤੇ ਗੁਆਚ ਕੇ ਰਹਿ ਜਾਂਦੇ ਨੇ ਤੇ ਹੋਰ ਹੀ ਗੱਲਾਂ ਹੋਣ ਲੱਗ ਪੈਂਦੀਆਂ ਨੇ, ਇੱਕ ਦੂਜੇ ਦੇ ਵਿਰੋਧ ਦੀਆਂ ਗੱਲਾਂ ਹੋਣ ਲੱਗ ਪੈਂਦੀਆਂ ਨੇ, ਦਬਕੇ ਮਾਰੇ ਜਾਂਦੇ ਨੇ, ਘਟੀਆ ਸ਼ਬਦਾਵਲੀ ਵਰਤੀ ਜਾਂਦੀ ਆ, ਲੋੜ ਤੋਂ ਹਲਕੀਆਂ ਗੱਲਾਂ ਕੀਤੀਆਂ ਜਾਂਦੀਆਂ ਤੇ ਫਿਰ ਜਿਹੜੇ ਲੋਕ ਨੇ ਉਹ ਮੁੜ ਕੇ ਅਗਲੇ 5 ਸਾਲ ਫਿਰ ਹੋਰ ਸਰਕਾਰ ਉਡੀਕਦੇ ਰਹਿੰਦੇ ਨੇ ਜੀ। ਮਿਲਦੇ ਆ ਇਸੇ ਪ੍ਰੋਗਰਾਮ ਵਿੱਚ ਇੱਕ ਬ੍ਰੇਕ ਤੋਂ ਬਾਅਦ ਤੇ ਕਰਦੇ ਆ ਕੁਝ ਹੋਰ ਵਿਚਾਰਾਂ ਤੇ ਚਰਚਾ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਵਿਚਾਰ ਚਰਚਾ ਦੇ ਆਖਰੀ ਹਿੱਸੇ ਵਿੱਚ।
ਬਿਲਗਾ ਸਾਹਿਬ, ਅੱਜ ਅਸੀਂ ਕਾਫੀ ਗੱਲਾਂ ਪੰਜਾਬ ਦੀਆਂ ਕੀਤੀਆਂ, ਕਿਸਾਨ ਅੰਦੋਲਨ ਦੀ ਗੱਲ ਵੀ ਕੀਤੀ ਤੇ ਸਿੱਟ ਦੀ ਗੱਲ ਵੀ ਕੀਤੀ ਤੇ ਕਿਸਾਨ ਅੰਦੋਲਨ ਦਾ ਬੀਜੇਪੀ ਨਾਲ ਜੋ ਅਸਰ ਹੋ ਰਿਹਾ ਪੰਜਾਬ ਦੇ ਵਿੱਚ ਤੇ ਹਰਿਆਣੇ ਵਿੱਚ ਉਹਦੀ ਗੱਲ ਵੀ ਕੀਤੀ। ਪੰਜਾਬ ਦੀ ਇੱਕ ਹੋਰ ਬੜੀ ਮਸ਼ਹੂਰ ਤੇ ਬੜੀ ਮਹੱਤਵਪੂਰਨ ਸਿਆਸੀ ਧਿਰ ਰਹੀ ਹੈ ਜਿਨ੍ਹਾਂ ਦਾ ਗੱਠਜੋੜ ਹੁਣ ਅਕਾਲੀ ਦਲ ਨਾਲ ਹੋ ਗਿਆ। ਮੈਂ ਗੱਲ ਕਰਦਾ ਸੀ ਬੀਐਸਪੀ ਦੀ। ਬੀਐਸਪੀ ਦੇ ਵਿੱਚ ਵੀ ਆਪਸ ਦੇ ਵਿੱਚ ਕੁਝ ਖਿੱਚੋਤਾਣ ਜੀ ਚੱਲ ਰਹੀ ਹੈ, ਕੀ ਕਹਾਣੀ ਹੈ ਜੀ? ਸ਼ਰਮਾ ਜੀ, ਤੁਸੀਂ ਗੱਲ ਕਰ ਰਹੇ ਆ ਜਿਹੜਾ ਕਿ ਹੁਣੇ ਨਵਾਂ ਇੱਕ ਗੱਠਜੋੜ ਮੁਕਲਾਵੇ ਆਇਆ ਜੀ, ਤੇ ਉਹ ਮੁਕਲਾਵੇ ਆਉਂਦੇ ਸਾਰ ਹੀ ਜਿਹੜੀਆਂ ਉਹਨੇ ਚੂੜੀਆਂ ਖੜਕਣੀਆਂ ਸ਼ੁਰੂ ਹੋ ਗਈਆਂ ਜੀ। ਸ਼ੁਰੂਆਤੀ ਦਿਨਾਂ ਵਿੱਚ ਹੀ ਬਸਪਾ ਦੇ ਜਿਹੜੇ ਲੋਕਲ ਲੈਵਲ ਦੇ ਵਰਕਰ ਸੀ, ਚਾਹੇ ਉਹ ਬੰਗਾ ਤੋਂ ਸੀ, ਚਾਹੇ ਫਗਵਾੜਾ ਤੋਂ ਸੀ, ਚਾਹੇ ਫਲੋਰ ਤੋਂ ਸੀ, ਜਾਂ ਗੜਸ਼ੰਕਰ ਤੋਂ ਸੀ, ਜਾਂ ਦੁਆਬੇ ਖੇਤਰ ਦੇ ਜਿਹੜੇ ਜਿੱਥੇ ਵੀ ਸੀਗੇ ਜੀ, ਉੱਥੇ ਲੋਕਲ ਲੈਵਲ ਦੇ ਵਰਕਰਾਂ ਨੇ ਜਿੱਥੋਂ ਸੀਟਾਂ ਜਿਹੜੀਆਂ ਸੀ, ਬਹੁਤਾ ਜਿਹੜਾ ਖੇਤਰ ਸੀਗਾ ਉਹ ਇਸ ਸਮਾਜ ਨਾਲ ਜੁੜਿਆ ਹੋਇਆ ਸੀ ਬੀਐਸਪੀ ਦੇ ਨਾਲ, ਤੇ ਜਿਹੜਾ ਅਕਾਲੀ ਦਲ ਨੂੰ ਸੀਟਾਂ ਛੱਡ ਦਿੱਤੀਆਂ ਗਈਆਂ। ਇਹ ਘੁਸਰ ਮੁਸਰ ਤਾਂ ਕਾਫੀ ਦਿਨ ਹੁੰਦੀ ਰਹੀ ਹੈ ਜੀ, ਪਰ ਉਸ ਤੋਂ ਬਾਅਦ ਫਿਰ ਇਸ ਚੀਜ਼ ਨੂੰ ਜਦੋਂ ਇਸ ਚੀਜ਼ ਨੂੰ ਕੰਟਰੋਲ ਕੀਤਾ ਕਿ ਮਾਇਆਵਤੀ ਦਾ ਇੱਕ ਬਿਆਨ ਆ ਗਿਆ ਵੀ ਜਿਹੜੀਆਂ ਸੀਟਾਂ ਇਸ ਵੇਲੇ ਅਕਾਲੀ ਦਲ ਨਾਲ ਸੈੱਟ ਹੋ ਗਈਆਂ ਉਹਨਾਂ ਤੋਂ ਅੱਗੇ ਪਿੱਛੇ ਕੋਈ ਗੱਲ ਨਹੀਂ ਹੋਊਗੀ, ਤੇ ਜਿਹੜਾ ਵੀ ਤੁਹਾਨੂੰ ਹਲਕਾ ਮਿਲ ਗਿਆ ਉੱਥੇ ਆ ਨਾ ਤਨਦੇਹੀ ਨਾਲ ਕੰਮ ਕਰੋ ਜੀ। ਪਰ ਇਹ ਲੜਾਈ ਜਿਹੜੀ ਆ ਰੁਕਦੀ ਹਜੇ ਵੀ ਨਜ਼ਰ ਨਹੀਂ ਆ ਰਹੀ ਜੀ। ਜਿਵੇਂ ਕਿ ਆਪਾਂ ਪਿਛਲੇ ਦਿਨੀ ਦੇਖਿਆ ਕਿ ਰਛਪਾਲ ਰਾਜੂ ਜੀ ਜਿਹੜੇ ਗੜਸ਼ੰਕਰ ਤੋਂ ਉਹ ਇਲੈਕਸ਼ਨ ਵੀ ਲੜ ਚੁੱਕੇ ਆ 2 ਵਾਰ। ਉਸ ਤੋਂ ਬਾਅਦ ਇਸ ਵੇਲੇ ਉਹਨਾਂ ਦੀ ਮੌਜੂਦਾ ਪਤਨੀ ਕੌਂਸਲਰ ਆ ਜੀ, ਉਹਨਾਂ ਦੀਆਂ ਤਸਵੀਰਾਂ ਦੇ ਕੇ ਤੇ ਇੱਕ ਇਹਨਾਂ ਵਿੱਚ ਵੀ ਗਰੁੱਪਬੰਦੀ ਆ। ਜਸਵੀਰ ਸਿੰਘ ਗੜੀ ਗਰੁੱਪ ਨੇ ਉਹਨਾਂ ਨੂੰ ਭੈਣ ਮਾਇਆਵਤੀ ਦੇ ਕੋਲੋਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਛੁੱਟੀ ਕਰਾਤੀ ਜੀ। ਹੁਣ ਇਹ ਜਿਹੜੀ ਲੜਾਈ ਸੀਗੀ, ਇਹ ਲੜਾਈ ਹਜੇ ਵੀ ਜਿਹੜੀ ਆ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਹੀ। ਹੁਣ ਇੱਕ ਤੁਸੀਂ ਪਹਿਲਾਂ ਕਾਫੀ ਲੰਬਾ ਸਮਾਂ ਇੱਕ ਨਾਂ ਜਿਹੜਾ ਬਸਪਾ ਦੇ ਵਿੱਚ ਬੜਾ ਪੂਰਾ ਟੌਪ ਤੇ ਲਿਆ ਜਾਂਦਾ ਸੀਗਾ, ਉਹ ਸੀ ਅਵਤਾਰ ਸਿੰਘ ਕਰੀਮਪੁਰੀ ਜੀ। ਬਿਲਕੁਲ, ਉਹ ਵੀ ਜਿਹੜੇ ਦੁਆਬੇ ਨਾਲ ਹੀ ਰਾਜ ਸਭਾ ਮੈਂਬਰ ਰਹੇ, ਪਾਰਟੀ ਦੇ ਪ੍ਰਧਾਨ ਰਹੇ ਆ। ਰਛਪਾਲ ਰਾਜੂ ਵੀ ਪਾਰਟੀ ਦੇ ਪ੍ਰਧਾਨ ਰਹੇ ਆ ਜੀ। ਤੇ ਜਦੋਂ ਹੁਣ ਇੱਕ ਪ੍ਰਧਾਨ ਦੀ ਛੁੱਟੀ ਹੋ ਗਈ ਆ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਟੀਮ ਇਸ ਵੇਲੇ ਬੀਐਸਪੀ ਦੀ ਐਕਟਿਵਲੀ ਕੰਮ ਕਰ ਰਹੀ ਆ, ਉਹ ਪੁਰਾਣੇ ਕਿਸੇ ਵੀ ਜਿਹੜੇ ਲੀਡਰ ਉਹਨਾਂ ਨੂੰ ਸੀਨੀਅਰ ਆ ਉਹਨਾਂ ਦੀ ਛੁੱਟੀ ਬਾਰੋ-ਬਾਰੀ ਕਰਨਾ ਚਾਹੁੰਦੀ ਆ ਜੀ। ਉਹਨਾਂ ਨੇ ਵੀ ਇਹ ਕਿਹਾ ਵੀ ਅਵਤਾਰ ਸਿੰਘ ਕਰੀਮਪੁਰੀ ਇਸ ਵੇਲੇ ਪਿਛਲੇ ਵਾਰੀ ਉਹ 2017 ਚ ਫਲੋਰ ਹਲਕੇ ਤੋਂ ਇਲੈਕਸ਼ਨ ਲੜੇ ਸੀ ਬਸਪਾ ਦੀ, ਔਰ ਬਹੁਤ ਵੱਡੇ ਪੱਧਰ ਤੇ ਉਹ ਜਿਹੜਾ ਉਹ ਵੋਟ ਲੈ ਕੇ ਗਏ ਸੀਗੇ, ਤੇ ਉਹਨਾਂ ਨੂੰ ਮੰਨਿਆ ਜਾ ਰਿਹਾ ਸੀਗਾ ਕਿ ਜੇ ਪੀਡੀਏ ਗੱਠਜੋੜ ਕਾਇਮ ਰਹਿੰਦਾ ਤੇ ਇਸ ਵੇਲੇ ਜਿਹੜੀ ਸੀਟ ਸੀਗੀ ਉਹ ਕਿਸੇ ਪਾਰਟੀ ਨੂੰ ਹੋਰ ਨਹੀਂ ਸੀ ਜਾਣੀ। ਚਲੋ ਹੁਣ ਅਕਾਲੀ ਦਲ ਦੇ ਨਾਲ ਨਵਾਂ ਸਮਝੌਤਾ ਹੋ ਗਿਆ ਤੇ ਉਹ ਇਸ ਵੇਲੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਲੱਗੇ ਹੋਏ ਨੇ ਜੀ। ਕੁਝ ਲੋਕ ਉਹਨਾਂ ਨੂੰ ਮਿਲਣ ਜਾਂਦੇ ਆ ਜਿਹੜੇ ਇਤਰਾਜ਼ ਕਰਦੇ ਆ ਵੀ ਜਿਹੜਾ ਬੀਐਸਪੀ ਨੂੰ ਸੀਟਾਂ ਜਿਹੜੀਆਂ ਆ ਉੱਥੋਂ ਮਿਲਣੀਆਂ ਚਾਹੀਦੀਆਂ ਜਿਹੜੀਆਂ ਅਕਾਲੀ ਦਲ ਨੂੰ ਛੱਡੀਆਂ ਗਈਆਂ ਜੀ। ਉਹਨਾਂ ਨੇ ਜਿਹੜਾ ਪੰਜਾਬ ਮਾਮਲਿਆਂ ਦਾ ਇੰਚਾਰਜ ਸੀਗਾ ਰਣਧੀਰ ਸਿੰਘ ਬੈਨੀਪਾਲ ਜੀ, ਉਹਨਾਂ ਨੂੰ ਇਹ ਗੱਲ ਜਿਹੜੀ ਕਨਵੇ ਕਰ ਦਿੱਤੀ, ਤੇ ਉਹ ਗੱਲ ਜਿਹੜੀ ਰਾਸ ਨਹੀਂ ਆਈ ਜਸਵੀਰ ਸਿੰਘ ਗੜੀ ਨੂੰ, ਗੁਰਲਾਲ ਸੈਲਾ ਨੂੰ ਤੇ ਜਿਹੜੇ ਨਛੱਤਰਪਾਲ ਰਾਹੋਂ ਆ ਜੀ, ਕਿਉਂਕਿ ਇਹ ਚਾਹੁੰਦੇ ਆ ਵੀ ਹੁਣ ਹੌਲੀ-ਹੌਲੀ ਇਹ ਜਿਹੜਾ ਮਸਲਾ ਹੈਗਾ ਆ, ਰਛਪਾਲ ਰਾਜੂ ਵੀ ਲਾਈਨ 'ਚੋਂ ਬਾਹਰ ਹੋ ਗਿਆ ਤੇ ਹੁਣ ਕਰੀਮਪੁਰੀ ਨੂੰ ਇਸ ਪੰਜਾਬ ਦੀ ਰਾਜਨੀਤੀ 'ਚੋਂ ਬਾਹਰ ਕਿੱਦਾਂ ਕਰਨਾ। ਭਾਵੇਂ ਕਿ ਉਹਨਾਂ ਨੇ ਇੱਕ ਬਿਆਨ ਅੱਜ ਦਿੱਤਾ ਆ ਕਿ ਮੈਂ ਇਸ ਵੇਲੇ ਹਿਮਾਚਲ ਦੀ ਰਾਜਨੀਤੀ ਦੇ ਵਿੱਚ ਹਿੱਸਾ ਲੈ ਰਿਹਾ, ਮੈਂ ਉੱਥੇ ਦਾ ਇੰਚਾਰਜ ਆ ਤੇ ਜਿਹੜੀ ਮਾਇਆਵਤੀ ਦੇ ਆਦੇਸ਼ ਤੇ ਮੈਂ ਹਿਮਾਚਲ ਵਿੱਚ ਹੀ ਕੰਮ ਕਰ ਰਿਹਾ, ਮੈਂ ਪੰਜਾਬ ਦੀ ਰਾਜਨੀਤੀ 'ਚ ਕੋਈ ਦਖਲਅੰਦਾਜ਼ੀ ਨਹੀਂ ਕਰ ਰਿਹਾ। ਪਰ ਜਿਸ ਤਰ੍ਹਾਂ ਦੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਬਿਆਨ ਆ ਰਹੇ ਆ ਇਸ ਗਰੁੱਪ ਦੇ, ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸਾਬਕਾ ਪ੍ਰਧਾਨ ਦੂਜਾ ਆ ਉਹਦੀ ਵੀ ਛੁੱਟੀ ਹੋਣ ਲਈ ਇੱਕ ਰਾਸਤੇ ਬਣਾਏ ਜਾ ਰਹੇ ਆ। ਇਹ ਅੱਜ ਦਾ ਨਹੀਂ ਚੱਲਦਾ, ਤੁਸੀਂ ਪਿੱਛੇ ਨਿਗਾਹ ਮਾਰ ਕੇ ਦੇਖੋਗੇ ਜਿਨ੍ਹਾਂ ਨੇ ਡਾਕਟਰ ਅੰਬੇਦਕਰ ਜੀ ਦੀ ਫਿਲਾਸਫੀ ਤੋਂ ਬਾਅਦ ਬਾਊ ਕਾਂਸ਼ੀ ਰਾਮ ਨੇ ਜਿਹੜੀ ਇਹ ਲਹਿਰ ਸ਼ੁਰੂ ਕੀਤੀ ਸੀ, ਹੌਲੀ-ਹੌਲੀ ਪਾਰਟੀ ਬਣੀ। ਪਾਰਟੀ ਤੋਂ ਬਾਅਦ ਜਿਹੜੇ ਉਸ ਵੇਲੇ ਦੇ ਟਕਸਾਲੀ ਜਿਹੜੇ ਉਸ ਵੇਲੇ ਦੇ ਵਰਕਰ ਸੀਗੇ, ਲੀਡਰ ਸੀਗੇ, ਜਿਨ੍ਹਾਂ ਵਿੱਚ ਹਰਭਜਨ ਲਾਖਾ ਸੀਗਾ, ਡਾਕਟਰ ਹਰਜਿੰਦਰ ਜੱਖੂ ਸੀਗਾ ਤੇ ਸਤਨਾਮ ਸਿੰਘ ਕੈਂਥ ਸੀਗਾ, ਇੱਦਾਂ ਦੇ ਜਿਹੜੇ ਆ ਪਵਨ ਕੁਮਾਰ ਟੀਨੂ ਵੀ ਤਾਂ ਅਕਸਰ ਬਸਪਾ ਛੱਡ ਕੇ ਗਏ ਹੋਏ ਨੇ, ਕਿਉਂਕਿ ਪਵਨ ਕੁਮਾਰ ਟੀਨੂ ਨੇ ਉਸ ਵੇਲੇ ਇਸ ਗੱਲ ਦੀ ਹਮਾਇਤ ਕੀਤੀ ਸੀ ਕਿ ਪੰਜਾਬ ਵਿੱਚ ਜਿਹੜਾ ਆ ਸਾਨੂੰ ਕਿਸੇ ਨਾਲ ਗੱਠਜੋੜ ਕਰਨਾ ਚਾਹੀਦਾ। ਇਸੇ ਕਰਕੇ ਉਸ ਵੇਲੇ ਪਵਨ ਟੀਨੂ ਨੂੰ ਫਿਰ ਬਾਹਰ ਦਾ ਰਸਤਾ ਦਿਖਾ ਦਿੱਤਾ ਤਾਂ ਉਹਨਾਂ ਨੇ ਆਪਣੀ ਨਿੱਜੀ ਪਾਰਟੀ ਬਣਾ ਲਈ। ਪਾਰਟੀ ਬਣਾਉਣ ਤੋਂ ਬਾਅਦ ਫਿਰ ਉਹ ਅਕਾਲੀ ਦਲ ਦੇ ਵਿੱਚ ਇਸ ਵੇਲੇ ਸ਼ਾਮਲ ਹੋ ਗਿਆ ਤਾਂ 2 ਵਾਰ ਉਹ ਆਦਮਪੁਰ ਤੋਂ ਵਿਧਾਇਕ ਬਣ ਗਏ। ਇਹ ਜਿਹੜਾ ਉਸ ਵੇਲੇ ਤੱਕ ਜਿਹੜੀਆਂ ਧਿਰਾਂ ਜਿਹੜੀਆਂ ਇੱਕ ਦੂਜੇ ਨੂੰ ਕੱਢਣ ਦੇ ਜ਼ੋਰ ਲਾਉਂਦੀਆਂ ਸੀਗੀਆਂ, ਅਵਤਾਰ ਸਿੰਘ ਕਰੀਮਪੁਰੀ ਵੇਲੇ ਵੀ ਬੜੇ ਆਗੂ ਕੱਢੇ ਗਏ, ਉਹ ਰਛਪਾਲ ਰਾਜੂ ਵੇਲੇ ਵੀ ਬੜੇ ਕੱਢੇ ਗਏ। ਉਸ ਵੇਲੇ ਆਪਾਂ ਭੁੱਲ ਨਹੀਂ ਸਕਦੇ ਜਿਹੜਾ ਸ਼ਿੰਗਾਰਾ ਰਾਮ ਸਹੂੰਗੜਾ ਜਿਹੜਾ ਬਹੁਤ ਵੱਡਾ ਬੁਲਾਰਾ ਬਸਪਾ ਦਾ, ਉਹਨਾਂ ਨੂੰ ਵੀ ਬਾਹਰ ਦੇ ਰਸਤੇ ਦਿਖਾਏ ਗਏ। ਉਦੋਂ ਇਹੀ ਗੁਰਲਾਲ ਸੈਲਾ ਹੁਣੀ ਜਾਂ ਇਹ ਸਹੂੰਗੜਾ ਨੂੰ ਕੱਢਣ ਦੇ ਵਿੱਚ ਅਵਤਾਰ ਸਿੰਘ ਕਰੀਮਪੁਰੀ, ਰਛਪਾਲ ਰਾਜੂ ਇਹ ਮੋਹਰੀ ਸੀਗੇ। ਅੱਜ ਜਦੋਂ ਆਪਣੀ ਵਾਰੀ ਆ ਗਈ ਤੇ ਅੱਜ ਉਹ ਦੇਖਦੇ ਵੀ ਹੁਣ ਸਾਡੀ ਮਤਲਬ ਦੂਜੀ ਜਿਹੜੀ ਨਵੀਂ ਧਿਰ ਆ ਗਈ ਉਹ ਸਾਨੂੰ ਵੀ ਇਸ ਚੀਜ਼ ਤੋਂ ਰਸਤੇ ਤੋਂ ਬਾਹਰ ਕਰ ਸਕਦੀ ਹੈ। ਸਭ ਨੂੰ ਵੱਡੀ ਗੱਲ ਸ਼ਰਮਾ ਜੀ, ਸੁਖਬੀਰ ਬਾਦਲ ਇਸ ਵੇਲੇ ਇਸ ਵਾਰੀ ਚਿੰਤਾ ਦੇ ਵਿੱਚ ਆ ਵੀ ਬਸਪਾ ਦੀ ਜਿਹੜੀ ਵੋਟ ਸਾਨੂੰ ਟਰਾਂਸਫਰ ਹੋਣੀ ਆ, ਜੇ ਲੋਕਲ ਲੈਵਲ ਤੇ ਥੱਲੇ ਇਦਾਂ ਹੀ ਵਿਰੋਧ ਰਿਹਾ ਤੇ ਅਕਾਲੀ ਦਲ ਨੂੰ ਉਹ ਫਾਇਦਾ ਹੋਊਗਾ ਜੀ ਜਿਹੜੀ ਸੋਚ ਨਾਲ ਉਹਨਾਂ ਨੇ ਇਹਨਾਂ ਨਾਲ ਗੱਠਜੋੜ ਕੀਤਾ, ਜਾਂ ਨਹੀਂ ਹੋਊਗਾ।
ਇਹ ਇਸ ਵੇਲੇ ਦੋਨਾਂ ਦੇ ਗੱਠਜੋੜ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਬਿਲਕੁਲ ਤੁਸੀਂ ਦਰੁਸਤ ਫਰਮਾਇਆ, ਗੱਲ ਕਿਹਾ ਕਿ ਚਿੰਤਾ ਦਾ ਵਿਸ਼ਾ ਤੇ ਫਿਰ ਵੱਡੀ ਪਾਰਟੀ ਲਈ ਇਹੀ ਆ, ਅਕਾਲੀ ਦਲ ਲਈ, ਕਿ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਖਿੱਚੋਤਾਣ ਆ, ਚਾਹੇ ਉਹ ਥੋੜੇ ਲੈਵਲ ਤੇ ਨਜ਼ਰ ਆਉਂਦੀ ਆ, ਚਾਹੇ ਉਹ ਜਿੱਥੇ ਉਹਨਾਂ ਦਾ ਕੇਡਰ ਵੱਧ ਮਜ਼ਬੂਤ ਆ ਉੱਥੇ ਨਜ਼ਰ ਆਉਂਦੀ ਆ। ਗੱਠਜੋੜ ਜਿਹੜੇ ਨੇ ਉਹ ਹੋ ਜਾਂਦੇ ਨੇ। ਜਦ ਅਸੀਂ ਗੱਠਜੋੜ ਦੀ ਗੱਲ ਕਰੀਏ, ਪਿਛਲੀ ਵਾਰ ਯੂਪੀ ਦੀਆਂ ਇਲੈਕਸ਼ਨ ਦੇ ਵਿੱਚ ਜਿਹੜਾ ਗੱਠਜੋੜ ਹੋਇਆ ਸੀ ਜੀ, ਉੱਥੇ ਬੀਜੇਪੀ ਦੇ ਖਿਲਾਫ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਸੀ, ਕਾਂਗਰਸ ਵੀ ਤੇ ਬਹੁਜਨ ਸਮਾਜ ਪਾਰਟੀ ਵੀ ਤੇ ਮੁਲਾਇਮ ਸਿੰਘ ਯਾਦਵ ਦੀ ਜਿਹੜੀ ਆ ਸਮਾਜਵਾਦੀ ਪਾਰਟੀ ਵੀ। ਪਰ ਉਸ ਗੱਠਜੋੜ ਦੇ ਵਿੱਚ ਇਹੀ ਗੱਲ ਰਹਿ ਗਈ ਸੀ ਜਿਹੜੀ ਤੁਸੀਂ ਹੁਣ ਗੱਲ ਕੀਤੀ ਆ, ਕਿ ਵੋਟਾਂ ਜਿਹੜੀਆਂ ਉਹ ਟਰਾਂਸਫਰ ਨਹੀਂ ਹੋਈਆਂ। ਇਸ ਵਾਰ ਵੀ ਉੱਥੇ ਰਾਜਨੀਤਿਕ ਜਿਹੜੇ ਅੰਕੜੇ ਨੇ, ਰਾਜਨੀਤਿਕ ਵਿਗਿਆਨਿਕ ਨੇ, ਜਿਹੜੇ ਜੇ ਰਾਜਨੀਤਿਕ ਚਿੰਤਕ ਨੇ, ਜਾਂ ਜਿਹੜੇ ਸਾਡੇ ਤੁਹਾਡੇ ਵਾਂਗ ਰਾਜਨੀਤੀ 'ਚ ਡੁੱਬੇ ਹੋਏ ਲੋਕ ਨੇ, ਉਹੀ ਦੇਖਦੇ ਨੇ ਕਿ ਜੇਕਰ ਇਹੋ ਜਿਹੇ ਗੱਠਜੋੜ ਬਣਨਗੇ, ਸਿੱਧੇ ਤੌਰ ਤੇ ਬਣਨਗੇ, ਤੇ ਉਹਦਾ ਅਸਰ ਘੱਟ ਹੋਵੇਗਾ। ਜੇਕਰ ਇਦਾਂ ਹੋਵੇਗਾ ਕਿ ਜਿੱਥੇ ਬੀਐਸਪੀ ਮਜ਼ਬੂਤ ਆ ਉੱਥੇ ਸਪਾ ਆਪਣਾ ਕੈਂਡੀਡੇਟ ਨਾ ਖੜਾ ਕਰੇ, ਜਿੱਥੇ ਸਪਾ ਮਜ਼ਬੂਤ ਆ ਉੱਥੇ ਬੀਐਸਪੀ ਆਪਣਾ ਕੈਂਡੀਡੇਟ ਖੜਾ ਨਾ ਕਰੇ, ਇਹੋ ਜਿਹਾ ਹੀ ਜਿਹੜਾ ਤਰੀਕਾ ਆ ਉਹ ਕਾਂਗਰਸ ਨਾਲ ਅਪਣਾਇਆ ਜਾਵੇ। ਜਸ਼ਵੰਤ ਸਿਨਹਾ, ਪ੍ਰਸ਼ਾਂਤ ਕਿਸ਼ੋਰ ਤੇ ਸ਼ਰਦ ਯਾਦਵ ਦਾ ਬੜਾ ਜ਼ੋਰ ਲੱਗਿਆ ਹੋਇਆ, ਸ਼ਰਦ ਪਵਾਰ ਜੀ ਦਾ, ਕਿ ਯੂਪੀ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਆ ਉਹਨਾਂ ਤੇ ਇਹੋ ਜਿਹਾ ਕੁਝ ਕੀਤਾ ਜਾਵੇ ਤਾਂ ਜੋ ਜਿਹੜੀਆਂ ਪਿਛਲੀ ਵਾਰ ਗਲਤੀਆਂ ਕੀਤੀਆਂ ਜਿਹਦੇ ਨਾਲ ਬੀਜੇਪੀ ਬਹੁਤ ਮਜ਼ਬੂਤ ਹੋਈ ਉਹ ਨਾ ਹੋ ਸਕੇ। ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਸੁਖਬੀਰ ਸਿੰਘ ਬਾਦਲ ਲਈ ਇਹ ਪਰੇਸ਼ਾਨੀ ਦਾ ਸਬਬ ਤਾਂ ਰਹੇਗਾ ਕਿ ਇਹਨਾਂ ਦੀ ਘਟਨਾ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਤੇ ਕੀ ਨਹੀਂ। ਬਾਕੀ ਜਿਹੜੀ ਤੁਸੀਂ ਗੱਲ ਦੱਸੀ ਕਿ ਜਦੋਂ ਵੀ ਕੋਈ ਲੀਡਰ ਬਣਦਾ ਆ ਉਹਦੀ ਕੋਸ਼ਿਸ਼ ਰਹਿੰਦੀ ਆ ਕਿ ਜਿਹੜੇ ਉਹਦੇ ਵਿਰੋਧੀ ਨੇ ਜਾਂ ਉਹਦੀ ਵਿਰੋਧਤਾ ਕਰਨ ਵਾਲੇ ਲੋਕ ਨੇ, ਭਾਵੇਂ ਉਸੇ ਪਾਰਟੀ ਦੇ ਉਸੇ ਕਮਾਂਡ ਦੇ ਵਿੱਚ ਹੋਣ, ਜੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਜਾਂ ਫਿਰ ਉਹਨਾਂ ਨੂੰ ਥੋੜ੍ਹਾ ਬਹੁਤ ਦਬਾ ਕੇ ਰੱਖਿਆ ਜਾਵੇ ਤਾਂ ਜੋ ਜਿਹੜੀ ਪ੍ਰਧਾਨਗੀ ਨੂੰ ਕੋਈ ਆਂਚ ਨਾ ਆਵੇ ਤੇ ਉਹਦਾ ਜਿਹੜਾ ਰਾਜ ਆ ਉਹ ਰਵੇ। ਪਰ ਅਸੀਂ ਇਹ ਜਿਹੜੇ ਲੀਡਰ ਲੋਕ ਆ ਇਹ ਗੱਲ ਭੁੱਲ ਜਾਂਦੇ ਆ, ਫਿਰ ਰਾਜ ਜਿਹੜਾ ਕਦੇ ਵੀ ਸਦੀਵੀ ਨਹੀਂ ਹੁੰਦਾ। ਸਮੇਂ ਸ਼ਰਮਾ ਜੀ ਇੱਕ ਗੱਲ ਹੋਰ ਜੋੜਦੇ ਨੇ, ਗੜਸ਼ੰਕਰ ਦੀ ਸੀਟ ਬੜੀ ਸਟਰੋਂਗ ਬਸਪਾ ਦੀ ਸੀਟ ਰਹੀ ਆ। ਬਿਲਕੁਲ, ਉੱਥੋਂ ਇਸ ਵੇਲੇ ਰੋੜੀ ਸਾਹਿਬ ਜਿਹੜੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। ਇੱਕ ਗੱਲ ਮੰਨੋ ਕਿ ਗੜਸ਼ੰਕਰ ਦੀ ਸੀਟ ਇਸੇ ਕਰਕੇ ਬੜੇ ਸਟਰੋਂਗਲੀ ਇਹ ਜਸਵੀਰ ਗੜੀ ਵਾਲੇ ਗਰੁੱਪ ਨੇ ਤਾਂ ਨਹੀਂ ਮੰਗੀ ਅਕਾਲੀ ਦਲ ਕੋਲੋਂ ਵੀ ਉੱਥੇ ਰਸ਼ਪਾਲ ਰਾਜੂ ਜਿਹੜਾ ਆ ਉਹ ਮਹੱਤਵਪੂਰਨ ਕੈਂਡੀਡੇਟ ਆ ਉੱਥੋਂ, ਇਸੇ ਕਰਕੇ ਉਹ ਜਿਹੜੀ ਅਕਾਲੀ ਦਲ ਨੂੰ ਉਹ ਸੌਖੀ ਛੱਡ ਦਿੱਤੀ ਗਈ, ਜਿਹਦੀ ਵਜ੍ਹਾ ਕਰਕੇ ਉਹਨਾਂ ਨੇ ਫਿਰ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਇਹ ਸਮੇਂ ਤੇ ਜਿਹੜਾ ਹਰ ਪਾਰਟੀਆਂ 'ਚ ਹੁੰਦਾ ਹੈ। ਜੀ ਬਿਲਕੁਲ ਸਾਹਿਬ, ਜੇ ਅਸੀਂ ਅੱਜ ਦੀ ਪ੍ਰੋਗਰਾਮ ਦੀ ਗੱਲ ਕਰੀਏ ਤੇ ਸਾਰਾ ਜਿਹੜਾ ਰਾਜਨੀਤੀ ਜਾਂ ਕਿਸਾਨ ਅੰਦੋਲਨ ਨਾਲ ਰਿਹਾ। ਜੇ ਅਸੀਂ ਥੋੜ੍ਹੀ ਜਿਹੀ ਗੱਲ ਇੰਟਰਨੈਸ਼ਨਲ ਪੋਲਿਟਿਕਸ ਦੀ ਕਰੀਏ, ਅਫਗਾਨਿਸਤਾਨ ਦੇ ਵਿੱਚੋਂ ਅਮਰੀਕਾ ਨੇ ਬਾਹਰਲਾ ਰਸਤਾ ਅਪਣਾ ਲਿਆ। ਕੋਈ ਲਗਭਗ 20 ਸਾਲ ਦੀ ਉੱਥੇ ਜਿਹੜੀ ਜੱਦੋਜਹਿਦ ਰਹੀ ਤਾਲਿਬਾਨ ਨੂੰ ਖਤਮ ਕਰਨ ਦੀ, ਜਾਂ ਲਦੇਨ ਵਾਲੀ ਘਟਨਾ ਤੋਂ ਬਾਅਦ ਅਮਰੀਕਾ ਤੇ ਹਮਲਾ ਹੋਇਆ, ਉਸ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ, ਬਹੁਤ ਨੁਕਸਾਨ ਹੋਇਆ, ਬਹੁਤ ਜਾਨਾਂ ਵੀ ਗਈਆਂ ਤੇ ਉਸ ਮੁਲਕ ਦਾ ਵੀ ਬਹੁਤ ਨੁਕਸਾਨ ਹੋਇਆ। ਉਸ ਤੋਂ ਬਾਅਦ ਫਿਰ ਪਿਛਲੀ ਪ੍ਰਸ਼ਾਸਨ ਨੇ ਇਹ ਕੋਸ਼ਿਸ਼ ਕੀਤੀ ਸੀ, ਟਰੰਪ ਸਾਹਿਬ ਨੇ, ਕਿ ਉੱਥੋਂ ਜਿਹੜੀਆਂ ਫੌਜਾਂ ਆ ਉਹਨੂੰ ਵਾਪਸ ਜਾਣ ਦਾ ਰਸਤਾ ਬਣਾਇਆ ਜਾਵੇ, ਕਿਉਂਕਿ ਬਹੁਤ ਦੇਰ ਤੱਕ ਤੁਸੀਂ ਫੌਜਾਂ ਨੂੰ ਦੂਜੇ ਦੇਸ਼ 'ਚ ਰੱਖਦੇ ਆ ਤਾਂ ਖਰਚਾ ਵੀ ਬਹੁਤ ਹੁੰਦਾ ਤੇ ਉਹਦੇ ਹੋਰ ਵੀ ਬਹੁਤ ਸਾਰੇ ਜਿਹੜੇ ਕਾਰਨ ਨਜ਼ਰ ਆਉਂਦੇ ਨੇ। ਅਫਗਾਨਿਸਤਾਨ ਦੀ ਜੇ ਅਸੀਂ ਗੱਲ ਕਰੀਏ ਤੇ ਭਾਰਤ ਨੇ ਉੱਥੇ ਬਹੁਤ ਸਾਰੇ ਪ੍ਰੋਜੈਕਟ ਲਾਏ ਸੀ, ਬਹੁਤ ਸਾਰੀਆਂ ਡਿਵੈਲਪਮੈਂਟਸ ਦੀਆਂ ਕੰਮਾਂ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਵੀ ਸੀ। ਮੋਦੀ ਸਾਹਿਬ ਵੀ ਕਹਿੰਦੇ ਸੀ ਕਿ ਅਫਗਾਨਿਸਤਾਨ ਨਾਲ ਸਾਡੀ ਦੋਸਤੀ ਆ, ਤੇ ਇਹ ਦੋਸਤ ਤੇ ਖੈਰ ਸਾਰਿਆਂ ਦੇ ਬਣਦੇ ਨੇ। ਤੇ ਇਹਨਾਂ ਦਾ ਕਿਤੇ ਨਾ ਕਿਤੇ ਉੱਥੇ ਰਹਿ ਕੇ ਜਾਂ ਉੱਥੇ ਕੰਮ ਕਰਕੇ ਜਿਹੜਾ ਨਿਸ਼ਾਨਾ ਸਾਧਣ ਦੀ ਗੱਲ ਇਹ ਵੀ ਸੀ ਕਿ ਪਾਕਿਸਤਾਨ ਨੂੰ ਇਹ ਦਵਲ ਸਕਣ। ਹੁਣ ਉੱਥੋਂ ਇੱਕ ਸਫਾਰਤਖਾਨਾ ਖਾਲੀ ਕਰ ਦਿੱਤਾ ਗਿਆ, ਤੇ ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਕਿੱਦਾਂ ਦੇਖਦੇ ਹੋ? ਸ਼ਰਮਾ ਜੀ ਤੁਸੀਂ ਗੱਲ ਕੀਤੀ ਜਿਹੜੀ ਅਫਗਾਨਿਸਤਾਨ ਦੀ, ਜੇ ਆਪਾਂ 20 ਕੁ ਸਾਲ ਪਿੱਛੇ ਨੂੰ ਵੀ ਨਿਗਾਹ ਮਾਰ ਕੇ ਦੇਖਦੇ ਆ ਤੇ ਸਾਨੂੰ ਦੇਖਣਾ ਪਊਗਾ ਵੀ ਇਹ ਜੰਗਾਂ ਯੁੱਧਾਂ ਦਾ ਘਟਨਾਕ੍ਰਮ ਦਾ ਨਤੀਜਾ ਕੀ ਨਿਕਲਿਆ। ਨਤੀਜਾ ਕੀ ਨਿਕਲਿਆ ਕਿ ਜਦੋਂ ਆਪਣਾ ਭਾਰਤ ਦਾ ਵੀ ਜਹਾਜ਼ ਇੱਕ ਅਗਵਾ ਕਰਕੇ ਜਦੋਂ ਕੰਧਾਰ ਜਾ ਕੇ ਲਾਇਆ ਜਾਂਦਾ ਆ ਤੇ ਉਹ ਸਾਰੀਆਂ ਘਟਨਾਵਾਂ ਆਪਣੇ ਅੱਖਾਂ ਦੇ ਸਾਹਮਣੇ ਵਰਤੀਆਂ ਆ, ਆਪਾਂ ਦੇਖੀਆਂ, ਸੁਣੀਆਂ, ਪੜ੍ਹੀਆਂ ਆ। ਆਪਾਂ ਦੇਖਦੇ ਹਾਂ ਕਿ 20 ਸਾਲ ਦੇ ਵਿੱਚ ਕਿੰਨਾ ਇਸ ਵੇਲੇ ਇੰਟਰਨੈਸ਼ਨਲ ਪੋਲਿਟਿਕਸ ਤੇ ਇਸ ਅਫਗਾਨਿਸਤਾਨ ਦੀ ਰਾਜਨੀਤੀ ਦਾ, ਅਫਗਾਨਿਸਤਾਨ ਦੇ ਯੁੱਧਾਂ ਦਾ ਅਸਰ ਹੋਇਆ ਆ। ਦੂਸਰੀ ਕਿੱਡੀ ਵੱਡੀ ਗੱਲ ਹੋਈ ਆ ਕਿ ਉੱਥੇ ਲੋਕਲ ਅਫਗਾਨਿਸਤਾਨੀ ਸੀ, ਚਾਹੇ ਉਹ ਤਾਲਿਬਾਨ ਗਰੁੱਪ 'ਚ ਲੜਦੇ ਸੀ, ਚਾਹੇ ਉਹ ਸਰਕਾਰੀ ਧਿਰ 'ਚ ਲੜਦੇ ਸੀ, ਅਕਸਰ ਨੂੰ ਮਰੇ ਤਾਂ ਅਫਗਾਨਿਸਤਾਨ ਦੇ ਲੋਕ ਹੀ ਆ ਨਾ। ਤੇ ਸਭ ਨੂੰ ਵੱਡੀ ਗੱਲ ਇਹ ਦੇਖੀਏ ਵੀ ਪਿਛਲੇ 20 ਸਾਲ ਦੇ ਵਿੱਚ ਜਿੰਨਾ ਆਰਥਿਕ ਤੌਰ ਤੇ ਨੁਕਸਾਨ ਅਫਗਾਨਿਸਤਾਨ ਦਾ ਹੋਇਆ, ਔਰ ਜਿੰਨਾ ਵੱਡਾ ਪੱਧਰ ਤੇ ਇਸ ਵੇਲੇ ਅਮਰੀਕਾ ਦੀਆਂ ਜਾਂ ਹੋਰ ਦੇਸ਼ਾਂ ਦੀਆਂ ਫੌਜਾਂ ਜਿਹੜੀਆਂ ਉੱਥੇ ਬੈਠ ਕੇ ਇਹ ਗੱਲ ਦੀ ਬਹਾਲੀ ਕਰਨ ਲਈ ਤਿਆਰ ਸੀ ਵੀ ਅਸੀਂ ਤਾਲਿਬਾਨ ਰਾਜ ਨਹੀਂ ਆਉਣ ਦੇਣਾ, ਇੱਥੇ ਲੋਕਤੰਤਰ ਰਾਜ ਆਉਣਾ ਚਾਹੀਦਾ। ਭਾਈ ਕੀ ਅਸੀਂ ਉਹ ਨਿਸ਼ਾਨਾ ਪ੍ਰਾਪਤ ਕਰ ਲਿਆ? ਦੂਸਰਾ ਸਭ ਨੂੰ ਵੱਡੀ ਕਿ ਆਉਣ ਵਾਲੇ 20 ਸਾਲ ਵੀ ਜਿੰਨਾ ਖਰਚਾ ਉਹਨਾਂ ਦੇਸ਼ਾਂ ਦੇ ਸਿਰ ਚੜ੍ਹ ਗਿਆ ਇੰਨਾ ਵੀ ਉਹ ਕੀ ਆਰਥਿਕ ਤੌਰ ਤੇ ਉਹ ਦੁਬਾਰਾ ਉਹ ਚੀਜ਼ ਦੇ ਝੱਲ ਸਕਣਗੇ? ਪਰ ਹੁਣ ਜਦੋਂ ਫੌਜਾਂ ਅਮਰੀਕਾ ਨੇ ਉੱਥੋਂ ਵਾਪਸ ਬੁਲਾਉਣੀਆਂ ਹਜੇ ਸ਼ੁਰੂ ਕੀਤੀਆਂ ਤੇ ਤੁਸੀਂ ਦੇਖ ਰਹੇ ਕਿ ਉੱਥੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਤਾਲਿਬਾਨ ਗਰੁੱਪਾਂ ਦਾ ਇਸ ਵੇਲੇ ਬੋਲਬਾਲਾ ਫੇਰ ਸ਼ੁਰੂ ਹੋ ਗਿਆ, ਗਹਿ ਗੱਚ ਲੜਾਈ ਸ਼ੁਰੂ ਹੋ ਗਈ ਆ। ਇਸੇ ਵਜ੍ਹਾ ਕਰਕੇ ਕੰਧਾਰ ਤੋਂ
ਤਕਰੀਬਨ 50 ਬੰਦਿਆਂ ਦਾ ਜਿਹੜਾ ਗਰੁੱਪ ਸੀਗਾ, 50 ਬੰਦਿਆਂ ਦਾ ਅਮਲਾ ਆਇਆ, ਉਹ ਭਾਰਤ ਸਰਕਾਰ ਨੇ ਆਪਣੇ 에ਅਰਲਾਈਨ ਰਾਹੀਂ ਉਹ ਲਿਫਟ ਕਰ ਲਿਆ, ਉੱਥੋਂ ਚੱਕ ਲਿਆ। ਭਾਵੇਂ ਕਿ ਕਾਬਲ ਵਾਲਾ ਸਫਾਰਤਖਾਨਾ ਜਿਹੜਾ ਹੈਗਾ ਆ ਉਹ ਇਸ ਵੇਲੇ ਉੱਥੇ ਮੌਜੂਦ ਆ। ਜਿਹੜੀ ਵੀਜ਼ਾ ਪ੍ਰਣਾਲੀ ਆ ਉਹ ਵੀ ਜਿਹੜੀ ਇਸ ਵੇਲੇ ਕਾਬਲ ਤੋਂ ਹੀ ਜਿਹੜੀ ਆ ਕੰਟਰੋਲ ਕੀਤੀ ਜਾਊਗੀ। ਇਹ ਬਹੁਤ ਵੱਡੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਭਾਰਤ ਦੇ ਖਿੱਤੇ ਜਾਂ ਇਸ ਖਿੱਤੇ ਲਈ ਇੱਕ ਵੱਡੀ ਘਟਨਾ ਆ ਕਿ ਜਿਹੜਾ ਤਾਲਿਬਾਨ ਗਰੁੱਪ ਇਸ ਵੇਲੇ ਉੱਥੇ ਫੇਰ ਹਾਵੀ ਹੋ ਰਿਹਾ ਹੈ। ਤੇ ਅਸੀਂ ਇਸ 20 ਸਾਲ ਦੇ ਵਿੱਚ ਕਹੀਏ ਵੀ ਜਿੰਨਾ ਧਰਮ ਦੇ ਨਾਂ ਤੇ, ਜਿੰਨਾ ਇਸ ਖਿੱਤੇ ਦੇ ਨਾਂ ਤੇ ਲੜਾਈ ਹੋਈ ਆ, ਉਹਦਾ ਨਤੀਜਾ ਇਸ ਵੇਲੇ ਵੀ ਉੱਥੇ ਹੀ ਖੜਾ ਜਿਹੜਾ 20 ਸਾਲ ਪਿੱਛੇ ਖੜਾ ਸੀਗਾ ਜੀ। ਤੇ ਇਹ ਤੋਂ ਦੇਖਣਾ ਚਾਹੀਦਾ ਵੀ ਜਿਵੇਂ ਸੈਕੰਡ ਵਰਲਡ ਵਾਰ ਤੋਂ ਬਾਅਦ ਵੀ ਐਡੀ ਭਿਆਨਕ ਜਿਹੜਾ ਯੁੱਧ ਹੋਇਆ, ਉਸ ਤੋਂ ਬਾਅਦ ਵੀ ਅਕਸਰ ਨੂੰ ਗੱਲ ਤਾਂ ਟੇਬਲ ਟਾਕ ਤੇ ਆਣ ਕੇ ਨਿਬੜੀ ਸੀ ਨਾ। ਬਿਲਕੁਲ। ਤੇ ਕੀ 20 ਸਾਲਾਂ ਦੇ ਵਿੱਚ ਇੱਥੇ ਆਣ ਕੇ ਟੇਬਲ ਟਾਕ ਨਹੀਂ ਹੋ ਸਕਦੀ? ਗਨ ਦੇ ਉੱਤੇ ਕਦੀ ਵੀ ਕਿਸੇ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ, ਕੁਝ ਸਮੇਂ ਲਈ ਦਬਾਇਆ ਜਾ ਸਕਦਾ, ਪਰ ਵੱਡੇ ਲੰਬੇ ਸਮੇਂ ਲਈ ਕਿਸੇ ਨਾਲ ਤੁਸੀਂ ਗਨ ਪੁਆਇੰਟ ਤੇ ਨਹੀਂ ਕੰਟਰੋਲ ਕਰ ਸਕਦੇ। ਇਸੇ ਕਰਕੇ ਜਿਹੜਾ ਇਸ ਵੇਲੇ ਅਫਗਾਨਿਸਤਾਨ ਦੀ ਸਥਿਤੀ ਆ ਉਹ ਆਉਣ ਵਾਲੇ ਸਮੇਂ ਲਈ, ਖਾਸ ਕਰਕੇ ਸਾਡੇ ਭਾਰਤੀ ਖਿੱਤੇ ਲਈ, ਪਾਕਿਸਤਾਨ ਦੇ ਖਿੱਤੇ ਲਈ, ਇਹ ਸਾਰੇ ਖਿੱਤੇ ਲਈ ਬਹੁਤ ਘਾਤਕ ਆ। ਹੁਣ ਫੌਜਾਂ ਨਿਕਲਣ ਤੋਂ ਬਾਅਦ ਉੱਥੇ ਤਾਲਿਬਾਨਾਂ ਦਾ ਕਿੱਦਾਂ ਰਾਜ ਸਥਾਪਿਤ ਹੁੰਦਾ ਜਾਂ ਕਿੱਦਾਂ ਉੱਥੇ ਜਿਹੜੀ ਡੈਮੋਕ੍ਰੇਟਿਕ ਸਰਕਾਰਾਂ ਉਹ ਆਪਣੀਆਂ ਬਚਾਅ ਕਰ ਪਾਉਂਦੀਆਂ ਜਾਂ ਨਹੀਂ ਪਾਉਂਦੀਆਂ, ਇਹ ਆਉਣ ਵਾਲੇ ਸਮੇਂ ਦੇ ਵਿੱਚ ਚਿੰਤਾ ਦਾ ਵਿਸ਼ਾ ਬਣ ਗਿਆ। ਅਮਰੀਕਾ ਨੇ ਜਿਹੜੀ ਉਸ ਸਮੇਂ ਦੇ ਵਿੱਚ ਥਾਣੇਦਾਰੀ ਦਿਖਾਲੀ ਸੀ ਦੁਨੀਆ ਦੇ ਵਿੱਚ, ਉਹ ਚਾਹੇ ਅਫਗਾਨਿਸਤਾਨ 'ਚ ਹੋਵੇ ਚਾਹੇ ਇਰਾਕ 'ਚ ਹੋਵੇ, ਉਹਦਾ ਕੁੱਲ ਰਿਜ਼ਲਟ ਜਿਹੜਾ ਆ ਉਹ ਤੁਸੀਂ ਜਿੱਦਾਂ ਦੱਸਿਆ ਵੀ ਕੁਝ ਨਹੀਂ ਨਿਕਲਿਆ। ਕਹਿ ਦਈਏ ਵੀ ਇਹ ਇਸ ਵੇਲੇ ਅਫਗਾਨਿਸਤਾਨ ਦੇ ਵਿੱਚੋਂ ਅਮਰੀਕਾ ਮੂੰਹ ਦੀ ਖਾ ਕੇ ਨਿਕਲ ਰਿਹਾ। ਅਸੀਂ ਇਦਾਂ ਅਕਸਰ ਇਹ ਗੱਲ ਪੜ੍ਹਦੇ ਹਾਂ ਕਿ ਜੰਗ ਜਿਹੜਾ ਉਹ ਕਿਸੇ ਮਸਲੇ ਦਾ ਹੱਲ ਨਹੀਂ, ਆਪਣੇ ਆਪ 'ਚ ਇੱਕ ਹੋਰ ਮਸਲਾ ਬਣ ਜਾਂਦਾ। ਆਸ ਕਰਦੇ ਹਾਂ ਕਿ ਦੁਨੀਆ 'ਚ ਜੰਗ ਜਿਹੜੀ ਨਾ ਹੋਵੇ ਤੇ ਲੋਕਾਂ ਨੂੰ ਉਹਨਾਂ ਦੇ ਹੱਕ ਮਿਲਦੇ ਰਹਿਣ। ਸਰਕਾਰ ਚਾਹੇ ਡੈਮੋਕ੍ਰੈਟਿਕ ਹੋਵੇ ਤੇ ਚਾਹੇ ਰਾਜਾਸ਼ਾਹੀ, ਆਮ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਸੁਚੱਜੀ ਰਵੇ, ਸੌਖੀ ਰਵੇ, ਸੁਖਾਲੀ ਰਵੇ। ਇੱਥੇ ਹੀ ਇਸ ਪ੍ਰੋਗਰਾਮ ਨੂੰ ਖਤਮ ਕਰਦੇ ਹਾਂ। ਅਗਲੀ ਵਾਰ ਕੁਝ ਹੋਰ ਵਿਚਾਰਾਂ ਤੇ ਚਰਚਾ ਕਰਨ ਲਈ ਹਾਜ਼ਰ ਹੋਵਾਂਗੇ ਤੁਹਾਡੇ ਲਈ ਲੈ ਕੇ ਪ੍ਰੋਗਰਾਮ ਵਿਚਾਰ ਚਰਚਾ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।